Hallelujah. Praise the Lord. Hallelujah. Thank you, Jesus. ਅੱਜ ਮੇਰੇ ਦਿਲ ਦੇ ਵਿੱਚ ਇੱਕ ਸਪੈਨਿਸ਼ ਦਾ ਗੀਤ ਚੱਲ ਰਿਹਾ ਸੀ, ਮੈਂ ਰਾਤ ਵੀ ਗਾਉਂਦੀ ਆ ਰਹੀ ਸੀ। No hay Dios tan grande como tú, no lo hay, no lo hay, no hay Dios tan grande como tú, no lo hay, no lo hay। ਇਹੀ ਇੱਕ ਲਾਈਨ ਨੇ ਮੇਰੇ ਅੰਦਰ ਜਿੱਦਾਂ ਨਾ ਸਿੰਪਲ ਕਹਿੰਦਾ ਤੇਰੇ ਵਰਗਾ ਹੋਰ ਕੋਈ ਪਰਮੇਸ਼ਵਰ ਹੈ ਨਹੀਂ, ਤੇਰੇ ਵਰਗਾ ਹੋਰ ਕੋਈ ਪਰਮੇਸ਼ਵਰ ਹੈ ਨਹੀਂ। ਬਸ ਇਹੀ ਇੱਕ ਲਾਈਨ ਆ ਨਾ ਜਿਹੜੀ ਵਾਓ, ਮੈਂ ਕਿਹਾ ਤੂੰ ਸਾਡੇ ਤੇ ਕਿਰਪਾ ਕੀਤੀ, ਤੇਰੇ ਵਰਗਾ ਕੋਈ ਹੋਰ ਪਰਮੇਸ਼ਵਰ ਹੈ ਨਹੀਂ। ਪਰਮੇਸ਼ਵਰ ਤੂੰ ਮਿਹਰ ਕੀਤੀ, ਕਿਰਪਾ ਕੀਤੀ, ਤੂੰ ਆਪਣੇ ਚਰਨਾਂ 'ਚ ਸਾਨੂੰ ਲੈ ਕੇ ਆਇਆ। ਵਾਓ, ਪ੍ਰੇਜ਼ ਦਾ ਲਾਰਡ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਭੈਣੋ ਤੇ ਭਰਾਵੋ, ਕਿੰਨੇ ਜਾਣੇ ਰੈਡੀ ਨੇ? ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਕਿ ਰਿਵਾਈਵਲ ਪੰਜਾਬੀ ਚਰਚ ਰੈਡੀ ਆ। ਆਮੇਨ। ਰਿਵਾਈਵਲ ਪੰਜਾਬੀ ਚਰਚ ਰੈਡੀ ਆ। ਹਾਲੇਲੂਇਆ। ਪਰ ਹਜੇ ਆਪਾਂ ਆ ਨਹੀਂ ਪੁੱਛਿਆ ਵੀ ਕੀ ਕਰਨ ਨੂੰ ਰੈਡੀ ਆ, ਪਰ ਸਾਰੇ ਪਹਿਲਾਂ ਹੀ ਰੈਡੀ ਨੇ। ਪ੍ਰੇਜ਼ ਦਾ ਲਾਰਡ। ਆਮੇਨ। ਸੋ ਕੀ ਕਰਨ ਨੂੰ ਰੈਡੀ ਆ ਰਿਵਾਈਵਲ ਪੰਜਾਬੀ ਚਰਚ? परमेश्वर यसु मसीह जी आ रहे ने। हालेलुया। रिवाइवल पंजाबी चर्च रेडी आ परमेश्वर यसु मसीह जी दे नाल जाण दे लई। परमेश्वर जी ने बदलां ते आउणा आ, हर अख देखूगी, वचन कहंदा आ। आमीन। हालेलुया। अपने दूतां दे नाल परमेश्वर जी ने आउणा आ, यसु मसीह जी ने आउणा आ। आपां नूं चूज ਕੀਤੇ ਆ, ਜਿਹੜੇ ਆਪਾਂ ਨੂੰ ਪਿਕ ਕਰਨ, ਆਪਾਂ ਨਾਲ ਉਹਨਾਂ ਦੇ ਚਲੇ ਜਾਣਾ ਹੈ। ਆਮੇਨ। ਹਾਲੇਲੂਇਆ। ਮੈਂ ਇਮੇਜਿਨ ਕਰ ਸਕਦੀ ਆ ਕਿ ਹੁਣ ਤਿਆਰੀਆਂ ਹੋ ਰਹੀਆਂ ਨੇ, ਜਿੱਦਾਂ ਆਪਣੇ ਵਿਆਹ ਨਹੀਂ ਰੱਖਿਆ ਹੁੰਦਾ, ਵਿਆਹ ਤੋਂ ਕਿੰਨਾ ਚਿਰ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਤਿਆਰੀਆਂ ਹੋ ਰਹੀਆਂ ਨੇ, ਪਤਾ ਲੱਗ ਰਿਹਾ ਆ ਕਿ ਤਿਆਰੀਆਂ ਹੋ ਰਹੀਆਂ ਨੇ। ਸਵਰਗ ਦੇ ਵਿੱਚ ਵੀ ਤਿਆਰੀਆਂ ਹੋ ਰਹੀਆਂ ਹੋਣਗੀਆਂ ਬਈ ਪਰਮੇਸ਼ਵਰ ਯਿਸੂ ਮਸੀਹ ਜੀ ਕਹਿ ਰਹੇ ਹੋਣਗੇ ਦੂਤਾਂ ਨੂੰ ਬਈ ਇਟਸ ਟਾਈਮ ਨਾਓ। ਹਾਲੇਲੂਇਆ। ਇਟਸ ਟਾਈਮ ਨਾਓ। ਕਹਿ ਰਹੇ ਹੋਣਗੇ ਵੇਲਾ ਹੋ ਗਿਆ ਬਈ ਦੂਤੋ ਰੈਡੀ ਹੋ ਜਾਓ, ਹੁਣ ਆਪਾਂ ਚੱਲਣਾ ਆ। ਆਮੇਨ। ਤੁਰੀ ਫੂਕੀ ਜਾਣੀ ਆ। ਆਮੇਨ। ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਯਿਸੂ ਮਸੀਹ ਜੀ ਆਉਣ, ਆਪਾਂ ਨੂੰ ਪਰਮੇਸ਼ਵਰ ਨੇ ਕੰਮ ਦਿੱਤੇ ਨੇ, ਆਪਾਂ ਨੂੰ ਕਿਹਾ ਆ ਵੀ ਆਪਾਂ ਕੀ ਕੀ ਕਰਨਾ ਆ, ਪਰ ਆਪਾਂ ਤਿਆਰੀ 'ਚ ਰਹੀਏ ਕਿਉਂਕਿ ਉਹ ਕਿਸੇ ਵੇਲੇ ਵੀ ਆ ਸਕਦੇ ਨੇ। ਆਮੇਨ। ਹਾਲੇਲੂਇਆ। ਲੋਕ ਕਈ ਕਹਿੰਦੇ ਨੇ ਕਿ 4 ਦਿਨਾਂ ਦੀ ਜ਼ਿੰਦਗੀ ਆ, ਐਸ਼ ਕਰ ਲਓ, ਹੈ ਨਾ। 4 ਦਿਨਾਂ ਦੀ ਜ਼ਿੰਦਗੀ ਆ, ਕਹਿੰਦੇ ਐਸ਼ ਕਰ ਲਓ, ਪਰ 4 ਦਿਨਾਂ ਦੀ ਜ਼ਿੰਦਗੀ ਆ ਸਿਰਫ, ਮਤਲਬ ਵੀ ਜੇ ਉਹਨੂੰ ਦੂਸਰੇ ਪਾਸੇ ਸੋਚੀਏ ਕਿ ਸਿਰਫ 4 ਦਿਨਾਂ ਦੀ ਜ਼ਿੰਦਗੀ ਆ, ਪਰ ਉਹ ਜਿਹੜੀ ਬਾਅਦ ਦੀ ਆ ਉਹਦਾ ਕੀ ਕਰੀਏ, ਜਿਹੜੀ ਹਮੇਸ਼ਾ ਦੇ ਲਈ ਆ। ਮੈਂ 4 ਦਿਨਾਂ ਦੀ ਜ਼ਿੰਦਗੀ ਆਪਾਂ ਨੂੰ ਮਿਲੀ ਆ ਤਿਆਰੀ ਕਰਨ ਨੂੰ, ਤਾਂ ਕਰਕੇ ਆਪਾਂ ਉਹ ਹਮੇਸ਼ਾ ਦੀ ਆਲੀ 'ਚ ਐਂਟਰ ਕਰ ਸਕੀਏ। ਆਮੇਨ। ਹਾਲੇਲੂਇਆ। ਹਾਲੇਲੂਇਆ। ਇੰਗਲਿਸ਼ ਦੇ ਵਿੱਚ ਆਈ ਗੈਸ ਜਿੰਨਾ ਨੂੰ ਇੰਗਲਿਸ਼, ਵੈਸੇ ਤਾਂ ਕੋਈ ਵੀ ਇੰਗਲਿਸ਼ ਵਾਲਾ ਨਹੀਂ ਗਾ ਜੀ, ਬੱਚੇ ਹੈਗੇ ਨੇ, ਪਰ ਇੰਗਲਿਸ਼ ਦੇ ਵਿੱਚ ਇਹ ਲਿਖਿਆ ਹੈਗਾ ਆ ਉਹਨਾਂ ਨੇ, ਕਹਿੰਦੇ ਲਾਈਫ ਇਜ਼ ਟੂ ਸ਼ੋਰਟ, ਬੈਟਰ ਇੰਜੋਏ ਇਟ। ਲਾਈਫ ਇਜ਼ ਟੂ ਸ਼ੋਰਟ, ਬੈਟਰ ਇੰਜੋਏ ਇਟ। ਹਾਊ ਅਬਾਊਟ ਇਟਰਨਿਟੀ ਇਜ਼ ਟੂ ਲੌਂਗ, ਬੈਟਰ ਪ੍ਰੀਪੇਅਰ ਫॉर ਇਟ। ਆਮੇਨ। ਹਾਲੇਲੂਇਆ। ਆਪਾਂ ਤਿਆਰੀ ਕਰੀਏ। ਚਰਚ ਇਹ ਟਾਈਮ ਹੈਗਾ ਆ ਕਿ ਆਪਾਂ ਜਿੱਦਾਂ ਕਹਿ ਲਓ ਵੀ ਕਮਰ ਕੱਸ ਲਈਏ, ਸੀਰੀਅਸ ਹੋ ਜਾਈਏ। ਲੈਟਸ ਸਟਾਪ ਪਲੇਇੰਗ ਚਰਚ। ਜਿੱਦਾਂ ਕਈ ਲੋਕ ਕਹਿੰਦੇ ਨੇ ਵੀ ਰਿਲੀਜੀਅਨ ਤੌਰ ਤੇ ਬਣ ਗਿਆ ਚਰਚ, ਆਓ ਚਰਚ ਬਸ ਹੋ ਗਿਆ, ਫਰਾਈਡੇ ਜਾਂ ਸੰਡੇ ਹੋ ਗਿਆ ਤੇ ਹੁਣ ਚੱਲੀਏ ਘਰ ਨੂੰ ਚੱਲੀਏ, ਕਿਉਂਕਿ ਬਸ ਆਹੀ ਹੁੰਦਾ ਆ। ਤੇ ਉਸ ਤੋਂ ਬਾਅਦ ਤਾਂ ਚਰਚ ਮਤਲਬ ਵੀ ਕੁਝ ਵੀ ਨਹੀਂ ਕਈ ਲੋਕਾਂ ਦੇ ਲਈ। ਪਰ ਜੇ ਦੇਖਿਆ ਜਾਵੇ ਹੁਣ ਇੰਨੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਨੇ, ਪ੍ਰੋਫੈਸੀਜ਼ ਪੂਰੀਆਂ ਹੋ ਰਹੀਆਂ ਨੇ ਜੋ ਵਚਨ ਦੇ ਵਿੱਚ ਲਿਖੀਆਂ ਹੋਈਆਂ ਨੇ। ਮੈਂ ਵਚਨ ਦੇ ਵਿੱਚ ਪ੍ਰੋਫੈਸੀਜ਼ ਲਿਖੀਆਂ ਹੋਈਆਂ ਨੇ, ਇੱਕ ਚੀਜ਼ ਆ ਜਿਹੜੀ ਉਹ ਪੂਰੀ ਹੋ ਰਹੀ ਆ। ਆਪਾਂ ਲੋਕਾਂ ਨੂੰ ਕਹਿੰਦੇ ਆ ਬਈ ਇਹ ਲਿਖਿਆ ਹੋਇਆ ਵਾ ਵਚਨ ਦੇ ਵਿੱਚ ਵੀ ਆਹ ਕੁਝ ਹੋਊਗਾ ਤੇ ਉਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਆਉਣ ਵਾਲੇ ਨੇ। ਆਪਾਂ ਲੋਕਾਂ ਨੂੰ ਕਹਿੰਦੇ ਆ ਅਗਲੇ ਹੀ ਪਲ ਪਰਮੇਸ਼ਵਰ ਯਿਸੂ ਮਸੀਹ ਜੀ ਆ ਸਕਦੇ ਨੇ। ਆਪਾਂ ਉਹਨਾਂ ਨੂੰ ਕਹਿੰਦੇ ਆ, ਉਹ ਆਪਾਂ ਨੂੰ ਕੀ ਕਹਿੰਦੇ ਨੇ? ਨਹੀਂ, ਇਦਾਂ ਕਿੱਦਾਂ ਹੋ ਸਕਦਾ ਹੈ, ਇਹ ਤਾਂ ਕਹਾਣੀਆਂ ਨੇ। ਲੋਕ ਕਹਿੰਦੇ ਨੇ ਆਪਾਂ ਨੂੰ ਇਹ ਨਹੀਂ ਇਦਾਂ ਕਿੱਦਾਂ ਹੋ ਸਕਦਾ, ਇਹ ਤਾਂ ਕਹਾਣੀਆਂ ਨੇ। ਨੂਹ ਨੇ ਕੀ ਕੀਤਾ ਸੀ? ਜੋ ਉਹਨੇ ਰੌਲਾ ਪਾਇਆ ਹੈ, ਪਰਮੇਸ਼ਵਰ ਨੇ ਉਹਨੂੰ ਕਿਹਾ ਵੀ
ਆਰਕ ਬਣਾਓ, ਕਿਸ਼ਤੀ ਬਣਾਓ ਵੱਡੀ ਸਾਰੀ ਉਹਨੇ ਬਣਾਈ। ਜੋ ਉਹਨੇ ਰੌਲਾ ਪਾਉਣ ਲੱਗਿਆ, ਹੜ ਆਉਣ ਵਾਲਾ ਆ, ਮੀਂਹ ਆਉਣ ਵਾਲੇ ਨੇ, ਪਾਣੀ ਪਾਣੀ ਹੋ ਜਾਣਾ ਆ, ਕੁਛ ਨਹੀਂ ਬਚਣਾ। ਪਰਮੇਸ਼ਵਰ ਨੇ ਮੈਨੂੰ ਕਿਹਾ ਆ ਕਿ ਸਾਰਿਆਂ ਨੂੰ ਬੁਲਾ ਲਾ, ਜਿਹਨੇ ਬਚਣਾ ਆ ਆਪਣੇ ਪਰਿਵਾਰਾਂ ਦੇ ਨਾਲ, ਆਪਣਾ ਜਿਹੜਾ ਲਾਈਫ ਸਟਾਕ ਜਾਨਵਰ ਨੇ ਸਾਰਿਆਂ ਦੇ ਨਾਲ, ਆ ਜਾਓ ਉਸ ਕਿਸ਼ਤੀ ਦੇ ਵਿੱਚ। ਜਿਹਨੇ ਬਚਣਾ ਆ ਜਾਓ ਉਸ ਕਿਸ਼ਤੀ ਦੇ ਵਿੱਚ। ਹੈ ਕੀ ਹੋਇਆ? ਲੋਕ ਕੀ ਕਹਿੰਦੇ? ਨਹੀਂ ਨਹੀਂ ਨਹੀਂ, ਉਹਦਾ ਮਖੌਲ ਉਡਾਉਂਦੇ ਸੀ, ਉਹਨੂੰ ਕਹਿੰਦੇ ਸੀ ਇਹਨੂੰ ਤਾਂ ਕੁਝ ਪਤਾ ਹੀ ਨਹੀਂ, ਪਾਗਲ ਹੋ ਗਿਆ, ਇਹਨੂੰ ਕੁਝ ਨਹੀਂ ਸਮਝ ਆ ਰਹੀ, ਪਾਗਲ ਹੋ ਗਿਆ, ਇਹਨੂੰ ਨਹੀਂ ਪਤਾ ਕੁਝ ਵੀ। ਫਿਰ ਕੀ ਹੋਇਆ? ਹੜ ਆ ਗਿਆ। ਜਿੰਨੇ ਕਿਸ਼ਤੀ 'ਚ ਸੀਗੇ, ਨੂੰਹ ਦਾ ਪਰਿਵਾਰ ਤੇ ਜਾਨਵਰ ਸਾਰੇ ਉਹ ਬਚ ਗਏ, ਬਾਕੀ ਸਾਰਾ ਕੁਝ ਰੁੜ ਗਿਆ। ਹੈ ਦੇਖੋ, ਜਦੋਂ ਆਪਾਂ ਲੋਕਾਂ ਨੂੰ ਦੱਸ ਰਹੇ ਆ ਉਦੋਂ ਨਹੀਂ ਉਹਨਾਂ ਨੂੰ ਸਮਝ ਆ ਰਹੀ। ਨੂੰਹ ਨੇ ਲੋਕਾਂ ਨੂੰ ਦੱਸਿਆ, ਉਦੋਂ ਨਹੀਂ ਸਮਝ ਆਈ, ਉਦੋਂ ਉਹ ਹੱਸਦੇ ਸੀਗੇ। ਵਚਨ ਕਹਿੰਦਾ ਆ ਮਹਾਮਾਰੀਆਂ ਆਉਣਗੀਆਂ, ਮਹਾਮਾਰੀਆਂ ਆਉਣਗੀਆਂ, ਸਾਰੀ ਦੁਨੀਆ ਦੇ ਵਿੱਚ ਫੈਲ ਜਾਣਗੀਆਂ। ਲੋਕਾਂ ਨੇ ਕੀ ਕਿਹਾ? ਨਹੀਂ 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 ਨਹੀਂ, ਇਹ ਕਿੱਦਾਂ ਹੋ ਸਕਦਾ? ਦੁਨੀਆ 'ਚ ਸਾਰੀ ਚ ਲੈ ਚਲੋ, ਇੱਕ ਸ਼ਹਿਰ 'ਚ ਬਿਮਾਰੀ ਸਾਰੀ ਫੈਲ ਜੂਗੀ, ਚਲ ਠੀਕ ਆ। ਮਤਲਬ ਬਾਰੀ ਬਾਰੀ ਮਹਾਮਾਰੀਆਂ ਇਦਾਂ ਦੀਆਂ ਭਿਅੰਕਰ ਤੋਂ ਭਿਅੰਕਰ, ਇੱਕ ਤੋਂ ਵੱਧ ਕੇ ਇੱਕ, ਜਿਹੜੀਆਂ ਪੁਰਾਣੀਆਂ ਆਈਆਂ ਸ਼ਾਇਦ ਉਹ ਤੋਂ ਵੀ ਵੱਧ ਕੇ, ਹੁਣ ਉਹ ਤੋਂ ਵੀ ਵੱਧ ਕੇ ਸਾਰੀ ਦੁਨੀਆ ਦੇ ਵਿੱਚ ਇਹ ਜਿਹੜੀਆਂ ਮਹਾਮਾਰੀਆਂ ਨੇ ਫੈਲ ਜਾਣਗੀਆਂ। ਫਿਰ ਵੀ ਲੋਕਾਂ ਨੇ ਆਪਾਂ ਨੂੰ ਆਹੀ ਕਿਹਾ ਵੀ ਨਹੀਂ ਨਹੀਂ, ਇਦਾਂ ਨਹੀਂ ਹੋ ਸਕਦਾ। ਦੇਖਦੇ ਦੇਖਦੇ ਆਪਣੀ ਜ਼ਿੰਦਗੀ ਦੇ ਦੌਰਾਨ ਕੋਵਿਡ ਆ ਗਿਆ। ਹੈ ਸੋਚਿਆ ਸੀ ਕਿਸੇ ਨੇ? ਆਪਾਂ ਕਦੇ ਨਹੀਂ ਸੀ ਸੋਚਿਆ ਵੀ ਕੋਵਿਡ ਵੀ ਐਦਾਂ ਹੋ ਜਾਊਗਾ ਵੀ ਸਾਰੀ ਦੁਨੀਆ 'ਚ ਫੈਲ ਜਾਊਗਾ। ਪਤਾ ਇਹ ਕਿੱਦਾਂ ਹੋ ਸਕਦਾ? ਸ਼ਾਇਦ ਆਪਾਂ ਨੂੰ ਵੀ, ਆਪਾਂ ਕਹਿੰਦੇ ਆ ਲੋਕਾਂ ਨੂੰ ਵੀ ਮਹਾਮਾਰੀਆਂ ਆਉਣਗੀਆਂ, ਦੁਨੀਆ 'ਚ ਫੈਲ ਜਾਣਗੀਆਂ, ਪਰ ਆਪਾਂ ਨੂੰ ਵੀ ਇਹ ਰੀਅਲਿਸਟਿਕ ਨਹੀਂ ਸੀ ਲੱਗਦੀ ਗੱਲ। ਆਪਾਂ ਨੂੰ ਵੀ ਆਹ ਲੱਗਦਾ ਸੀਗਾ ਵੀ ਇਹ ਕਿੱਦਾਂ ਹੋ ਸਕਦਾ ਹੈ ਵੀ ਸਾਰੀ ਦੁਨੀਆ ਦੇ ਵਿੱਚ ਮਹਾਮਾਰੀਆਂ, ਜਿਹੜੀ ਇਹ ਕੋਵਿਡ ਹੈਗਾ ਇਹ ਫੈਲ ਜਾਊਗਾ। 1000 ਬੰਦੇ ਦਾ ਵਿਆਹ ਦੇ ਵਿੱਚ 1000 ਬੰਦਾ ਬੁਲਾਇਆ ਜਾਂਦਾ ਸੀਗਾ, ਹੈਨਾ? ਹੁਣ ਕੀ ਹੋਇਆ? 10 ਬੰਦਿਆਂ ਦੇ ਨਾਲ ਵਿਆਹ ਕੀਤੇ ਨੇ ਲੋਕਾਂ ਨੇ, ਹੈਨਾ? ਕਦੇ ਸੋਚਿਆ ਸੀ? ਇਹਦਾ ਮਤਲਬ ਵੀ 500 ਤੋਂ 600 700 800, ਜਦੋਂ ਸੁਣੀਦਾ ਸੀ 800 ਬੰਦੇ ਦੇ ਵਿਆਹ ਦੇ ਵਿੱਚ ਬੁਲਾਇਆ, ਹੱਦ ਹੋ ਗਈ। ਦੁਲਾ ਦੁਲਹਨ ਤਾਂ ਵੇਖਿਆ 4-5 ਨੂੰ ਹੀ ਜਾਣਦੇ ਸੀ, ਬਾਕੀ ਤਾਂ ਸਾਰੇ ਰਿਸ਼ਤੇਦਾਰ, ਪਿੰਡ, ਇੰਡੀਆ ਦੇ ਪਿੰਡ, ਇੱਧਰ ਉੱਧਰ ਹਜ਼ਾਰ ਬੰਦਾ ਆਉਂਦਾ ਸੀਗਾ ਵਿਆਹ ਤੇ। ਹੈ ਹੁਣ 10 ਲੋਕ ਬੁਲਾ ਕੇ ਅਗਲਿਆਂ ਨੇ ਵਿਆਹ ਕੀਤੇ ਨੇ। ਹੈ ਕਿਉਂ? ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਇਹੋ ਜਿਹੀਆਂ ਹੋ ਰਹੀਆਂ ਨੇ ਜਿਨ੍ਹਾਂ ਦਾ ਪਹਿਲਾਂ ਆਪਾਂ ਕਦੇ ਨਹੀਂ ਸੁਣਿਆ, ਜਿਨ੍ਹਾਂ ਦਾ ਆਪਾਂ ਨੂੰ ਪਹਿਲਾਂ ਕਦੇ ਪਤਾ ਹੀ ਨਹੀਂ ਸੀਗਾ ਵੀ ਇਹੋ ਜਿਹੀਆਂ ਚੀਜ਼ਾਂ ਵੀ ਹੋਣਗੀਆਂ। ਉਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ। ਬਹੁਤ ਲੋਕ ਕੋਵਿਡ ਦੇ ਦੌਰਾਨ ਬਦਲ ਗਏ, ਉਹਨਾਂ ਦੇ ਦਿਲ ਬਹੁਤ ਪਰਮੇਸ਼ਵਰ ਦੇ ਨੇੜੇ ਆਏ, ਬਹੁਤਾਂ ਨੇ ਆਪਣਾ ਦਿਲ ਪਰਮੇਸ਼ਵਰ ਨੂੰ ਦਿੱਤਾ। ਪਰ ਅਨਫੋਰਚੂਨੇਟਲੀ ਬਹੁਤ ਲੋਕ ਚਲੇ ਵੀ ਗਏ, ਤੇ ਬਹੁਤ ਲੋਕ ਜਿਹੜੇ ਪਰਮੇਸ਼ਵਰ ਨੂੰ ਨਹੀਂ ਸੀ ਜਾਣਦੇ ਉਹ ਵੀ ਚਲੇ ਗਏ, ਹੈਨਾ? ਹੁਣ ਦੁੱਖ ਹੁੰਦਾ ਹੈ ਆਪਾਂ ਨੂੰ ਉਹਨਾਂ ਦੇ ਲੋਕਾਂ ਦੇ ਬਾਰੇ ਸੁਣ ਕੇ ਜਿਹੜੇ ਲੋਕ ਪਰਮੇਸ਼ਵਰ ਨੂੰ ਜਾਣਦੇ ਨਹੀਂ ਸੀਗੇ, ਚਲੇ ਗਏ। ਪਰ ਹਜੇ ਵੀ ਹੁਣ ਮੌਕਾ ਆ, ਇਹ ਮੌਕਾ ਆ ਕਿ ਆਪਾਂ ਲੋਕਾਂ ਨੂੰ ਦੱਸੀਏ, ਪ੍ਰਚਾਰ ਕਰੀਏ ਕਿ ਦੇਖੋ ਜਿੱਦਾਂ ਕੋਵਿਡ ਆਇਆ ਆ, ਇਹ ਵੀ ਇੱਕ ਉਹ ਜਿੱਦਾਂ ਕਹ ਲਓ ਚਿੰਨ੍ਹ ਆ ਉਸ ਦੇ ਲਈ ਕਿ ਹੁਣ ਪਰਮੇਸ਼ਵਰ ਯਿਸੂ ਮਸੀਹ ਜੀ ਆਉਣ ਵਾਲੇ ਨੇ। ਕੁਛ ਵੀ ਹੋ ਸਕਦਾ। ਜਿਹੜੇ ਕੋਵਿਡ 'ਚ ਵਿਚਾਰੇ ਚਲੇ ਗਏ, ਜਿਨ੍ਹਾਂ ਨੂੰ ਕਦੇ ਸੁਣਿਆ ਨਹੀਂ ਉਹਨਾਂ ਨੇ ਵਚਨ, ਮਤਲਬ ਵੀ ਉਹ ਤਾਂ ਚਲੇ ਗਏ, ਹੈ ਨਾ? ਮਤਲਬ ਵੀ ਇਹ ਚਰਚ ਦੀ ਜ਼ਿੰਮੇਵਾਰੀ ਆ ਕਿ ਆਪਾਂ ਵਚਨ ਆ ਜਿਹੜਾ ਉਹ ਦੂਜਿਆਂ ਦੇ ਨਾਲ ਸਾਂਝਾ ਕਰੀਏ। ਮੈਨ ਆਪਾਂ ਇੱਕ ਵਚਨ ਪੜ੍ਹਦੇ ਆ ਮੈਥਿਊ ਦੀ 24 ਦੀ 33 ਦੇ ਵਿੱਚ ਕੀ ਕਹਿੰਦਾ ਆ? ਮੈਥਿਊ 24:30। ਹਾਲੇਲੂਇਆ, ਥੈਂਕ ਯੂ ਜੀਸਸ। ਫਿਰ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ। ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਆਪਣੀ ਛਾਤੀ ਪਿੱਟਣਗੀਆਂ ਅਤੇ ਇਸ ਦੇ ਪਿੱਛੋਂ ਉਹ ਮਨੁੱਖ ਦੇ ਪੁੱਤਰ ਨੂੰ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਦੇਖਣਗੇ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਵੱਡੀ ਸ਼ਕਤੀ ਤੇ ਮਹਿਮਾ ਦੇ ਨਾਲ ਆਪਾਂ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਆਉਂਦੇ ਦੇਖਾਂਗੇ, ਬੱਦਲਾਂ ਤੇ ਆਉਂਦੇ ਦੇਖਾਂਗੇ ਆਪਾਂ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਆਪਣੀਆਂ ਅੱਖਾਂ ਦੇ ਨਾਲ। ਆਮੇਨ, ਹਾਲੇਲੂਇਆ, ਹਾਲੇਲੂਇਆ। ਪਰ ਜਦੋਂ ਹੁਣ ਐਤਕੀ ਕੋਵਿਡ ਆਇਆ, ਉਹ ਦੁਨੀਆ ਦੇ ਦੂਜੇ ਖੂੰਜੇ 'ਚ ਆਇਆ। ਜਦ ਹੀ ਆਪਣੇ ਕੋਲੇ ਪਹੁੰਚਿਆ ਸ਼ਾਇਦ 2-3 ਦਿਨ ਲੱਗ ਗਏ ਜਾਂ ਜ਼ਿਆਦਾ ਲੱਗ ਗਏ, ਪਰ ਆਪਾਂ ਨੂੰ ਥੋੜੀ ਜਿਹੀ ਤਿਆਰੀ ਕਰਨ ਦਾ ਮੌਕਾ ਮਿਲ ਗਿਆ ਵੀ ਹਾਂ ਲੋਕਡਾਊਨ ਹੋ ਗਏ, ਲੋਕ ਘਰਾਂ 'ਚ ਬੰਦ ਹੋ ਗਏ, ਜੋਬਾਂ ਦੇ ਆ ਹਿਸਾਬ ਕਿਤਾਬ ਹੋ ਗਿਆ। ਗਵਰਨਮੈਂਟਾਂ ਨੇ ਦੇਖਿਆ ਵੀ ਕੀ ਕਰ ਸਕਦੇ ਆ, ਜਦ ਹੀ ਕੋਵਿਡ ਇੱਥੇ ਤੱਕ ਪਹੁੰਚਿਆ। ਪਰ ਬ੍ਰਦਰਸ ਐਂਡ ਸਿਸਟਰ, ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਨੇ ਆਉਣਾ ਆ, ਉਦੋਂ ਉਹ ਵੇਲਾ ਨਹੀਂ ਆਪਾਂ ਨੂੰ ਮਿਲਣਾ। ਵੇਲਾ ਹੋਣਾ, ਜੋ ਵੀ ਕੁਝ ਕਰਨਾ ਆ ਉਹ ਹੁਣ ਕਰਨਾ ਆ, ਕਿਉਂਕਿ ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਨੇ ਆਉਣਾ ਆ, ਏਦਾਂ
ਮਤਲਬ ਵੀ ਕੁਝ ਸੋਚਣ ਦਾ ਵੀ ਮੌਕਾ ਨਹੀਂ ਆਪਾਂ ਨੂੰ ਉਦੋਂ ਮਿਲਣਾ। ਤਾਂ ਕਰਕੇ ਜ਼ਰੂਰੀ ਆ ਕਿ ਆਪਾਂ ਆਪਣੇ ਦਿਲਾਂ ਨੂੰ ਇੰਨਾ ਤਿਆਰ ਕਰ ਲਈਏ। ਪਿਛਲੇ ਸਾਲ ਪਾਸਟਰ ਜੀ ਨੇ ਪ੍ਰੀਚਾਂ ਕੀਤੀਆਂ ਸੀਗੀਆਂ ਬੁੱਕ ਆਫ ਰੈਵਲੇਸ਼ਨ ਤੇ, ਆਨਲਾਈਨ ਪ੍ਰੀਚਿੰਗ ਸੀਗੀਆਂ ਪਿਛਲੇ ਸਾਲ ਕਿ ਉਹ ਤੋਂ ਪਿਛਲੇ ਸਾਲ ਦੇ ਬਿਗਨਿੰਗ ਦੇ ਵਿੱਚ, ਕਿਉਂਕਿ ਉਦੋਂ ਸਿਰਫ ਆਨਲਾਈਨ ਮੀਟਿੰਗ ਹੁੰਦੀ ਸੀ। ਬੁੱਕ ਆਫ ਰੈਵਲੇਸ਼ਨਸ ਤੇ ਉਹ ਆਪਣੇ YouTube ਦੇ ਵਿੱਚ ਲੱਗੀਆਂ ਹੋਈਆਂ ਨੇ। ਇੱਕ ਪ੍ਰੀਚਿੰਗ ਆ ਜਿਹੜੀ ਆ ਉਹ YouTube 'ਚ ਪਾਸਟਰ ਜੀ ਨੇ ਪੂਰੇ ਵਿਸਤਾਰ ਦੇ ਵਿੱਚ, ਡੀਟੇਲ ਦੇ ਵਿੱਚ ਇੰਨੀ ਪਾਵਰਫੁਲ ਸਟੱਡੀ ਦਿੱਤੀ ਸੀਗੀ। ਮੈਂ ਫਿਰ ਵੀ ਕਹੂੰਗੀ ਵੀ ਜੇ ਕਿਸੇ ਨੇ ਨਹੀਂ ਸੁਣੀ ਤਾਂ YouTube 'ਚ ਜਾ ਕੇ ਰੈਵਲੇਸ਼ਨਸ ਦੀ ਉਹ ਸਟੱਡੀਜ਼ ਜ਼ਰੂਰ ਸੁਣੇ। ਜਿਨ੍ਹਾਂ ਨੇ ਸੁਣੀ ਆ ਫਿਰ ਦੁਬਾਰਾ ਸੁਣ ਸਕਦੇ ਆ ਆਪਾਂ। ਉਹ ਇੰਨੀਆਂ ਪਾਵਰਫੁਲ ਸੀਗੀਆਂ। ਉਹਦੇ 'ਚ ਆਹ ਜਿਹੜਾ ਕੁਝ ਹੋ ਰਿਹਾ ਨਾ ਅੱਜ ਕੱਲ੍ਹ ਆਪਾਂ ਨੂੰ ਸਮਾਰ ਕੇ ਸਮਝ ਆਊਗਾ। ਉਸ ਤੋਂ ਬਾਅਦ ਜਦੋਂ ਟ੍ਰਿਬੂਲੇਸ਼ਨਸ ਡੇਜ਼ ਆਉਣਗੇ ਉਹ ਤੋਂ ਬਾਅਦ ਵੀ ਕੀ ਹੋਣਾ, ਕਮੇ ਪਰਮੇਸ਼ਰ ਨੇ ਹੋਣਾ, ਕਮੇ ਆਪਾਂ ਜਾਣਾ, ਉਸ ਤੋਂ ਬਾਅਦ ਕੀ ਹੋਣਾ, ਸਭ ਕੁਝ ਡੀਟੇਲ ਦੇ ਵਿੱਚ ਦੱਸਿਆ ਹੋਇਆ ਵਾ ਹੈ ਨਾ। ਇਹ ਮਤਲਬ ਵੀ ਅੱਜ ਕੱਲ੍ਹ ਦੇ ਮਾਹੌਲ ਨੂੰ ਦੇਖ ਕੇ ਆਹੀ ਚੇਤਾਵਨੀ ਬਣਦੀ ਆ ਚਰਚ ਦੇ ਲਈ ਕਿ ਪ੍ਰਭੂ ਯਿਸੂ ਆਉਣ ਵਾਲੇ ਨੇ। ਚਰਚ ਤਿਆਰ ਹੋ ਜਾਓ, ਪ੍ਰਭੂ ਯਿਸੂ ਆਉਣ ਵਾਲੇ ਨੇ। ਆਪਣੇ ਦਿਲਾਂ ਨੂੰ ਤਿਆਰ ਕਰ ਦਈਏ, ਛੱਡੀਏ ਇੱਧਰਲੀਆਂ ਉੱਧਰਲੀਆਂ। ਆਮੇਨ, ਹਾਲੇਲੂਇਆ। ਟੇਕ ਇਟ ਸੀਰੀਅਸਲੀ, ਇਟਸ ਅ ਸੀਰੀਅਸ ਮੈਟਰ ਨਾਓ। ਚਰਚ ਚੁਰਚ ਖੇਡਣਾ ਜਿੱਦਾਂ ਕਹਿ ਲਓ ਛੱਡ ਦਈਏ ਤੇ ਆਪਾਂ ਪੂਰੀ ਦਿਲੋਂ ਆਪਾਂ ਆਈਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਸੋਚ ਕੇ ਕਿ ਪਰਮੇਸ਼ਵਰ ਤੂੰ ਹੁਣੀ ਆ ਸਕਦਾ ਆ, ਮੈਂ ਕੀ ਕਰਾਂ, ਮੈਂ ਤਿਆਰ ਹੋ ਜਾਵਾਂ, ਮੈਨੂੰ ਤਿਆਰ ਕਰ, ਮੈਨੂੰ ਦੱਸ ਮੈਂ ਕੀ ਕਰ ਸਕਦਾ ਹਾਂ ਜਾਂ ਕੀ ਨਹੀਂ ਕਰ ਸਕਦੀ। ਵਾਇਰਸਿਸ ਆਈਆਂ, ਲੜਾਈਆਂ, ਦੇਖੋ ਕੀ ਹੋਇਆ ਪਿਆ ਵਾ ਦੁਨੀਆ ਦੇ ਵਿੱਚ। ਵਚਨ 'ਚ ਲਿਖਿਆ ਹੋਇਆ ਹੈ ਵਾਇਰਸਿਸ ਨੇ, ਲੜਾਈਆਂ ਨੇ, ਸੁਨਾਮੀਜ਼ ਨੇ, ਅਰਥਕੁਇਕਸ ਨੇ, ਦੰਗੇ ਫਸਾਦ ਨੇ, ਨਫ਼ਰਤਾਂ ਲੋਕਾਂ ਦੇ ਵਿੱਚ ਵੱਧ ਰਹੀਆਂ ਨੇ। ਇਹ ਸਾਰਾ ਕੁਝ ਆਖਰੀ ਦਿਨਾਂ ਦੀ ਨਿਸ਼ਾਨੀ ਆ। ਇਹ ਚਿੰਨ ਨੇ, ਪਰਮੇਸ਼ਵਰ ਦਾ ਵਚਨ ਕਹਿੰਦਾ ਚਿੰਨ ਨੇ ਕਿ ਦੁਲਹਾ ਦੁਆਰ ਤੇ ਖੜਾ ਆ। ਆਮੇਨ। ਇਹ ਚਿੰਨ ਨੇ ਕਿ ਦੁਲਹਾ ਦੁਆਰ ਤੇ ਖੜਾ ਆ ਆਪਣੀ ਦੁਲਹਨ ਨੂੰ ਲੈਣ ਆਉਣ ਦੇ ਲਈ। ਆਮੇਨ, ਹਾਲੇਲੂਇਆ। ਮੈਥਿਊ ਦਾ ਆਪਾਂ ਮਤੀ ਦਾ 24 ਦਾ 6 ਤੋਂ 8 ਪੜ੍ਹਦੇ ਆ। ਹਾਲੇਲੂਇਆ। ਤੁਸੀਂ ਲੜਾਈਆਂ ਦੀਆਂ ਹਵਾਵਾਂ ਦੂਰੋਂ ਅਤੇ ਨੇੜਿਓਂ ਸੁਣੋਗੇ, ਪਰ ਸਾਵਧਾਨ, ਘਬਰਾਉਣਾ ਨਹੀਂ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਅਜੇ ਦੂਰ ਹੈ। 6 ਤੋਂ 8। ਕੌਮ ਦੇ ਵਿਰੁੱਧ ਖੜੀ ਹੋ ਜਾਵੇਗੀ ਅਤੇ ਰਾਜ ਉੱਤੇ ਚੜ੍ਹਾਈ ਕਰੇਗਾ। ਕਈ ਥਾਂ ਭੁਚਾਲ ਆਉਣਗੇ ਅਤੇ ਅਕਾਲ ਪੈਣਗੇ। ਇਹ ਸਭ ਗੱਲਾਂ ਤਾਂ ਦੁੱਖਾਂ ਦਾ ਸ਼ੁਰੂ ਹੀ ਹੋਣਗੀਆਂ। ਇਹ ਸਭ ਗੱਲਾਂ ਦੁੱਖਾਂ ਦਾ ਸ਼ੁਰੂ ਹੋਣਗੀਆਂ, ਵਚਨ ਕਹਿੰਦਾ ਆ। ਇਹਦਾ ਮਤਲਬ ਆ ਸ਼ਾਇਦ ਆਪਣੇ ਕੋਲੇ ਥੋੜਾ ਜਿਹਾ ਟਾਈਮ ਹੈ, ਸ਼ਾਇਦ ਆਪਣੇ ਕੋਲੇ ਥੋੜਾ ਜਿਹਾ ਟਾਈਮ ਹੈ to settle our things, to fix up our problems, ਜੋ ਵੀ ਕੁਝ ਕਿਸੇ ਦੇ ਨਾਲ ਆ ਸਾਰਾ ਕੁਝ ਸ਼ੁਰੂ ਕਰਨ ਦੇ ਲਈ। ਇੱਕ ਵਾਰੀ ਇੱਕ ਬੰਦਾ ਸੀਗਾ, ਇੱਕ Song ਹੈਗਾ ਆ ਐਕਚੁਅਲੀ 올ਡ ਕੰਟਰੀ Song ਇੰਗਲਿਸ਼ ਦਾ, ਤੇ ਉਹ Song ਦੇ ਵਿੱਚ ਉਹ ਬੰਦੇ ਦਾ ਜਿਹੜਾ ਉਹ Song ਦਾ ਜ਼ਿਕਰ, Song ਦੇ ਜਿਹੜੇ ਵਰਡਸ ਨੇ ਉਹ ਆ ਹੈਗੇ ਨੇ ਕਿ ਉਹ ਬੰਦਾ ਕਹਿੰਦਾ ਆ ਏਦਾਂ ਜਿਓ ਜਿਵੇਂ ਕਿ ਅੱਜ ਆਪਣਾ ਅਖੀਰਲਾ ਦਿਨ ਹੋਵੇ। ਉਹ ਕਹਿੰਦਾ ਇਦਾਂ ਜਿਓ ਜਿਵੇਂ ਕਿ ਅੱਜ ਆਪਣਾ ਅਖੀਰਲਾ ਦਿਨ ਹੋਵੇ। ਉਹਨੂੰ ਡਾਕਟਰ ਦੇ ਗਿਆ, ਡਾਕਟਰ ਨੇ Song 'ਚ ਆ ਸਾਰਾ ਕੁਝ ਕਿ ਡਾਕਟਰ ਦੇ ਗਿਆ, ਡਾਕਟਰ ਨੇ ਉਹਨੂੰ ਉਹਦੇ ਸਰੀਰ ਦੇ ਸਿਹਤ ਦੇ ਮੁਤਲਕ ਕੋਈ ਬੁਰੀ ਖਬਰ ਸੁਣਾਈ, ਤੇ ਜਦੋਂ ਉਹਨੂੰ ਬੁਰੀ ਖਬਰ ਸੁਣਾਈ ਤੇ ਉਹਨੂੰ ਤਾਂ ਇੱਕਦਮ ਜਿੱਦਾਂ ਕਹਿ ਲਓ ਹੋ ਗਿਆ ਵੀ ਉਹ ਹੁਣ ਤਾਂ ਮੇਰੇ ਕੋਲੇ ਬਹੁਤ ਥੋੜਾ ਸਮੇਂ ਰਹਿ ਗਿਆ ਹੈ। ਤੁਸੀਂ ਸੋਚੋ ਉਹ ਬੰਦੇ ਦੇ ਦਿਮਾਗ 'ਚ ਕੀ ਚੱਲ ਰਹੀ ਹੋਣੀ ਆ ਉਸ ਵੇਲੇ। ਉਹ ਕਹਿੰਦਾ ਮੇਰੇ ਕੋਲੇ ਬਹੁਤ ਥੋੜਾ ਸਮੇਂ ਰਹਿ ਗਿਆ ਹੁਣ, ਤੇ ਉਹਨੇ ਦਵਾ ਆਪਣੀ ਬਕਟ ਲਿਸਟ ਪੂਰੀ ਕਰਨੀ ਸ਼ੁਰੂ ਕੀਤੀ ਹੈ। ਆਪਣੀ ਬਕਟ ਲਿਸਟ ਉਹਨੇ ਫਟਾਫਟ ਸ਼ੁਰੂ ਕੀਤੀ ਪੂਰੀ ਕਰਨੀ। ਇੱਧਰ ਵੀ ਘੁੰਮਿਆ, ਉੱਧਰ ਵੀ ਘੁੰਮਿਆ, ਆ ਵੀ ਖਾ ਲਾਂ, ਉਹ ਵੀ ਖਾ ਲਾਂ, ਉਹਨੂੰ ਵੀ ਮਿਲ ਲਾਂ, ਉਹਨੂੰ ਵੀ ਮਿਲ ਲਾਂ, ਆ ਵੀ ਛੱਡਦਾ, ਉਹ ਵੀ ਛੱਡਦਾ, ਆ ਵੀ ਪੀ ਲਾਂ, ਉਹ ਵੀ ਪੀ ਲਾਂ। ਮਰਨ ਤੋਂ ਪਹਿਲਾਂ ਬੰਦਾ ਕਹਿੰਦਾ ਮੈਂ ਬਸ ਆ ਸਾਰਾ ਕੁਝ ਫਟਾਫਟ ਨਿਬੇੜ ਲਵਾਂ ਮਰਨ ਤੋਂ ਪਹਿਲਾਂ, ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਹੈ। ਜਦੋਂ ਬੰਦੇ ਨੂੰ ਪਤਾ ਹੁੰਦਾ ਨਾ ਵੀ ਅਖੀਰਲਾ ਦਿਨ ਆਉਣ ਵਾਲਾ ਆ, ਬਸ ਨੇੜੇ ਹੀ ਆ, ਉਦੋਂ ਫਿਰ ਇਹੋ ਜਿਹੀਆਂ ਸੋਚਾਂ ਬੰਦੇ ਦੇ ਦਿਮਾਗ 'ਚ ਆਉਂਦੀਆਂ ਨੇ ਕਿ ਫਟਾਫਟ ਮੈਂ ਸਾਰਾ ਕੁਝ ਨਿਬੇੜ ਲਵਾਂ। ਬਕਟ ਲਿਸਟ ਮੋਸਟਲੀ ਸ਼ਾਇਦ ਲੋਕਾਂ ਨੂੰ ਮੋਸਟਲੀ ਪਤਾ ਆ ਵੀ ਬਕਟ ਲਿਸਟ ਕੀ ਆ, ਪਰ ਜਿਨ੍ਹਾਂ ਨੂੰ ਬਕਟ ਲਿਸਟ ਨਹੀਂ ਪਤਾ, ਮੈਂ ਆਪਣੀ ਬਕਟ ਲੈ ਕੇ ਆਉਣੀ ਸੀ ਕਿ ਮੈਂ ਭੁੱਲ ਗਈ ਕਰੇ ਅੱਜ। ਮੇਰੀ ਬਕਟ ਜਿਹੜੀ ਆ, ਹਾਂਜੀ, ਉਹ ਮੇਰੀ ਬਕਟ ਲਿਸਟ ਆ, ਉਹ ਮੇਰੇ ਘਰੇ ਪਈ ਆ। ਜਿੱਦਾਂ ਮੈਂ ਉਹ ਲੈ ਕੇ ਆਣੀ ਸੀ ਬਲੂ ਲਿਟਲ ਬਕਟ, ਉਹ ਰਹਿ ਗਈ ਘਰੇ। ਸੋ ਬਕਟ ਲਿਸਟ, ਇੱਕ ਬਕਟ ਤਾਂ ਹੋ ਗਈ, ਇੱਕ ਬਾਲਟੀ ਹੈ ਨਾ,
ਉਹ ਬਾਲਟੀ ਉਹ ਤਾਂ ਮਤਲਬ ਕਹਿਣ ਦੀ ਗੱਲ ਆ, ਪਰ ਲੋਕ ਇੱਥੇ ਕੀ ਕਰਦੇ ਨੇ, ਬਕਟ ਲਿਸਟ ਇੱਕ ਲਿਸਟ ਬਣਾ ਲੈਂਦੇ ਨੇ, ਇੱਕ ਪੇਪਰ ਤੇ ਲਿਖ ਲੈਂਦੇ ਨੇ, ਪਰਚੀਆਂ ਰੱਖ ਲੈਂਦੇ ਨੇ ਜਾਂ ਜਿੱਦਾਂ ਵੀ ਕਰਕੇ, ਉਹ ਸਾਰੇ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜੋ ਉਹ ਚਾਹੁੰਦੇ ਨੇ ਆਪਣੀ ਇਸ ਦੁਨੀਆ ਦੀ ਇਸ ਜ਼ਿੰਦਗੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕਰਨੀਆਂ, ਹੈ ਨਾ। ਕਈ ਲੋਕਾਂ ਦੀ ਬਕਟ ਲਿਸਟ 'ਚ ਹੁੰਦਾ ਆ ਕਿ ਮੈਂ ਸਾਰੀ ਦੁਨੀਆ ਘੁੰਮਣੀ ਆ ਇਸ ਦੁਨੀਆ ਨੂੰ ਛੱਡ ਕੇ ਜਾਣ ਤੋਂ ਪਹਿਲਾਂ। ਕਈਆਂ ਦੇ 'ਚ ਹੁੰਦਾ ਆ ਵੀ ਮੈਂ ਕਿਸੇ ਤੀਰਥ ਸਥਾਨ ਦੀ ਯਾਤਰਾ ਕਰਨੀ ਆ, ਕਈ ਲੋਕ ਇਦਾਂ ਕਹਿੰਦੇ ਨੇ, ਹੈ ਨਾ। ਤੇ ਕਈਆਂ ਦੇ ਵਿੱਚ ਹੁੰਦਾ ਆ ਕਿ ਮੈਂ ਫਲਾਨੀ ਲੈਂਗੁਏਜ ਸਿੱਖਣੀ ਆ ਜਾਂ ਮੈਂ ਫਲਾਨਾ ਖਾਣਾ ਕਿਸੇ ਦੂਸਰੇ ਕੰਟਰੀ 'ਚ ਜਾ ਕੇ ਖਾਣਾ ਆ। ਸੋ ਇਹ ਉਹ ਬੰਦੇ ਦੀ ਬਕਟ ਲਿਸਟ ਆ, ਉਹ ਬੰਦੇ ਨੇ ਲਿਖੀਆਂ ਹੋਈਆਂ ਨੇ ਆਹ ਚੀਜ਼ਾਂ ਮੈਂ ਇਸ ਦੁਨੀਆ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਕਹਿੰਦਾ ਵੀ ਜ਼ਰੂਰ ਕਰਨੀਆਂ ਨੇ। ਪਰ ਉਸ ਗੀਤ 'ਚ ਜਿਵੇਂ ਉਹ ਬੰਦਾ ਕਹਿੰਦਾ ਆ ਕਿ ਆਪਣੀ ਜ਼ਿੰਦਗੀ ਦੀ ਇੱਕ ਹੱਦ ਆ, ਆਪਣੀ ਜ਼ਿੰਦਗੀ ਦੀ ਇੱਕ ਹੱਦ ਆ, ਕਹਿੰਦਾ ਵੀ ਕੱਲ ਤੇ ਨਾ ਪਾ ਜਿਹੜਾ ਤੂੰ ਅੱਜ ਕਰ ਸਕਦਾ ਆ, ਕੱਲ ਤੇ ਨਾ ਪਾ, ਇਸ ਦੀ ਵੇਟ ਨਾ ਕਰਕੇ ਤੈਨੂੰ ਪਤਾ ਲੱਗੇ ਕਿ ਤੇਰੀ ਜ਼ਿੰਦਗੀ ਖਤਮ ਹੋਣ ਵਾਲੀ ਆ, ਹੈ ਨਾ। ਇਹਦੀ ਵੇਟ ਨਾ ਕਰ, ਕੱਲ ਦਾ ਜਿਹੜਾ ਕੁਝ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਆਪਾਂ ਹਿੰਦੀ ਦੀ ਟੀਚਰ ਤੋਂ ਕੁੱਟ ਵੀ ਪੈਂਦੀ ਹੁੰਦੀ ਸੀ ਬਹੁਤ, ਪਰ ਹਿੰਦੀ ਦੀ ਟੀਚਰ ਤੋਂ ਆਪਾਂ ਕਬੀਰ ਦੇ ਦੋਹੇ ਸਿੱਖਦੇ ਹੁੰਦੇ ਸੀ, ਯਾਦ ਨੇ ਨਾ ਸਾਰਿਆਂ ਨੂੰ ਕਬੀਰ ਦੇ ਦੋਹੇ ਹੈ। ਇਹ ਫਿਲ ਇਨ ਦ ਬਲੈਂਕਸ ਕਰੋ ਵੀ, ਫਿਲ ਇਨ ਦ ਬਲੈਂਕ ਕਰੋ। ਫਿਰ काल करे सो आज करे सो अब, पल में परले होएगी बल बहुरी करेगा कब, ये वाली लिखी हुई है। एनीवेज सो काल करे सो आज कर, आज करे सो अब, पल में परले होएगी बहुरी करेगा कब। ब्रदर अमृत ਨੂੰ ਵੀ ਆਉਂਦੀ ਹੋਣੀ ਆ, ਬੋਲੇ ਨਹੀਂ, ਹਾਂਜੀ ਮੈਨੂੰ ਪਤਾ ਆ। ਤੇ ਜੋ ਕੁਛ ਆਪਾਂ ਕੱਲ ਕਰਨਾ ਆ ਉਹ ਆਪਾਂ ਅੱਜ ਕਰੀਏ, ਅੱਜ ਕਰੀਏ। ਕਿਉਂ? ਕਿਉਂਕਿ ਦੂਜੀ ਲਾਈਨ ਕਹਿੰਦੀ ਆ ਪਲ 'ਚ ਆਪਣੀ ਜ਼ਿੰਦਗੀ ਖਤਮ ਹੋ ਜਾਣੀ ਆ, ਫਿਰ ਆਪਾਂ ਕੱਲ ਕੀ ਕਰਦੇ ਫਿਰਾਂਗੇ, ਫਿਰ ਤਾਂ ਆਪਣੇ ਕੋਲੇ ਟਾਈਮ ਵੀ ਨਹੀਂ ਰਹਿਣਾ ਕੁਝ ਵੀ ਕਰਨ ਦਾ। ਅੱਜ ਦਾ ਵਚਨ ਆਪਣਾ ਇਹੀ ਆ ਕਿ ਆਪਾਂ ਬਕਟ ਲਿਸਟ ਬਣਾਈਏ। ਆਪਾਂ ਸਾਰਿਆਂ ਨੇ ਲਿਟਰਲੀ ਪੇਪਰ ਪੈਨ ਲੈਣਾ ਆ ਘਰੇ ਜਾ ਕੇ ਤੇ ਆਪਾਂ ਬਕਟ ਲਿਸਟ ਬਣਾਉਣੀ ਆ, ਆਪਾਂ ਲਿਖਣੀ ਆ, ਹੋਮਵਰਕ ਆ, ਠੀਕ ਆ। ਇਹ ਆਪਣਾ ਹੋਮਵਰਕ ਆ, ਆਪਾਂ ਘਰੇ ਜਾ ਕੇ ਲਿਖਣੀ ਆ ਬਕਟ ਲਿਸਟ। ਇੱਕ ਚੀਜ਼ ਦਾ ਧਿਆਨ ਰਹੇ, ਨਾ ਆਪਾਂ ਨੂੰ ਕਿਸੇ ਤੀਰਥ ਸਥਾਨ ਤੇ ਜਾਣ ਦੀ ਲੋੜ ਆ, ਹੈਨਾ, ਨਾ ਆਪਾਂ ਨੂੰ ਦੁਨੀਆ ਘੁੰਮਣ ਦੀ ਲੋੜ ਆ। ਆਪਣੀ ਜਿਹੜੀ ਮਸੀਹੀਆਂ ਦੀ ਬਕਟ ਲਿਸਟ ਆ ਉਹ ਵਚਨ ਦੇ ਹਿਸਾਬ ਨਾਲ ਬਣਦੀ ਆ। ਆਮੇਨ। ਆਪਣੀ ਵਚਨ ਦੇ ਹਿਸਾਬ ਨਾਲ ਆਪਣੀ ਪਵਿੱਤਰ ਆਤਮਾ ਆਪਾਂ ਨੂੰ ਦੱਸਦਾ ਆ ਆਪਣੀ ਬਕਟ ਲਿਸਟ, ਹੈਨਾ। ਪਵਿੱਤਰ ਆਤਮਾ ਆਪਾਂ ਨੂੰ ਆਪਣੀਆਂ ਕਮਜ਼ੋਰੀਆਂ ਦਿਖਾਉਂਦਾ ਆ, ਉਹ ਆਪਾਂ ਲਿਖਣਾ ਆ ਆਪਣੀ ਬਕਟ ਲਿਸਟ ਦੇ ਵਿੱਚ। ਚੁਗਲੀਆਂ ਦੀ ਆਦਤ ਆ, ਇਹ ਪਰਮੇਸ਼ਰ ਦਾ ਵਚਨ ਨਹੀਂ ਚਾਹੁੰਦਾ, ਇਹ ਆਪਾਂ ਆਪਣੀ ਬਕਟ ਲਿਸਟ 'ਚ ਲਿਖਣਾ ਆ, ਹੈਨਾ। ਝੂਠ ਬੋਲਣ ਦੀ ਆਦਤ ਆ, ਬਕਟ ਲਿਸਟ 'ਚ ਲਿਖਣਾ ਆ ਕਿ ਮੈਂ ਬਸ ਹੁਣ ਜਦੋਂ ਕੁਝ ਝੂਠ ਬੋਲਣ ਲੱਗਿਆ ਕਰੂੰਗਾ ਮੈਂ ਮੂੰਹ ਬੰਦ ਕਰ ਲੈਣਾ, ਪਰ ਮੈਂ ਝੂਠ ਨਹੀਂ ਬੋਲਣਾ। ਸੱਚ ਭਾਵੇਂ ਨਾ ਬੋਲਾਂ ਪਰ ਝੂਠ ਨਹੀਂ ਬੋਲਣਾ, ਸੋ ਮੂੰਹ ਬੰਦ ਰੱਖਣਾ, ਠੀਕ ਆ ਨਾ। ਮਤਲਬ ਵੀ ਇਟਸ ਫੇਅਰ ਵੀ ਇਦਾਂ ਵੀ ਕਰ ਸਕਦੇ ਆ, ਜੇ ਬੰਦੇ ਨੂੰ ਸੱਚ ਬੋਲਣ ਦੀ ਪ੍ਰੋਬਲਮ ਆ ਤੇ ਚਲੋ ਨਾ ਬੋਲੋ, ਚੁੱਪ ਰਹੋ, ਪਰ ਝੂਠ ਨਾ ਬੋਲੋ, ਹੈਨਾ। ਸੋ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ, ਜਿੱਦਾਂ ਕਹ ਲਓ ਵੀ ਆਪਣੀਆਂ ਸੋਚਾਂ ਬਦਲ ਦੇ, ਹੈਨਾ। ਪਰਮੇਸ਼ਵਰ ਤੂੰ ਮੇਰੀ ਬੋਲੀ ਬਦਲ ਦੇ, ਮੇਰਾ ਦੇਖਣਾ ਬਦਲ ਦੇ, ਮੇਰੇ ਦੇਖਣ ਦਾ ਅੰਦਾਜ਼ ਬਦਲ ਦੇ, ਮਾਫ ਕਰ ਦੋ, ਮਾਫੀ ਲੈ ਲਓ, ਜੈਲਸੀ ਛੱਡ ਦੋ, ਗੁੱਸਾ ਛੱਡ ਦੋ, ਮੈਂ ਆ ਜਿਹੜੀ ਉਹ ਬੰਦਾ ਛੱਡ ਦੇਵੇ, ਹੈ। ਹੰਬਲ ਹੋ ਜਾਓ, ਪਵਿੱਤਰ ਆਤਮਾ ਨਾਲ ਭਰ ਜਾਓ, ਰੂਹ ਦੇ ਨਾਲ ਭਰ ਜਾਓ। ਇਹ ਕੁਝ ਐਗਜ਼ਾਮਪਲਾਂ ਹੋ ਸਕਦੀਆਂ ਨੇ ਤੁਹਾਡੀ ਬਕਟ ਲਿਸਟ ਦੀਆਂ, ਪਰ ਆ ਜਿਹੜੀਆਂ ਮੈਂ ਪੜ੍ਹੀਆਂ ਨੇ ਇਹ ਮੇਰੀ ਬਕਟ ਲਿਸਟ 'ਚ ਮੈਂ ਇਹ ਮੇਰੀ ਬਕਟ ਲਿਸਟ 'ਚ ਨੇ। ਬਹੁਤ ਜ਼ਰੂਰਤ ਆ ਆਪਾਂ ਨੂੰ ਕਿ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਕੇ ਹੰਬਲ ਹੋ ਜਾਈਏ, ਉਦਾਂ ਦੇ ਬਣੀਏ ਜਿੱਦਾਂ ਪਰਮੇਸ਼ਵਰ ਆਪਾਂ ਨੂੰ ਚਾਹੁੰਦਾ ਆ। ਕਿਉਂ? ਕਿਉਂਕਿ ਪਰਮੇਸ਼ਵਰ ਕਹਿੰਦਾ ਆ ਮੈਂ ਤੁਹਾਤੋਂ ਸਾਰਿਆਂ ਤੋਂ ਕੰਮ ਲੈਣੇ ਨੇ, ਆਮੇਨ। ਤੇ ਆਪਾਂ ਨੂੰ ਪਤਾ ਆ ਕਿ ਜਿਹੜਾ ਭਾਂਡਾ ਸਾਫ਼ ਸੁਥਰਾ ਹੋ ਜਾਂਦਾ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਪਰਮੇਸ਼ਵਰ ਫਿਰ ਉਹਨੂੰ ਅੱਗੇ ਅੱਗੇ ਬੁਲਾਉਂਦਾ ਆ, ਉਹਨੂੰ ਪ੍ਰਮੋਸ਼ਨ ਦਿੰਦਾ ਆ, ਆਮੇਨ, ਹਾਲੇਲੂਇਆ। ਸੋ ਇਹ ਆਪਣਾ ਹੋਮਵਰਕ ਆ, ਇਹ ਮੇਰੀ ਬਕਟ ਲਿਸਟ ਸੀਗੀ। ਤੁਸੀਂ ਆਪਣੀ ਬਕਟ ਲਿਸਟ ਆਪੇ ਬਣਾਓ ਤੇ ਜੁਟ ਜਾਓ ਉਹਦੇ ਵਿੱਚ। ਇੱਕ ਇੱਕ ਚੀਜ਼ ਲਿਟਰਲੀ ਲਿਖੋ ਤੇ ਰੋਜ਼ ਸਵੇਰੇ ਪੜ੍ਹ ਲਓ ਇੱਕ ਵਾਰੀ ਵੀ ਆਹਾ ਆਹਾ ਮੈਂ ਕਰਨਾ ਆ, ਆਹਾ ਆਹਾ। ਹੋ ਸਕਦਾ ਕਈ ਚੀਜ਼ਾਂ ਇੱਕ ਵਾਰੀ ਨਿਕਲ ਜਾਣ ਬਕਟ ਲਿਸਟ ਤੇ ਫੇਰ ਮੁੜ ਕੇ ਆ ਜਾਣ, ਦੈਟਸ ਓਕੇ। ਪਵਿੱਤਰ ਆਤਮਾ ਆਪਣੀ ਮਦਦ ਕਰੇਗਾ, ਆਮੇਨ, ਹਾਲੇਲੂਇਆ, ਹਾਲੇਲੂਇਆ। ਯਾਦ ਰੱਖੀਏ ਪਰਮੇਸ਼ਰ ਯਿਸੂ ਮਸੀਹ ਜੀ ਆਉਣ ਵਾਲੇ ਨੇ ਤੇ ਇਹ ਆਪਾਂ ਆਪਣੇ ਅਖੀਰਲੇ ਦਿਨ
ਜੀ ਰਹੇ ਹਾਂ ਵਚਨ ਦੇ ਹਿਸਾਬ ਨਾਲ, ਆਪਾਂ ਆਪਣੇ ਅਖੀਰਲੇ ਦਿਨ ਜੀ ਰਹੇ ਹਾਂ। ਕੀ ਆਪਾਂ ਤਿਆਰ ਹਾਂ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਰਿਸੀਵ ਕਰਨ ਦੇ ਲਈ? ਕੀ ਆਪਾਂ ਤਿਆਰ ਹਾਂ ਪਰਮੇਸ਼ਰ ਦੀ ਦੁਲਹਨ ਬਣਨ ਦੇ ਲਈ? ਆਪਣੇ ਆਪਣੇ ਦਿਲਾਂ ਦੇ ਵਿੱਚ ਝਾਤੀ ਮਾਰੀਏ, ਆਪਾਂ ਕਿੰਨੇ ਕੁ ਤਿਆਰ ਹਾਂ? ਕੋਈ ਕਮਜ਼ੋਰੀ, ਕੋਈ ਵੀਕਨੈਸ, ਕੋਈ ਐਡਿਕਸ਼ਨ, ਕੋਈ ਇਹੋ ਜਿਹੀ ਚੀਜ਼ ਆਪਣੇ ਅੰਦਰ ਜਿਹੜੀ ਫਸੀ ਪਈ ਹੋਵੇ ਜਿਹਨੂੰ ਆਪਾਂ ਕੱਢਣਾ ਆ, ਕਿਉਂਕਿ ਉਹ ਅੜਚਨ ਬਣ ਸਕਦੀ ਆ ਜੇ ਪ੍ਰਭੂ ਯਿਸੂ ਮਸੀਹ ਜੀ ਅੱਜ ਆ ਜਾਣ। ਆਮੇਨ, ਹਾਲੇਲੂਇਆ। ਪਰਮੇਸ਼ਰ ਨਹੀਂ ਚਾਹੁੰਦੇ ਕਿ ਆਪਾਂ ਉਹ 5 ਕੁਵਾਰੀਆਂ ਵਾਂਗੂ ਬਣੀਏ ਜਿਨ੍ਹਾਂ ਦਾ ਤੇਲ ਮੁੱਕ ਚੱਲਿਆ ਸੀ। ਵਚਨ 'ਚ ਲਿਖਿਆ ਹੋਇਆ ਹੈ ਨਾ, ਉਹ ਜਿਹੜੀਆਂ 10 ਕੁਵਾਰੀਆਂ ਨੇ, ਆਪਾਂ ਕਿਹੜੀਆਂ 5 ਕੁਵਾਰੀਆਂ ਵਰਗੇ ਹੈਗੇ ਆ ਜਿਹੜੀਆਂ ਦਾ ਤੇਲ ਮੁੱਕ ਚੱਲਿਆ ਸੀ, ਤਾਂ ਜਿਹੜੀਆਂ ਬਿਲਕੁਲ ਤਿਆਰ ਸੀਗੀਆਂ ਪਰਮੇਸ਼ਵਰ ਨੂੰ ਜਾਂ ਆਪਣੇ ਦੁਲਹੇ ਨੂੰ ਸਵੀਕਾਰ ਕਰਨ ਦੇ ਲਈ। ਆਪਾਂ ਇਹ ਪੂਰਾ ਨਹੀਂ ਪੜਾਂਗੇ, ਪਰ ਤੁਸੀਂ ਘਰੇ ਜਾ ਕੇ ਮੈਥਿਊ ਹੋਮਵਰਕ ਆ ਵੀ ਆਪਣਾ, ਮੈਥਿਊ ਦਾ 25 ਦਾ 1 ਤੋਂ 13 ਤੱਕ ਘਰੇ ਜਾ ਕੇ ਪੜ ਸਕਦੇ ਹੋ ਪੂਰਾ। ਮਤੀ ਦਾ 25 ਦਾ 1 ਤੋਂ 13 ਤੱਕ ਘਰੇ ਜਾ ਕੇ ਪੂਰਾ ਪੜ ਸਕਦੇ ਹੋ। ਪਰ ਇਸ ਵੇਲੇ ਆਪਾਂ ਸਿਰਫ ਪੜਾਂਗੇ ਮੈਥਿਊ ਦੇ 25 ਦਾ 6 ਤੋਂ 10। ਧਿਆਨ ਨਾਲ ਸੁਣੀਏ, ਧਿਆਨ ਨਾਲ ਸੁਣੀਏ। ਉਹ ਜਿਹੜੀਆਂ ਕੁਵਾਰੀਆਂ ਸੀਗੀਆਂ ਉਹ ਉਸ ਵੇਲੇ ਰੈਡੀ ਸੀਗੀਆਂ ਤੇ 10 ਕੁਵਾਰੀਆਂ ਸੀਗੀਆਂ, ਉਹਨਾਂ ਕੋਲੇ ਉਹਨਾਂ ਦੇ ਲੈਂਪ ਕਹਿ ਲੋ, ਦੀਵੇ ਕਹਿ ਲੋ, ਉਹ ਫੜੇ ਹੋਏ ਸੀ, ਤੇਲ ਨਾਲ ਭਰੇ ਹੋਏ ਸੀ ਕਿ ਜਦੋਂ ਵੀ ਪਿਤਾ ਜਿਹੜਾ ਪਰਮੇਸ਼ਵਰ ਉਹਨਾਂ ਦਾ ਸਵਾਮੀ ਜਦੋਂ ਵੀ ਆਉਂਦਾ ਆ, ਦੁਲਹਾ ਜਦੋਂ ਆਉਂਦਾ ਆ, ਉਹ ਉਹਦਾ ਹੀ ਤਿਆਰ ਨੇ ਤੇ ਉਹਦੇ ਨਾਲ ਜਾ ਸਕਦੀਆਂ ਨੇ। ਮੈਨ ਤੇ ਉਸ ਤੋਂ ਬਾਅਦ ਅੱਛਾ ਆਪਾਂ ਪੜ੍ਹਦੇ ਹੈਗੇ ਆ ਮੈਥਿਊ ਦੇ 25 ਦਾ 6 ਤੋਂ 10 ਪਹਿਲਾਂ। ਅੱਧੀ ਰਾਤ ਦੇ ਵੇਲੇ ਸ਼ੋਰ ਮਚ ਗਿਆ ਕਿ ਲਾੜਾ ਆ ਗਿਆ ਹੈ, ਉਸ ਦੇ ਸਵਾਗਤ ਲਈ ਬਾਹਰ ਆਵੋ। ਇਹ ਸੁਣ ਕੇ ਉਹ 10 ਕੁਆਰੀਆਂ ਉੱਠੀਆਂ ਅਤੇ ਆਪਣੇ ਦੀਵੇ ਤਿਆਰ ਕਰਨ ਲੱਗੀਆਂ। ਉਸ ਵੇਲੇ ਮੂਰਖਾਂ ਨੇ ਬੁੱਧੀਮਾਨਾਂ ਨੂੰ ਕਿਹਾ, ਸਾਨੂੰ ਆਪਣੇ ਤੇਲ ਵਿੱਚੋਂ ਤੇਲ ਦੇਵੋ, ਕਿਉਂਕਿ ਸਾਡੇ ਦੀਵੇ ਬੁਝ ਰਹੇ ਹਨ। ਪਰ ਬੁੱਧੀਮਾਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ, ਹੋ ਸਕਦਾ ਹੈ ਕਿ ਇਹ ਸਾਡੇ ਅਤੇ ਤੁਹਾਡੇ ਦੋਹਾਂ ਲਈ ਕਾਫੀ ਨਾ ਹੋਵੇ, ਇਸ ਲਈ ਚੰਗਾ ਇਹ ਹੈ ਕਿ ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਮੁੱਲ ਲੈ ਲਵੋ। ਪਰ ਜਦੋਂ ਅਜੇ ਉਹ 5 ਮੂਰਖਾਂ ਮੁੱਲ ਲੈਣ ਲਈ ਜਾ ਹੀ ਰਹੀਆਂ ਸੀ ਤਾਂ ਲਾੜਾ ਆ ਗਿਆ। ਇਸ ਲਈ ਜੋ ਤਿਆਰ ਸਨ ਲਾੜੇ ਦੇ ਨਾਲ ਵਿਆਹ ਭੋਜ ਦੇ ਅੰਦਰ ਚਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਹੋ ਗਿਆ। ਹਾਲੇਲੂਇਆ। ਦੇਖੋ ਇਹ ਵਚਨ ਆ, ਇਹ ਆਪਾਂ ਨੂੰ ਦੱਸਦਾ ਆ ਕਿ ਆਪਾਂ ਕਿੰਨੇ ਤਿਆਰ ਰਹਿਣੇ ਚਾਹੀਦੇ ਆ। ਉਹ ਸਾਰੀਆਂ ਦੱਸਦੀਆਂ 10 ਬੈਠੀਆਂ ਉਡੀਕਦੀਆਂ ਨੇ ਪਰਮੇਸ਼ਰ ਨੂੰ, ਆਪਣੇ ਸਵਾਮੀ ਨੂੰ, ਦੁਲਹੇ ਨੂੰ। ਅੱਖ ਲੱਗ ਗਈ ਉਹਨਾਂ ਦੀ ਤੇ ਇੱਕਦਮ ਰੌਲਾ ਪੈ ਗਿਆ, ਦੁਲਹਾ ਆ ਗਿਆ। ਆਪਣੀ ਅੱਖ ਨਾ ਲੱਗੇ, ਪਹਿਲੀ ਗੱਲ ਆ। ਮੈਂ ਤੇ ਦੂਸਰੀ ਗੱਲ ਆ ਕਿ ਜਿਹੜਾ ਤੇਲ ਜਦੋਂ ਉਹ ਦੀਵੇ ਬਲਦੇ ਗਏ ਤੇ ਦੀਵਿਆਂ ਦਾ ਤੇਲ ਮੁੱਕਣ ਵਾਲਾ ਹੋ ਗਿਆ, ਜਦੋਂ ਰੌਲਾ ਪੈ ਗਿਆ ਕਿ ਦੁਲਹਾ ਆ ਗਿਆ, ਤੇ ਜਦੋਂ ਉਹ ਉੱਠੀਆਂ ਸਾਰੀਆਂ ਜਿਹੜੀਆਂ 5 ਸੀਗੀਆਂ, ਉਹਨਾਂ ਨੇ ਆਪਣਾ ਐਕਸਟਰਾ ਤੇਲ ਰੱਖਿਆ ਹੋਇਆ ਸੀ। ਐਕਸਟਰਾ ਆਇਲ ਜਿਹੜਾ ਤੇਲ ਤਾਂ ਇੱਕ ਉਹ ਦੀਵੇ 'ਚ ਆ ਤੇ ਜਿਹੜਾ ਐਕਸਟਰਾ ਰੱਖਿਆ ਹੋਇਆ। ਤੇ ਜਿਹੜੀਆਂ ਦੂਜੀਆਂ 5 ਸੀਗੀਆਂ ਉਹ ਕਹਿੰਦੀਆਂ ਸਾਡਾ ਤਾਂ ਤੇਲ ਮੁੱਕਣ ਵਾਲਾ ਆ, ਵੀ ਦੁਲਹੇ ਆਊਗਾ ਤੇ ਤਾਂ ਹਨੇਰਾ ਹੋਊਗਾ, ਵੀ ਅਸੀਂ ਕਿੱਦਾਂ ਉਹਨੂੰ ਸਵੀਕਾਰ, ਉਹਨੂੰ ਕਿੱਦਾਂ ਐਕਸੈਪਟ, ਉਹਨੂੰ ਕਿੱਦਾਂ ਰਿਸੀਵ ਕਰਾਂਗੇ ਅਸੀਂ। ਤੇ ਉਹ ਕਹਿੰਦੀਆਂ ਵੀ ਤੁਸੀਂ ਸਾਨੂੰ ਆਪਣੇ ਤੇਲ 'ਚੋਂ ਅੱਧਾ ਤੇਲ ਦੇ ਦਿਓ। ਉਹ ਕੀ ਕਹਿੰਦੀਆਂ ਜਿਹੜੀਆਂ ਬੁੱਧੀਮਾਨ ਵਿਰਜਨਸ, ਉਹ ਕਹਿੰਦੀਆਂ ਨੇ ਨਹੀਂ, ਕਹਿੰਦੇ ਅਸੀਂ ਜੇ ਤੁਹਾਨੂੰ ਤੇਲ ਦੇਤਾ ਤਾਂ ਨਾ ਹੀ ਤੁਹਾਡੇ ਜੋਗਾ ਹੋਣਾ ਤੇ ਨਾ ਹੀ ਸਾਡੇ ਜੋਗਾ ਹੋਣਾ, ਤੇ ਕਿਉਂ ਨਹੀਂ ਤੁਸੀਂ ਜਾਓ ਫਟਾਫਟ ਦੁਕਾਨਦਾਰ ਤੋਂ ਜਾ ਕੇ ਹੋਰ ਤੇਲ ਲੈ ਆਓ। ਜਦੋਂ ਉਹ ਭੱਜ ਕੇ ਗਈਆਂ ਤੇਲ ਲੈਣ, ਜਦੋਂ ਨੂੰ ਮੁੜ ਕੇ ਆਈਆਂ ਉਦੋਂ ਨੂੰ ਦਰਵਾਜ਼ਾ ਬੰਦ ਹੋ ਗਿਆ। ਇੱਥੋਂ ਆਪਾਂ ਨੂੰ ਮਤਲਬ ਵੀ ਕਿੰਨਾ ਜ਼ਰੂਰੀ ਆ ਜਿਹੜਾ ਤੇਲ ਆ, ਇਹ ਪਰਮੇਸ਼ਵਰ ਦੀ ਹਜ਼ੂਰੀ ਆ। ਇਹ ਤੇਲ ਆ ਜਿਹੜਾ ਇਹ ਪਵਿੱਤਰ ਆਤਮਾ ਆ ਆਪਣੇ ਅੰਦਰ। ਕਿੱਦਾਂ ਆਪਾਂ ਆਪਣੇ ਆਪ ਨੂੰ ਭਰੀ ਰੱਖਣਾ ਆ, ਤੇਲ ਮੁੱਕਣ ਨਹੀਂ ਦੇਣਾ ਕਿ ਜਦੋਂ ਹੀ ਪਰਮੇਸ਼ਵਰ ਦਰਵਾਜ਼ੇ ਤੇ ਆਵੇ ਤਾਂ ਇਹ ਨਾ ਹੋਵੇ ਕਿ ਆਪਾਂ ਨੂੰ ਕਹਿਣਾ ਪਵੇ ਵੀ ਸਾਡਾ ਤੇਲ ਮੁੱਕ ਗਿਆ, ਅਸੀਂ ਤੇਰੇ ਯੋਗ ਨਹੀਂਗੇ, ਜਾਂ ਉਹ ਸਾਨੂੰ ਕਹਿ ਦੇਵੇ ਕਿ ਨਾ ਬਈ ਤੁਸੀਂ ਸਾਡੇ ਯੋਗ ਨਹੀਂਗੇ। ਤੇ 11ਵੀਂ ਵਰਸ ਤੇ ਪੜ੍ਹੀਏ ਅੱਗੇ, 11ਵੀਂ ਤੇ 12ਵੀਂ ਵਰਸ ਵੀ ਪੜ੍ਹਦੇ ਆ। ਮੈਥਿਊ 25 ਦੀ 11ਵੀਂ 12ਵੀਂ 'ਚ ਕੀ ਲਿਖਿਆ ਆ? ਪਿੱਛੋਂ ਬਾਕੀ ਦੀਆਂ ਕੁਆਰੀਆਂ ਵੀ ਆਈਆਂ ਅਤੇ ਕਹਿਣ ਲੱਗੀਆਂ, ਸ਼੍ਰੀਮਾਨ ਜੀ ਸਾਡੇ ਲਈ ਦਰਵਾਜ਼ਾ ਖੋਲੋ। ਪਰ ਅੰਦਰੋਂ ਲਾੜੇ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਹਾਂ। 11 ਤੇ 12 ਹਾਂਜੀ। ਅੰਦਰੋਂ ਲਾੜੇ ਨੇ ਉੱਤਰ ਦਿੱਤਾ, ਜਦੋਂ ਉਹ ਦੁਬਾਰਾ ਤੇਲ ਲੈ ਕੇ ਆਈਆਂ ਦਰਵਾਜ਼ਾ ਬੰਦ ਹੋ ਗਿਆ, ਦਰਵਾਜ਼ਾ ਖੜਕਾਇਆ ਉਹਨਾਂ ਨੇ। ਹੁਣ ਇਸ ਵੇਲੇ ਜੇ ਆਪਾਂ ਪਰਮੇਸ਼ਰ ਦੇ ਅੱਗੇ ਦਰਵਾਜ਼ਾ ਖੜਕਾਉਂਦੇ ਆ, ਕੀ ਕਹਿੰਦਾ ਆ ਵਚਨ? ਖੜਕਾਓ ਤੇ ਖੋਲਿਆ ਜਾਊਗਾ। ਉਸ ਵੇਲੇ
ਖੜਕਾਏ ਤੇ ਦਰਵਾਜ਼ਾ ਨਹੀਂ ਖੁੱਲਣਾ। ਹੁਣ ਟਾਈਮ ਹੈਗਾ ਆ ਕਿ ਆਪਾਂ ਦਰਵਾਜ਼ਾ ਖੜਕਾ ਸਕਦੇ ਆ, ਦਰਵਾਜ਼ਾ ਖੁੱਲੂਗਾ। ਹੁਣ ਟਾਈਮ ਆ, ਸਭ ਕੁਝ ਕਰਨ ਦਾ ਹੁਣ ਟਾਈਮ ਆ। ਪਰ ਉਸ ਵੇਲੇ ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਆ ਗਏ, ਜਦੋਂ ਦੁਲਹਾ ਆ ਗਿਆ, ਦਰਵਾਜ਼ਾ ਬੰਦ ਹੋ ਗਿਆ। ਜੇ ਆਪਾਂ ਦਰਵਾਜ਼ਾ ਖੜਕਾਵਾਂਗੇ ਤਾਂ ਦੁਲਹਾ ਕੀ ਕਹਿੰਦਾ ਆ ਟਰੂਲੀ ਆਈ ਟੈਲ ਯੂ ਆਈ ਡੋਂਟ ਨੋ ਯੂ। ਮੈਂ ਦੱਸਦਾ ਆ ਤੁਹਾਨੂੰ ਕਿ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ, ਹੈ ਨਾ। ਆਪਾਂ ਇੰਨੀ ਮਿਹਨਤ ਕਰ ਰਹੇ ਆ ਇਸ ਵੇਲੇ, ਪਰ ਪਰਮੇਸ਼ਵਰ ਕਹਿੰਦਾ ਆ ਉਹ ਬਰਕਤ ਪਾਉਣਗੇ ਜਿਹੜੇ ਅਖੀਰ ਤੱਕ ਖੜੇ ਰਹਿਣਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਸਾਡੀ ਮਦਦ ਕਰੇ ਅਖੀਰ ਤੱਕ ਖੜੇ ਰਹਿਣ ਦੀ। ਆ ਜਿਹੜਾ ਸਾਰੇ ਆਹ ਸਾਲ ਮਹੀਨੇ ਜਿਹੜੇ ਆਪਾਂ ਲਾਏ ਨੇ, ਕੀਤਾ ਕਰਾਇਆ ਆਪਣਾ, ਕਿਤੇ ਐਵੇਂ ਨਾ ਹੋ ਜਵੇ। ਅਖੀਰ ਤੱਕ ਖੜੇ ਰਹਿਣਾ ਆ ਤੇ ਤਕੜੇ ਤੋਂ ਤਕੜੇ ਹੋਣਾ ਆ, ਕਮਜ਼ੋਰ ਨਹੀਂ ਪੈਣਾ। ਆਮੇਨ, ਹਾਲੇਲੂਇਆ। ਕੀ ਆਪਣੇ ਦੀਵੇ ਤੇਲ ਨਾਲ ਭਰੇ ਹੋਏ ਨੇ? ਕੀ ਆਪਾਂ ਦੁਲਹੇ ਦੀ ਨੂੰ ਰਿਸੀਵ ਕਰਨ ਦੇ ਲਈ ਤਿਆਰ ਆ? ਕਿ ਆਪਾਂ ਦਵਾ ਦਵ ਆਪਣੀ ਬਕਟ ਲਿਸਟ ਫੁੱਲ ਕਰ ਰਹੇ ਆ, ਜਿਹੜੀ ਹਜੇ ਸ਼ਾਇਦ ਲਿਖੀ ਨਹੀਂ ਗਈ ਪਰ ਦਿਮਾਗ 'ਚ ਤਾਂ ਹੈਗੀ ਆ। ਜਦੋਂ ਹੁਣ ਆਪਾਂ ਲਿਖਾਂਗੇ, ਆਪਾਂ ਦਵਾ ਦਵ ਉਹਨੂੰ ਫੁੱਲਫਿਲ ਕਰਨਾ ਹੈ, ਉਹਦੀ ਇੱਕ ਇੱਕ ਚੀਜ਼ ਨੂੰ ਪੂਰਾ ਕਰਨਾ ਹੈ। ਕਿ ਆਪਣੀਆਂ ਸੋਚਾਂ ਪ੍ਰਭੂ ਦੇ ਵਿੱਚ ਦਿਨ ਰਾਤ ਲੱਗੀਆਂ ਹੋਈਆਂ ਨੇ। ਭਾਵੇਂ ਆਪਾਂ ਖਾਣਾ ਬਣਾ ਰਹੇ ਆ, ਭਾਵੇਂ ਆਪਾਂ ਜੌਬ ਤੇ ਆ, ਭਾਵੇਂ ਆਪਾਂ ਕਿਤੇ ਹੋਰ ਆ, ਭਾਵੇਂ ਕੰਮ ਤੇ ਆ ਜਾਂ ਕੁਝ ਵੀ ਕਰ ਰਹੇ ਆ, ਬਿਜ਼ਨਸ ਡੀਲ ਕਰ ਰਹੇ, ਜੋ ਵੀ ਕਰ ਰਹੇ ਆ, ਸੋਚਾਂ ਆਪਣੀਆਂ ਹਰ ਵੇਲੇ ਪਰਮੇਸ਼ਵਰ ਦੇ ਨਾਲ ਲੱਗੀਆਂ ਹੋਣ। ਆਪਣੀਆਂ ਸੋਚਾਂ ਹਰ ਵੇਲੇ ਪਰਮੇਸ਼ਵਰ ਦੇ ਵਿੱਚ ਲੱਗੀਆਂ ਹੋਣ। ਦੂਜੇ ਲੋਕ ਦੇਖਦੇ ਨੇ ਆਪਾਂ ਨੂੰ, ਜੇ ਆਪਾਂ ਕੁਝ ਗਲਤ ਬੋਲਦੇ ਆ, ਦੂਜੇ ਲੋਕ ਦੇਖਦੇ ਨੇ ਵੀ ਆਹ ਬੰਦਾ ਦੇਖੋ ਪਰਮੇਸ਼ਵਰ ਚ ਆ, ਪਰ ਕੀ ਬੋਲਦਾ ਆ, ਹੈ ਨਾ। ਮਤਲਬ ਆਪਣੀ ਟੈਸਟਮਨੀ ਬਣਾ ਕੇ ਰੱਖਣੀ ਆ। ਉਹ ਕੀ ਆ? ਉਹਦਾ ਮਤਲਬ ਆ ਕੁੱਪੀ ਦੇ ਵਿੱਚ ਤੇਲ ਵੱਧ ਰਿਹਾ ਹੈ। ਜਦੋਂ ਆਪਣੀ ਟੈਸਟਮਨੀ ਲੋਕ ਦੇਖਦੇ ਨੇ, ਆਪਣਾ ਤੇਲ ਵੱਧ ਰਿਹਾ ਆ, ਆਪਣੀ ਅਨੋਇੰਟਿੰਗ ਵੱਧ ਰਹੀ ਆ, ਪਰਮੇਸ਼ਵਰ ਦੀ ਹਜ਼ੂਰੀ ਆਪਣੇ ਚ ਵੱਧ ਰਹੀ ਆ। ਆਮੇਨ, ਹਾਲੇਲੂਇਆ। ਆਪਾਂ ਹੋਰ ਨੇੜੇ ਜਾ ਰਹੇ ਆ ਉਸ ਦੁਲਹੇ ਦੇ ਦਿਨ ਪਰ ਦਿਨ। ਆਮੇਨ, ਹਾਲੇਲੂਇਆ, ਹਾਲੇਲੂਇਆ। ਇਹ ਜ਼ਰੂਰੀ ਆ ਕਿ ਆਪਣੇ ਫੈਮਲੀਜ਼ ਲਈ, ਰਿਸ਼ਤੇਦਾਰਾਂ ਲਈ, ਪਰਿਵਾਰ ਵਾਲਿਆਂ ਲਈ ਦੁਆ ਕਰਦੇ ਰਹੀਏ ਕਿ ਪਰਮੇਸ਼ਵਰ ਆਪਣੀ ਦੁਆ ਨੂੰ ਸੁਣੂਗਾ। ਕਿਉਂਕਿ ਇਸ ਵੇਲੇ ਆਪਾਂ ਦਰਵਾਜ਼ਾ ਖੜਕਾ ਸਕਦੇ ਆ ਤੇ ਆਪਾਂ ਦਰਵਾਜ਼ਾ ਖੜਕਾਉਂਦੇ ਰਹੀਏ। ਉਦੋਂ ਤੱਕ ਦਰਵਾਜ਼ਾ ਖੜਕਾਈਏ ਜਦ ਤੱਕ ਖੁੱਲ ਨਹੀਂ ਜਾਂਦਾ। ਆਮੇਨ, ਹਾਲੇਲੂਇਆ। ਤੇ ਦਰਵਾਜ਼ਾ ਖੁੱਲੂਗਾ ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਆ। ਆਮੇਨ, ਹਾਲੇਲੂਇਆ। ਪੂਰੇ ਦਿਲ ਦੇ ਨਾਲ ਖੜਕਾਈਏ, ਥੱਕੀਏ ਨਾ। ਆਮੇਨ, ਹਾਲੇਲੂਇਆ। ਧੰਨਵਾਦ ਕਰਦੇ ਆ ਪਰਮੇਸ਼ਵਰ ਦਾ। ਹਾਲੇਲੂਇਆ। ਤੇ ਧਿਆਨ ਰੱਖੀਏ ਕਿ ਜਿਹੜੀ ਆਪਣੀ ਬਕਟ ਲਿਸਟ ਆ ਉਹ ਪਰਮੇਸ਼ਵਰ ਦੇ ਵਚਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ। ਆਮੇਨ। ਆਏ ਨਹੀਂ ਵੀ ਤੁਸੀਂ ਹੁਣ ਕਹੋ ਵੀ ਸਿਸਟਰ ਜੀ ਨੇ ਕਿਹਾ ਆ ਵੀ ਬਕਟ ਲਿਸਟ ਤਿਆਰ ਕਰੋ ਤੇ ਤੁਸੀਂ ਮਾਰੋ ਕੂਣੀ ਆਪਣੇ ਹਸਬੈਂਡ ਨੂੰ ਕਹੋ ਵੀ ਜੀ ਸੋਨੇ ਦਾ ਕੀ ਭਾਅ ਆ, ਮੈਂ ਬਕਟ ਲਿਸਟ 'ਚ ਲਿਖਣਾ ਆ, ਮੈਨੂੰ ਨੈਕਲੇਸ ਦਾ ਇੱਕ ਸੈੱਟ ਚਾਹੀਦਾ ਆ। ਹੈ ਏਦਾਂ ਦੀ ਬਕਟ ਲਿਸਟ ਨਹੀਂ ਆਪਾਂ ਨੂੰ ਚਾਹੀਦੀ, ਹੈ ਨਾ। ਇਹ ਮੈਂ ਬ੍ਰਦਰਸ ਦੇ ਫੇਵਰ ਤੇ ਬੋਲਿਆ ਆ ਵੀ ਐਵੇਂ ਨਾ ਫਿਰ ਘਰੇ ਜਾ ਕੇ ਕੁੜੀਆਂ ਕਹਿਣ ਵੀ ਸਿਸਟਰ ਜੀ ਨੇ ਕਿਹਾ ਆ ਬਕਟ ਲਿਸਟ ਬਣਾਓ। ਸੋ ਆਪਣੀ ਬਕਟ ਲਿਸਟ ਆ ਜਿਹੜੀ ਉਹ ਪਰਮੇਸ਼ਵਰ ਦੇ ਵਚਨ ਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਆ। ਆਪਣਾ ਏਮ ਆ ਜਿਹੜਾ ਉਹ ਰੂਹਾਨੀ ਏਮ ਆ। ਆਮੇਨ। ਆਪਣਾ ਏਮ ਇਹ ਆ ਕਿ ਆਪਾਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਆ। ਇਹ ਆਪਣਾ ਆਹ ਸੋਚ ਕੇ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਆ, ਸਭ ਕੁਝ ਕਰਨਾ ਆ, ਜੋ ਵੀ ਕੁਝ ਕਰਨਾ ਆ। ਪਰਮੇਸ਼ਵਰ ਦਾ ਵਚਨ ਕਹਿੰਦਾ ਆ ਸੀਕ ਫਰਸਟ ਦ ਕਿੰਗਡਮ ਆਫ ਗॉड ਐਵਰੀਥਿੰਗ ਐਲਸ ਵਿਲ ਬੀ ਐਡਡ, ਹੈ ਨਾ। ਪਹਿਲਾਂ ਆਪਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੀਏ, ਬਾਕੀ ਸਾਰਾ ਕੁਝ ਨਾਲ ਆਪੇ ਮਿਲੂਗਾ। ਆਮੇਨ। ਭਰੋਸਾ ਕਰੀਏ ਵਚਨ ਦੇ ਵਿੱਚ, ਜਿਉਂਦਾ ਜਾਗਦਾ ਲਿਵਿੰਗ ਵਰਡ ਆਫ ਗॉड ਆ ਇਹ, ਤੇ ਇਹਦੇ 'ਚ ਲਿਖਿਆ ਆ ਕਿ ਆਪਾਂ ਪਹਿਲਾਂ ਪਰਮੇਸ਼ਵਰ ਦੀ ਰਾਜ ਦੀ ਖੋਜ ਕਰੀਏ, ਬਾਕੀ ਸਾਰਾ ਕੁਝ ਪਰਮੇਸ਼ਵਰ ਆਪੇ ਦਊਗਾ। ਆਮੇਨ, ਹਾਲੇਲੂਇਆ। ਥੈਂਕ ਯੂ ਜੀਸਸ। ਜਿੱਦਾਂ ਆਪਾਂ ਪਹਿਲਾਂ ਦੇਖਿਆ ਉਹ ਗੀਤਕਾਰ ਜਿਹੜਾ ਸੀਗਾ, ਉਹ ਗੀਤ ਦੇ ਵਿੱਚ ਜੋ ਵੀ ਕੁਝ ਕਹਿੰਦਾ ਆ, ਤੇ ਉਹ ਗੀਤ ਦੇ ਵਿੱਚ ਉਹਨੇ ਸ਼ੁਰੂ 'ਚ ਕਿਹਾ ਕਿ ਕੀ ਪਤਾ ਕੱਲ ਆਵੇ ਨਾ ਆਵੇ, ਹੈ ਨਾ। ਵੀ ਛੇਤੀ ਕਰ ਲਓ, ਅੱਜ ਕਰ ਲਓ, ਕਿਉਂਕਿ ਪਤਾ ਨਹੀਂ ਕੱਲ ਆਵੇ ਨਾ ਆਵੇ। ਪਰ ਭੈਣੋ ਤੇ ਭਰਾਵੋ, ਖੁਸ਼ਖਬਰੀ ਇਹ ਹੈਗੀ ਆ ਕਿ ਅਸੀਂ ਜਿਹੜੇ ਪ੍ਰਭੂ ਯਿਸੂ ਜੀ ਨੂੰ ਮੰਨਦੇ ਆ, ਅਸੀਂ ਜਿਨ੍ਹਾਂ ਨੇ ਆਪਣਾ ਦਿਲ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਦਿੱਤਾ ਹੈ, ਅਸੀਂ ਜਿਹੜੇ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਪਿਆਰ ਕਰਦੇ ਆ, ਸਾਡੇ ਲਈ ਨਹੀਂਗਾ ਉਹ ਕਿਉਂਕਿ ਸਾਡਾ ਕੱਲ ਆਊਗਾ। ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਜੌਨ ਦੀ 11 ਦੀ 25 ਤੇ 26 ਦੇ ਵਿੱਚ, ਇਹ ਮੈਂ ਹੀ ਪੜ੍ਹ ਦਿੰਨੀ ਆ, ਜੌਨ ਦੇ 11 ਤੇ 25 ਤੇ 26 ਦੇ ਵਿੱਚ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿਆਮਤ ਤੇ ਜੀਵਨ ਮੈਂ ਹਾਂ,
ਜੋ ਮੇਰੇ ਉੱਤੇ ਨੇਚਾ ਕਰਦਾ ਹੈ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ। ਆਮੇਨ, ਹਾਲੇਲੂਇਆ। ਤੇ ਹਰ ਕੋਈ ਜਿਹੜਾ ਜਿਉਂਦਾ ਹੈ ਅਤੇ ਮੇਰੇ ਉੱਤੇ ਨੇਚਾ ਕਰਦਾ ਹੈ ਕਦੇ ਨਹੀਂ ਮਰੇਗਾ। ਆਮੇਨ, ਹਾਲੇਲੂਇਆ। ਸਾਡਾ ਲਾਸਟ ਡੇ ਵੀ ਜਿਹੜਾ ਹੈਗਾ ਆ ਉਹ ਦੁਨੀਆ ਨਾਲੋਂ ਵੱਖਰਾ ਆ। ਆਮੇਨ, ਹਾਲੇਲੂਇਆ। ਹਾਂ, ਆਪਾਂ ਆ ਨਹੀਂ ਹੁਣ ਕਹਿਣਾ ਕਿ ऐदा नहीं आप जीना कि आप कहिए कि वो जे मैं मर जूंगा, जिदा करो भी आ कह के नहीं जीना भी मैं मर जूंगा, क्योंकि आप नहीं मरना, आप कदे नहीं मरना। बचन कहता हमेशा हमेशा दे लई आप राज करांगे ओदे नाल। आमीन, हालेलुया। आप आ कह के जीना आ कि प्रभु यीशु आ रहे ने, आप तां छेती छेती सारा कुछ पूरा करना है क्योंकि वो आ रहे ने। आमीन, हालेलुया। सो इस चीज़ का नहीं आपां नूं फिकर, ਜਦੋਂ ਆਪਾਂ ਇੱਕ ਵਾਰੀ ਪਰਮੇਸ਼ਵਰ ਚ ਆ ਜਾਂਦੇ, ਜਦੋਂ ਆਪਾਂ ਪਰਮੇਸ਼ਵਰ ਚ ਨਹੀਂ ਸੀਗੇ, ਮੌਤ ਦਾ ਕਿੰਨਾ ਡਰ ਸੀ। ਨਹੀਂ, ਮੌਤ ਦਾ ਕਿੰਨਾ ਡਰ ਸੀ। ਆਏ ਮਤਲਬ ਵੀ ਹਾਏ ਕੁਛ ਹੋ ਨਾ ਜਾਵੇ, ਹਾਏ ਮੈਂ ਮਰ ਨਾ ਜਾਵਾਂ, ਵੀ ਆ ਨਾ, ਮੌਤ ਦਾ ਕਿੰਨਾ ਡਰ ਸੀ। ਜਦੋਂ ਆਪਾਂ ਆਏ, ਜਦੋਂ ਆਪਾਂ ਨੂੰ ਸਮਝ ਲੱਗੀ ਪਰਮੇਸ਼ਵਰ ਦੀ, ਪਰਮੇਸ਼ਵਰ ਦੇ ਵਚਨ ਦੀ, ਉਹਦੇ ਪਿਆਰ ਦੀ, ਮੌਤ ਦਾ ਡਰ ਚਲਿਆ ਗਿਆ, ਕਿਉਂਕਿ ਉਹਨੇ ਤਾਂ ਮੌਤ ਤੇ ਫਤਿਹ ਪਾ ਲਈ ਆ। ਆਮੀਨ, ਹਾਲੇਲੂਇਆ। ਆਪਣੇ ਚੋਂ ਮੌਤ ਦਾ ਡਰ ਚਲਿਆ ਗਿਆ, ਆਪਾਂ ਨਹੀਂ ਡਰਦੇ। वचन कहता यार जे आप इत्थों मर जाएंगे, जे इत्थे खत्म हो जावांगे जिद्दां कह लो, ते आपां सगों वधिया जिंदगी जीवांगे, है ना। आमीन, हालेलुया, प्रेज द लॉर्ड। यह बड़ी वड्डी बरकत आ कि विश्वासियां दे विच हुण मौत दा डर नहींगा। आमीन, हालेलुया। धन्नवाद करदे आ परमेश्वर दा। इंग्लिश दे विच भी पढ़दे ने, लिखिया जीसस सेड आई एम द रेजरेक्शन एंड द लाइफ, द वन हु बिलीव्स इन मी विल लिव even though they die, and whoever lives by believing in me will never die. Amen, hallelujah। ਧੰਨਵਾਦ ਪਿਤਾ ਪਰਮੇਸ਼ਵਰ। ਪਾਸਟਰ ਜੀ ਨੇ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਸੀਗੇ ਉਦੋਂ ਪ੍ਰੀਚਾਂ ਦੇ ਵਿੱਚ ਆਪਾਂ ਨੂੰ ਰਿਮਾਈਂਡ ਕਰਾਇਆ, ਨਹੀਂ ਕਹਾਂਗੇ ਵੀ ਦੱਸਿਆ ਕਿਉਂਕਿ ਆਪਾਂ ਨੂੰ ਪਤਾ ਸੀ ਇਸ ਗੱਲ ਦਾ, ਪਰ ਉਹਨਾਂ ਨੇ ਆਪਾਂ ਨੂੰ ਰਿਮਾਈਂਡ ਕਰਾਇਆ ਇਸ ਚੀਜ਼ ਲਈ ਕਿ ਹਰ ਵਿਸ਼ਵਾਸੀ ਦੇ ਉੱਤੇ ਬੁਲਾਵਾ ਹੈ। ਹਰ ਵਿਸ਼ਵਾਸੀ ਦੇ ਉੱਤੇ ਬੁਲਾਵਾ ਹੈ। ਜੇ ਤੁਸੀਂ ਨਵੇਂ ਹੋ, मैं थोनू दसा थोड़े ते बुलावा है। आमीन, जे कोई नवा आ जां कोई बहुत सालां दा आ, बुलावा है। आमीन, हालेलुया। ਇਹ ਆਪਾਂ ਨਹੀਂ ਕਹਿ ਸਕਦੇ ਪਾਸਟਰ ਜੀ ਨੇ ਸਾਨੂੰ ਦੱਸਿਆ, ਕਿਉਂਕਿ ਵਚਨ ਦੱਸਦਾ ਆ। ਪਾਸਟਰ ਜੀ ਆਪਾਂ ਨੂੰ ਰਿਮਾਈਂਡ ਕਰਾਉਂਦੇ ਨੇ ਹਰੇਕ ਵਾਰੀ ਕਿ ਤਕੜੇ ਹੋ ਜਾਓ, ਬੁਲਾਵਾ ਫੜੋ, ਲੱਭੋ, ਖੋਜੋ ਕੀ ਬੁਲਾਵਾ ਹੈਗਾ, ਤੇ ਪਰਮੇਸ਼ਰ ਚਾਹੁੰਦਾ ਆ ਕਿ ਆਪਾਂ ਕੰਮ ਕਰੀਏ। ਹਾਲੇਲੂਇਆ। ਆਪਣੀਆਂ ਅੱਖਾਂ ਤੇ ਕੰਨ ਨੇ ਜਿਹੜੇ ਉਹ ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਦੇ ਵਚਨ ਦੇ ਲਈ, ਉਹਦੀ ਆਵਾਜ਼ ਦੇ ਲਈ ਹਰ ਵਕਤ ਖੁੱਲੇ ਰੱਖੀਏ, ਦੀਵੇ ਬਲਦੇ ਰੱਖੀਏ, ਹਮੇਸ਼ਾ ਪਵਿੱਤਰ ਆਤਮਾ ਦੇ ਵਿੱਚ ਲੱਗੇ ਰਹੀਏ। ਹਾਲੇਲੂਇਆ। ਪਰਮੇਸ਼ਵਰ ਕਹਿੰਦਾ ਆ ਧੀਏ ਪੁੱਤ ਮੈਨੂੰ ਇਸ ਕੰਮ ਦੇ ਵਿੱਚ ਲੋੜ ਆ। ਹੈ ਆਪਣਾ ਆਨਸਰ ਕੀ ਹੋਣਾ ਚਾਹੀਦਾ ਆ? ਮੈਂ ਰੈਡੀ ਆ ਜੀ, ਆਈ ਐਮ ਰੈਡੀ, ਆਈ ਐਮ ਰੈਡੀ, है ना। परमेश्वर ਆਪਾਂ ਨੂੰ ਕੋਲ ਆਪਣਾ ਨਾਂ ਲੈ ਕੇ ਕਹਿੰਦਾ ਆ ਕਿ ਫਲਾਣੇ ਆ ਮੈਨੂੰ ਤੇਰੀ ਲੋੜ ਆ ਇਸ ਕੰਮ ਦੇ ਵਿੱਚ, ਤੁਸੀਂ ਕਹਿਣਾ ਆਈ ਐਮ ਰੈਡੀ। ਚਰਚ ਦੇ ਵਿੱਚ ਪਾਸਟਰ ਜੀ ਜਾਂ ਚਰਚ ਜਿਹਦੀ ਚਰਚ ਜਦੋਂ ਚੱਲਦੀ ਹੈਗੀ ਆ, ਬਹੁਤ ਹੀ ਚੀਜ਼ਾਂ 'ਚ ਜ਼ਰੂਰਤ ਹੁੰਦੀ ਆ। ਲੀਡਰਸ ਕਹਿੰਦੇ ਨੇ, ਪਾਸਟਰ ਕਹਿੰਦੇ ਨੇ ਵੀ ਆਪਾਂ ਨੂੰ ਵੀ ਸਾਨੂੰ ਇਸ ਫਲਾਨੀ ਚੀਜ਼ ਦੇ ਵਿੱਚ ਕਿਸੇ ਦੀ ਜ਼ਰੂਰਤ ਹੈਗੀ ਆ। ਆਈ ਐਮ ਰੈਡੀ ਜੀ, ਮੈਂ ਰੈਡੀ ਆ। ਕੀ ਹੋਊਗਾ? ਆਇਲ ਦਾ ਲੈਵਲ ਉੱਤੇ ਹੋਊਗਾ। ਸਿਰਫ ਤੁਹਾਡੇ ਇਸ ਕਹਿਣ ਦੇ ਨਾਲ ਆਇਲ ਦਾ ਲੈਵਲ ਉੱਤੇ ਹੋਊਗਾ, ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਆਪਾਂ ਕਹਿੰਦੇ ਆ ਕਿਚਨ ਦੇ ਵਿੱਚ ਲੋੜ ਆ, ਅਸ਼ਰਿੰਗ ਦੇ ਵਿੱਚ ਲੋੜ ਆ, ਵਰਸ਼ਿਪ ਦੇ ਵਿੱਚ ਲੋੜ ਆ, ਬੱਚਿਆਂ ਦੇ ਵਿੱਚ ਲੋੜ ਆ, ਸੰਡੇ ਸਕੂਲ ਦੇ ਵਿੱਚ ਜ਼ਰੂਰਤ ਆ, ਆਹ ਸਾਰਾ ਕੁਛ ਆ। ਜਦੋਂ ਆਪਾਂ ਤਿਆਰ ਰਹਿੰਦੇ ਆ, ਆਪਾਂ ਕਹਿੰਦੇ ਆ ਆਈ ਐਮ ਰੈਡੀ ਲੋਡ, ਆਪਾਂ ਇਹ ਧਿਆਨ ਰੱਖੀਏ ਆਪਣੇ ਰਿਵਾਰਡ ਨੇ ਜਿਹੜੇ ਇਹ ਪਰਮੇਸ਼ਵਰ ਤੋਂ ਮਿਲਨੇ ਨੇ। ਲੋਕਾਂ ਤੇ ਨਾ ਅੱਖਾਂ ਲਾਈਏ, ਲੋਕਾਂ ਤੋਂ ਨਹੀਂ ਆਪਾਂ ਨੂੰ ਮਿਲਨੇ ਰਿਵਾਰਡ, ਹੈ ਨਾ। ਇਹ ਤਗਮੇ ਨੇ ਜਿਹੜੇ ਪਾਸਟਰ ਜੀ ਬਹੁਤ ਵਾਰੀ ਤਗਮਿਆਂ ਤੇ ਕਰਦੇ ਹੁੰਦੇ ਨੇ ਨਾ ਪ੍ਰੀਚ, ਹੈ ਨਾ। ਉਹ ਤਾਂ ਉਹਨਾਂ ਦੀ ਪ੍ਰੀਚ ਤਾਂ ਫਿਰ ਵੱਖਰੀ ਹੋਈ ਹੁੰਦੀ ਆ। ਉਹ ਤਾਂ ਕਹਿੰਦੇ ਇਹ ਨਾ ਹੋਵੇ ਵੀ ਉੱਪਰ ਜਾ ਕੇ ਵੀ ਜਾਓ ਵੀ ਬੜਾ ਮੈਂ ਕੰਮ ਛੇਰ ਮਾਰ ਕੇ ਆਇਆ ਆ, ਤੇ ਜਾ ਕੇ ਉੱਥੇ ਜਦੋਂ ਪਹੁੰਚੇ ਤੇ ਇੱਕ ਤਾਰ ਜੀ ਕਹਿੰਦੇ ਪਤਲੀ ਜੀ ਸਿਰ ਤੇ ਟਿਕਾ ਦੇਣ ਵੀ ਲੈ ਤੂੰ ਤਾਂ ਇੰਨਾ ਹੀ ਕੰਮ ਕੀਤਾ ਸੀਗਾ, ਤੇਰੇ ਚੁੱਕਾ ਤਾਂ ਆਹੀ ਆ, ਹੈ ਨਾ। ਸੋ ਵੱਧ ਕੇ ਕਰੀਏ, ਕਿਉਂ ਨਹੀਂ। ਆਪਾਂ ਇੱਥੇ ਦੁਨੀਆ ਨੂੰ ਦਿਖਾਉਣ ਨੂੰ ਨਹੀਂ ਕਰ ਰਹੇ, ਆਪਾਂ ਆਪਣੇ ਰਿਵਾਰਡ ਉੱਥੋਂ ਪਾਵਾਂਗੇ, ਪਰਮੇਸ਼ਵਰ ਤੋਂ ਪਾਵਾਂਗੇ। ਵੱਡੇ ਵੱਡੇ ਤਗਮੇ ਲੰਘਣ ਸਗੋਂ, ਕਿਉਂ ਨਹੀਂ, ਹੈ ਨਾ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਪਰਮੇਸ਼ਵਰ ਕੇਪੇਬਲ ਲੋਕਾਂ ਨੂੰ ਨਹੀਂ ਲੱਭ ਰਿਹਾ, ਹੈ ਨਾ। ਕੇਪੇਬਲ ਹੋ ਗਏ
ਕੇਪੇਬਲ ਲੋਕ ਕੇਪੇਬਲ ਹੋ ਗਿਆ ਜਿਹੜੇ ਲੋਕ ਕਰ ਸਕਦੇ ਨੇ, ਜਿੱਦਾਂ ਕਹਿ ਲਓ ਹੈ ਨਾ। ਪਰਮੇਸ਼ਵਰ ਉਹ ਲੋਕਾਂ ਨੂੰ ਲੱਭ ਰਿਹਾ ਵੀ ਜਿਹੜੇ ਵੀ ਕਰ ਸਕਦੇ ਨੇ ਤੇ ਕੇਪੇਬਲ ਲੋਕ ਨੇ ਉਹਨਾਂ ਨੂੰ ਨਹੀਂ ਲੱਭ ਰਿਹਾ। ਪਰਮੇਸ਼ਵਰ ਅਵੇਲੇਬਲ ਲੋਕਾਂ ਨੂੰ ਲੱਭ ਰਿਹਾ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਵਿਲਿੰਗ ਲੋਕਾਂ ਨੂੰ ਲੱਭ ਰਿਹਾ, ਅਵੇਲੇਬਲ ਲੋਕਾਂ ਨੂੰ ਲੱਭ ਰਿਹਾ, ਕੇਪੇਬਲ ਲੋਕਾਂ ਨੂੰ ਨਹੀਂ ਲੱਭ ਰਿਹਾ ਹੈ, ਡਿਗਰੀਆਂ ਵਾਲਿਆਂ ਨੂੰ ਨਹੀਂ ਉਹ ਲੱਭ ਰਿਹਾ, ਉਹ ਵਿਲਿੰਗ ਅਵੇਲੇਬਲ ਲੋਕਾਂ ਨੂੰ ਲੱਭ ਰਿਹਾ ਆ। ਜਦੋਂ ਤੁਸੀਂ ਪਰਮੇਸ਼ਵਰ ਦੇ ਅੱਗੇ ਆ ਗਏ ਇੱਕ ਵਾਰੀ, ਪਰਮੇਸ਼ਵਰ ਹੀਅਰ ਆਈ ਐਮ, ਯੂਜ਼ ਮੀ ਫॉर योर ਗਲੋਰੀ, ਆ ਸੀਗਾ ਮੈਂ ਤੋਂ ਕੁਛ ਕਰਾ ਲਾ, ਯੂਜ਼ ਮੀ ਫॉर योर ਗਲੋਰੀ। ਉਦੋਂ ਪਰਮੇਸ਼ਵਰ ਤੁਹਾਨੂੰ ਕੇਪੇਬਲ ਬਣਾਊਗਾ ਆਪਣੇ ਕੰਮ ਦੇ ਲਈ। ਹਾਲੇਲੂਇਆ ਆਮੇਨ ਆਮੇਨ। ਉਸ ਵੇਲੇ ਪਰਮੇਸ਼ਵਰ ਤੁਹਾਨੂੰ ਉਸ ਥਾਂ ਤੇ ਕੇਪੇਬਲ ਬਣਾਊਗਾ ਜਿਸ ਥਾਂ ਤੇ ਉਹਨੇ ਤੁਹਾਨੂੰ ਬੁਲਾਇਆ ਆ, ਜਿੱਥੇ ਤੁਹਾਡੀ ਕਾਲਿੰਗ ਆ, ਜਿੱਥੇ ਤੁਹਾਡਾ ਬੁਲਾਵਾ ਆ, ਹੈ ਨਾ। ਹਰ ਬੰਦੇ ਤੇ ਹਰ ਵਿਸ਼ਵਾਸੀ ਤੇ ਬੁਲਾਵਾ ਹੈ, ਤਾਂ ਕਰਕੇ ਇਹ ਜ਼ਰੂਰੀ ਆ ਕਿ ਆਪਾਂ ਲੱਭਦੇ ਰਹੀਏ, ਦੁਆ ਕਰਦੇ ਰਹੀਏ, ਦੁਆ ਕਰਦੇ ਰਹੀਏ। ਹਰ ਚੀਜ਼ ਦੇ ਵਿੱਚ ਜਿੱਥੇ ਕਹਿੰਦੇ ਨੇ ਲੋੜ ਆ, ਮਦਦ ਦੀ ਲੋੜ ਆ, ਆਪਾਂ ਕਰੀਏ, ਕਿਉਂਕਿ ਉਹ ਉਦਾਂ ਦਿਸਦਾ ਆ ਪਰਮੇਸ਼ਵਰ ਨੂੰ ਕਿ ਆਹ ਬੰਦਾ ਕਿੰਨਾ ਅਵੇਲੇਬਲ ਆ, ਕਿੰਨਾ ਇਹ ਵਿਲਿੰਗ ਆ। ਸਿਰਫ ਚਰਚ ਆ ਜਾਣਾ, ਚਲੇ ਜਾਣਾ, ਦੈਟਸ ਨਾਟ ਇਨਫ। ਆਪਾਂ ਕੰਮ ਕਰਨਾ ਆ ਪਰਮੇਸ਼ਵਰ ਦੇ ਲਈ। ਆਮੇਨ ਹਾਲੇਲੂਇਆ। ਇਹ ਸਭ ਕੁਝ ਦੇ ਨਾਲ ਕੀ ਹੋਊਗਾ, ਆਪਣਾ ਜਿਹੜਾ ਤੇਲ ਦਾ ਲੈਵਲ ਆ ਉਹ ਹਾਈ ਹੋਊਗਾ। ਜਦੋਂ ਤੇਲ ਦਾ ਲੈਵਲ ਹਾਈ ਹੋਊਗਾ ਤਾਂ ਕੀ ਹੋਊਗਾ, ਆਪਾਂ ਅਨੋਇੰਟਿੰਗ 'ਚ ਵਧਾਂਗੇ। ਆਮੇਨ। ਪਰਮੇਸ਼ਵਰ ਕੋਈ ਪੱਖਪਾਤ ਨਹੀਂ ਕਰਦਾ। ਵੱਡੇ ਵੱਡੇ ਜਿਹੜੇ ਇਵੈਂਜਲਿਸਟ ਨੇ, ਵੱਡੇ ਵੱਡੇ, ਉਹਨਾਂ ਨੇ ਵੀ ਇੱਥੋਂ ਹੀ ਸ਼ੁਰੂਆਤ ਕੀਤੀ ਸੀਗੀ। ਇੱਕ ਦਿਨ ਕਿਸੇ ਚਰਚ 'ਚ ਗਏ ਸੀਗੇ, ਕਿਸੇ ਨੇ ਦੋਸਤ ਮਿੱਤਰ ਕੋਈ ਲੈ ਕੇ ਗਿਆ, ਵਚਨ ਦੱਸਿਆ, ਬੈਠਾ ਸੀ ਬੰਦਾ, ਸੁਣ ਲਿਆ ਵੀ ਵਾਓ, ਹੈ ਨਾ, ਵੀ ਵਧੀਆ ਲੱਗਿਆ, ਮੇਰੇ ਦਿਲ ਨੂੰ ਛੂਹਿਆ ਹੈ। ਫੇਰ ਆਉਣ ਲੱਗ ਗਿਆ, ਫੇਰ ਆਉਣ ਲੱਗ ਗਿਆ, ਪਰਮੇਸ਼ਰ ਕੰਮ ਕਰਨ ਲੱਗ ਗਿਆ। ਜਿੱਦਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ, ਹਰ ਕੋਈ ਉਹ ਇਵੈਂਜਲਿਸਟਾਂ ਨਾਲੋਂ ਵੀ ਵੱਧ ਕੇ ਬਣ ਸਕਦਾ ਆ, ਕਿਉਂਕਿ ਪਰਮੇਸ਼ਰ ਕਹਿੰਦਾ ਆ ਬਣ ਸਕਦਾ ਆ, ਪਰ ਪ੍ਰਾਈਸ ਪੇ ਕਰਨੀ ਪਊਗੀ। ਹੈ ਜਿੰਨਾ ਵੱਡਾ ਅਹੁਦਾ ਉਨੀ ਵੱਡੀ ਪ੍ਰਾਈਸ, ਹੈ ਨਾ। ਸੋ ਆਪਾਂ ਸਭ ਕੁਝ ਕਰ ਸਕਦੇ ਆ ਜੇ ਆਪਾਂ ਪ੍ਰਾਈਸ ਪੇ ਕਰ ਸਕੀਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਮੈਂ ਤੁਹਾਨੂੰ ਕਹਿੰਦੀ ਆ, ਜਦੋਂ ਅਸੀਂ 18 ਸਾਲ ਕੁਛ ਦੀ ਸੀ ਜਦੋਂ ਮੈਂ ਪਰਮੇਸ਼ਵਰ ਚ ਆਈ ਹਾਂ, 18-19 ਸਾਲ ਦੀ ਜਦੋਂ ਮੈਂ ਪਰਮੇਸ਼ਵਰ ਚ ਆਈ ਹਾਂ, ਇੰਨੇ ਸਾਲ, ਉਹਨਾਂ ਦਿਨਾਂ ਦੇ ਵਿੱਚ ਜਦੋਂ ਯੰਗ ਸੀ ਨਾ, ਜਿੰਨਾ ਕੰਮ ਉਹਨਾਂ ਦਿਨਾਂ 'ਚ ਹੋਇਆ ਨਾ ਪਰਮੇਸ਼ਵਰ ਦਾ, ਉਹ ਜਦੋਂ ਬੰਦਾ ਯੰਗ ਹੁੰਦਾ ਹੈ ਨਾ, ਮੈਂ ਯੰਗ ਲੋਕਾਂ ਨੂੰ ਕਹਿੰਦੀ ਆ ਵੀ ਤੁਸੀਂ ਫੜ ਲਓ ਇੱਕਦਮ। ਪਰਮੇਸ਼ਵਰ ਨੇ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਤੁਹਾਨੂੰ ਯੂਜ਼ ਕਰਨਾ ਆ, ਹੈ ਨਾ। ਆਹ ਪਲੇਟਫਾਰਮ ਪਰਮੇਸ਼ਵਰ ਨੇ ਯੰਗ ਬੱਚਿਆਂ ਨੂੰ ਦਿੱਤਾ ਆ। ਰਿਵਾਈਵਲ ਪੰਜਾਬੀ ਚਰਚ ਹੈ, ਲਾਓ ਇੱਥੇ ਅੱਗ ਰੂਹਾਨੀ, ਹੈ ਨਾ। ਦੇਖਣਗੇ ਲੋਕ ਦੂਰੋਂ ਦੂਰੋਂ, ਸਾਰੇ ਬੱਚੇ ਤੁਸੀਂ ਕਰੋ ਜੋ ਪਰਮੇਸ਼ਵਰ ਤੁਹਾਨੂੰ ਕਹਿੰਦਾ ਆ। ਤੇ ਉਦੋਂ ਜਿੰਨਾ ਪਰਮੇਸ਼ਵਰ ਕੰਮ ਲੈਂਦਾ ਆ ਨਾ, ਉਹਨਾਂ ਜਦੋਂ ਫਿਰ ਤੁਸੀਂ ਬੁੜੇ ਹੋ ਜਾਂਦੇ ਆ, ਓਲਡ ਹੋ ਜਾਂਦੇ ਆ, ਮੇਰੇ ਵਰਗੇ, ਸਾਡੇ ਵਰਗੇ, ਉਦੋਂ ਫਿਰ ਹੱਡੀਆਂ ਹੁੱਡੀਆਂ ਦੁਖਣ ਲੱਗ ਜਾਂਦੀਆਂ ਨੇ। ਉਦੋਂ ਫਿਰ ਉਹੋ ਜਿਹੇ ਕੰਮ ਨਹੀਂ ਹੁੰਦੇ ਨਾ ਜਦੋਂ ਆਪਾਂ ਜਵਾਨ ਸੀਗੇ। ਮੈਂ ਪਾਸਟਰ ਜੀ ਦੇ ਕਹਿਣ ਵਾਂਗੂ ਮੈਂ ਵੀ ਕभी ਜਵਾਨ ਥਾ, ਹੈ ਨਾ, ਹੈ ਨਾ। ਸਾਡੀ ਰੋਹ ਜਿੰਨੇ ਅਸੀਂ ਵੱਧਦੇ ਜਾਂਦੇ ਜਵਾਨ ਹੁੰਦੀ ਜਾਂਦੀ ਆ। ਆਮੇਨ ਆਮੇਨ। ਪਰ ਜਿਹੜੀ ਅਵੇਲੇਬਿਲਿਟੀ ਆ, ਜਿਹੜੀ ਵਿਲਿੰਗਨੈਸ ਆ, ਜਦੋਂ ਬੰਦੇ ਦੀਆਂ ਹਜੇ ਉਨੀਆਂ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਜਦੋਂ ਬੰਦਾ ਜਵਾਨ ਆ, ਹੈ ਨਾ। ਉਦੋਂ ਨਾ ਤਾਂ ਘਰ ਵਾਲੀ ਦੀ ਜਿਊਲਰੀ ਖਰੀਦਣੀ ਸੀਗੀ, ਹੈ ਨਾ, ਤੇ ਨਾ ਹੀ ਘਰ ਵਾਲੀ ਦੇ ਸੂਟਾਂ ਦੀ ਲਿਸਟ ਕਰਨੀ ਸੀ, ਤੇ ਨਾ ਹੀ ਗਰੋਸਰੀ ਦੀ ਲਿਸਟ ਪੂਰੀ ਕਰਨੀ ਸੀਗੀ, ਹੈ ਨਾ, ਨਾ ਹੀ ਬੱਚਿਆਂ ਨੂੰ ਸਮਾਉਣਾ ਸੀਗਾ, ਨਾ ਹੀ ਬੱਚਿਆਂ ਨੂੰ ਖਾਣਾ ਖਵਾਉਣਾ ਸੀਗਾ। ਉਹ ਸਾਰਾ ਕੁਛ ਆ ਜਿਹੜਾ ਹੁਣ, ਉਹ ਜਿਹੜੀਆਂ ਚੀਜ਼ਾਂ ਨੇ ਉਹ ਟਾਈਮ ਕੰਜ਼ਿਊਮਿੰਗ ਨੇ, ਹੈ ਨਾ। ਹੁਣ ਆਪਣਾ ਲੈਵਲ ਡਿਫਰੈਂਟ ਆ, ਆਪਾਂ ਜੁੜੇ ਹੋਏ ਆ ਬਿਲਕੁਲ ਪਰਮੇਸ਼ਵਰ 'ਚ, ਆਪਣਾ ਦਿਲ ਲੱਗਿਆ ਹੋਇਆ ਵਾ। ਪਰ ਮੈਂ ਤੁਹਾਨੂੰ ਕਹਿੰਦੀ ਆ ਯੰਗ ਬੱਚਿਓ, ਯੂ ਕੈਨ ਡੂ ਸਟਫ that you never thought before। ਤੁਸੀਂ ਏਦਾਂ ਦੀਆਂ ਚੀਜ਼ਾਂ ਪਰਮੇਸ਼ਵਰ ਲਈ ਕਰ ਸਕਦੇ ਹੋ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣਗੀਆਂ। ਆਮੇਨ ਹਾਲੇਲੂਇਆ। just be available, be willing, he will make you capable। amen ਹਾਲੇਲੂਇਆ ਹਾਲੇਲੂਇਆ। ਇਸ ਦੇ ਅੱਗੇ ਆਪਾਂ ਪੜਾਂਗੇ ਨਹੀਂ ਕਿਉਂਕਿ ਆਪਣੇ ਕੋਲ ਹੁਣ ਟਾਈਮ ਥੋੜਾ ਹੈਗਾ ਆ, ਪਰ ਇਸ ਦੇ ਅੱਗੇ ਘਰੇ ਜਾ ਕੇ ਤੁਸੀਂ ਮੈਥਿਊ ਦਾ ਜਿਹੜਾ 25 ਦਾ, ਹੁਣ ਆਪਾਂ ਕਿਹਾ ਸੀ 1 ਤੋਂ 13 ਤੱਕ, ਪਰ ਤੁਸੀਂ ਪੂਰਾ ਹੀ ਪੜ੍ਹ ਲਿਓ 25 ਮੈਥਿਊ
1 ਤੋਂ 46 ਤੱਕ ਘਰੇ ਜਾ ਕੇ ਪੜ੍ਹ ਲਿਓ, ਹੈ ਨਾ। ਉਸ ਦੇ ਵਿੱਚ ਇੱਕ ਕਹਾਣੀ ਜਿਹੜੀ ਹੈਗੀ ਆ ਉਹ ਦੱਸਦਾ ਹੈ, ਇੱਕ ਬੰਦਾ ਜਰਨੀ ਤੇ ਜਾਂਦਾ ਆ। ਉਹ ਬੰਦਾ ਜਰਨੀ ਤੇ ਜਾਣ ਤੋਂ ਪਹਿਲਾਂ ਆਪਣੇ 2-3 ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ, ਜਿਹੜੇ ਵਫਾਦਾਰ ਹੁੰਦੇ ਨੇ, ਉਹਨਾਂ ਨੂੰ ਬੁਲਾਉਂਦਾ ਆ ਤੇ ਉਹਨਾਂ ਨੂੰ ਕਹਿੰਦਾ ਆ ਵੀ ਮੈਂ ਚੱਲਿਆ ਆ ਜਰਨੀ ਤੇ ਇੰਨੇ ਚਿਰ ਦੇ ਲਈ, ਤੇ ਮੈਂ ਜਿਹੜਾ ਮੇਰਾ ਪੈਸਾ ਪੂਸਾ ਆ, ਸੋਨਾ ਆ, ਉਹ ਮੈਂ ਤੁਹਾਡੇ ਜੁਮੇ ਕਰਕੇ ਚੱਲਿਆ ਆ। ਇੱਕ ਬੰਦੇ ਨੂੰ ਬੁਲਾਉਂਦਾ ਆ ਤੇ ਉਹਨੂੰ 5 ਬੈਗ ਜਿੱਦਾਂ ਕਹਿ ਲਓ ਸੋਨੇ ਦੇ ਦਿੰਦਾ ਆ ਵੀ ਯੂ ਟੇਕ ਕੇਅਰ ਆਫ ਇਟ ਅੰਟਿਲ ਆਈ ਕਮ ਬੈਕ, ਜਦੋਂ ਤੱਕ ਮੈਂ ਮੁੜ ਕੇ ਆਉਣਾ ਆ ਤੂੰ ਇਹਦੀ ਦੇਖਭਾਲ ਕਰ। ਉਸ ਤੋਂ ਦੂਜੇ ਨੂੰ ਦੇ ਦਿੰਦਾ 2 ਬੈਗ, ਇੱਕ ਨੂੰ ਦੇ ਦਿੰਦਾ 1 ਬੈਗ। ਚਲੋ ਹੋ ਗਿਆ, ਜਾਂਦੇ ਹੀ ਫਟਾਫਟ 5 ਵਾਲੇ ਨੇ ਤਾਂ ਇਨਵੈਸਟਮੈਂਟ ਕੀਤੀ, ਕਰਦੇ ਫਟਾਫਟ ਉਹਨੇ 5 ਬੈਗ ਹੋਰ ਬਣਾ ਲਏ। ਦੂਜੇ ਜਿਹਨੂੰ 2 ਦਿੱਤੇ ਸੀਗੇ ਉਹਨੇ ਵੀ ਫਟਾਫਟ ਆਪਣਾ ਪੈਸਾ ਲਾਇਆ ਕਿਸੇ ਬਿਜ਼ਨਸ ਦੇ ਵਿੱਚ, ਉਹਨੂੰ 2 ਬੈਗ ਹੋਰ ਮਿਲ ਗਏ ਸੋਨੇ ਦੇ। ਪਰ ਜਿਹੜਾ ਜਿਹਨੂੰ 1 ਬੈਗ ਮਿਲਿਆ ਸੀਗਾ ਉਹ ਡਰਦਾ ਹੀ ਰਹਿ ਗਿਆ ਵੀ ਕਿਤੇ ਮੇਰਾ ਬੈਗ ਨਾ ਕਿਤੇ ਜਿਹੜਾ ਮੈਨੂੰ ਦਿੱਤਾ ਆ ਉਹਨੇ ਮੇਰਾ ਕਿਤੇ ਇਹ ਵੀ ਨਾ ਜਾਵੇ, ਹੈ ਨਾ, ਇਹ ਵੀ ਚਲਿਆ ਜਾਊ ਤਾਂ ਫਿਰ ਮੈਂ ਕੀ ਕਰੂੰ, ਇਹ ਉਹ ਕਰਕੇ ਉਹਨੇ ਕੀ ਕੀਤਾ, ਉਹਨੇ ਉਹ ਬੈਗ ਕਿਤੇ ਦੱਬਤਾ, ਹੈ ਨਾ। ਉਦੋਂ ਨੂੰ ਮੁੜਿਆ ਆ, ਜਦੋਂ ਓਨਰ ਮੁੜ ਕੇ ਆਇਆ ਤੇ ਓਨਰ ਕਹਿੰਦਾ ਆ ਹਾਂਜੀ ਵੀ ਮੈਂ ਆ ਗਿਆ, ਤੁਸੀਂ ਮੈਨੂੰ ਦਿਖਾਓ ਕੀ ਕੀ ਕੀਤਾ ਤੁਸੀਂ। ਜਿਹਨੇ 5 ਬੈਗ ਦਿੱਤੇ ਸੀ ਉਹ ਫਟਾਫਟ 5 ਹੋਰ ਬੈਗ ਲੈ ਕੇ ਆਇਆ ਤੇ ਕਹਿੰਦਾ ਦੇਖੋ ਆਹਾ ਮੈਂ ਤੇਰੇ ਲਈ ਇਨਵੈਸਟਮੈਂਟ ਕੀਤੀ। ਪਰਮੇਸ਼ਰ ਕੀ ਕਹਿੰਦਾ, ਪਰਮੇਸ਼ਰ ਜਿਹੜਾ ਉਹਨਾਂ ਦਾ ਮਾਲਿਕ ਆ, ਮਾਲਿਕ ਕੀ ਕਹਿੰਦਾ ਆ, ਮਾਲਿਕ ਕਹਿੰਦਾ ਆ ਸ਼ਾਬਾਸ਼ ਮੇਰੇ ਵਫਾਦਾਰ ਸਰਵੈਂਟ, ਆਮੇਨ। ਤੇ ਉਸ ਤੋਂ ਬਾਅਦ ਜਿਹਨੂੰ 2 ਦਿੱਤੇ ਸੀ ਉਹ ਵੀ ਹੋਰ 2 ਉਹਨੇ ਬਣਾ ਲਏ, ਉਹਨੂੰ ਵੀ ਕਹਿੰਦਾ ਸ਼ਾਬਾਸ਼ ਮੇਰੇ ਵਫਾਦਾਰ ਸਰਵੈਂਟ। ਤੇ ਜਿਹਨੂੰ 1 ਮਿਲਿਆ ਸੀ ਉਹ ਰੋਂਦਾ ਕਲਾਉਂਦਾ ਆਉਂਦਾ ਆ, ਉਹ ਕਹਿੰਦਾ ਆ ਵੀ 1 ਬੈਗ ਮੈਨੂੰ ਦਿੱਤਾ ਸੀ ਵੀ ਮੈਂ ਤਾਂ ਤੇਰੇ ਤੋਂ ਬਹੁਤ ਡਰ ਗਿਆ, ਇਹ ਵਚਨ ਪੜ੍ਹਨਾ ਸੀਗਾ ਪਰ ਘਰੇ ਜਾ ਕੇ ਤੁਸੀਂ ਪੜ੍ਹ ਲਿਓ ਪੱਕਾ। ਉਹ ਕਹਿੰਦਾ ਵੀ ਮੈਂ ਤਾਂ ਬਹੁਤ ਡਰ ਗਿਆ, ਮੈਂ ਸੋਚਿਆ ਤੂੰ ਪਤਾ ਨਹੀਂ ਗੁੱਸੇ ਹੋਏਗਾ ਜੇ ਮੇਰਾ ਆਹ ਬੈਗ ਵੀ ਚਲਿਆ ਗਿਆ ਫਿਰ ਕੀ ਕਰੂੰਗਾ, ਮੈਂ ਦੱਬਤਾ। ਉਹ ਕੀ ਕਹਿੰਦਾ ਮੈਂ ਤੈਨੂੰ ਦੱਬਣ ਨੂੰ ਦਿੱਤਾ ਸੀ, ਉਹ ਕਹਿੰਦਾ ਮੈਂ ਤੈਨੂੰ ਬੈਗ ਦੱਬਣ ਨੂੰ ਦਿੱਤਾ ਸੀ। ਅੱਜ ਪਰਮੇਸ਼ਵਰ ਆਪਾਂ ਨੂੰ ਇਹ ਪੁੱਛਦਾ ਆ, ਹਾਲੇਲੂਇਆ। ਪਰਮੇਸ਼ਵਰ ਕਹਿੰਦਾ ਆ ਜੋ ਮੈਂ ਤੈਨੂੰ ਦਿੱਤਾ ਆ ਤੂੰ ਉਹਦਾ ਕੀ ਕੀਤਾ। ਜੇ ਆਪਾਂ ਸਿਰਫ ਫਰਾਈਡੇ ਨੂੰ ਚਰਚ ਆਉਂਦੇ ਉਸ ਤੋਂ ਬਾਅਦ ਸਾਰਾ ਹਫਤਾ ਆਪਣਾ ਕੁਛ ਨਹੀਂਗਾ ਉਹਦੇ ਨਾਲ ਲੈਣਾ ਦੇਣਾ, ਪਰਮੇਸ਼ਵਰ ਕਹਿੰਦਾ ਆ ਤੂੰ ਕੀ ਕੀਤਾ ਉਸ 1 ਬੈਗ ਦਾ, ਉਸ 1 ਟੈਲੈਂਟ ਦਾ ਜੋ ਮੈਂ ਤੈਨੂੰ ਦਿੱਤਾ ਆ। ਤੈਨੂੰ ਮੈਂ ਦੱਬਣ ਨੂੰ ਦਿੱਤਾ ਸੀ, ਦੱਬਣ ਨੂੰ ਨਹੀਂ ਦਿੱਤਾ, ਉਹਨੇ ਮਲਟੀਪਲਾਈ ਕਰਨ ਨੂੰ ਦਿੱਤਾ ਹੈ ਆਪਾਂ ਨੂੰ ਉਹ ਟੈਲੈਂਟ। ਹੁਣ ਹੋ ਸਕਦਾ ਹੈ ਕਿ ਆਪਾਂ ਕਹੀਏ ਪਰ ਮੇਰੇ ਕੋਲ ਤਾਂ ਟੈਲੈਂਟ ਹੀ ਨਹੀਂਗਾ, ਮੈਨੂੰ ਤਾਂ ਪਤਾ ਹੀ ਨਹੀਂ ਕੀ ਕਰਨਾ, ਮੇਰੇ ਕੋਲ ਤਾਂ ਕੋਈ ਟੈਲੈਂਟ ਨਹੀਂ, ਮੈਨੂੰ ਤਾਂ ਆਉਂਦਾ ਹੀ ਨਹੀਂ, ਮੈਂ ਕੀ ਕਹੂੰਗਾ ਲੋਕਾਂ ਨੂੰ, ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਣਾ। ਭਰਾਵੋ ਤੇ ਭੈਣੋ, ਜਦੋਂ ਤੁਸੀਂ ਇਸ ਚਰਚ 'ਚ ਆਏ ਹੋ ਪਰਮੇਸ਼ਵਰ ਦਾ ਛੂ ਤੁਹਾਨੂੰ ਮਿਲਿਆ ਆ, ਉਹ ਜਿਹੜਾ ਇੱਕ ਛੂ ਮਿਲਿਆ ਨਾ 2 ਮਿੰਟ ਦਾ ਛੂ ਵੀ ਹੋਵੇ ਭਾਵੇਂ, ਉਹ ਚੀਜ਼ ਆ ਜਿਹੜੀ ਉਹ ਤੁਹਾਡਾ ਇੱਕ ਸੋਨੇ ਦਾ ਬੈਗ ਆ। ਉਹ ਜਿਹੜਾ ਇੱਕ ਸੋਨੇ ਦਾ ਬੈਗ ਆ, ਉਹ ਬੈਗ ਆਪਾਂ ਜਾ ਕੇ ਸਾਰਿਆਂ ਨੂੰ ਦੱਸਣਾ ਆ ਮੈਨੂੰ ਪਰਮੇਸ਼ਵਰ ਨੇ ਆਹ ਇੱਕ ਸੋਨੇ ਦਾ ਬੈਗ ਦਿੱਤਾ, ਮੈਨੂੰ ਪਰਮੇਸ਼ਵਰ ਨੇ ਆਹ ਇੱਕ ਸੋਨੇ ਦਾ ਬੈਗ ਦਿੱਤਾ। ਬਸ ਇੰਨਾ ਹੀ ਕੰਮ ਆ, ਜਾ ਕੇ ਦੱਸਣਾ ਆ ਲੋਕਾਂ ਨੂੰ ਬਈ ਮੈਨੂੰ ਪਰਮੇਸ਼ਵਰ ਨੇ ਆਹ ਚੀਜ਼ ਤੋਂ ਚੰਗਾ ਕੀਤਾ, ਮੈਨੂੰ ਪਰਮੇਸ਼ਵਰ ਨੇ ਇਸ ਚੀਜ਼ ਦੇ ਨਾਲ ਛੂਹਿਆ, ਮੈਨੂੰ ਪਰਮੇਸ਼ਵਰ ਨੇ ਇਸ ਚੀਜ਼ ਤੇ ਬਰਕਤ ਦਿੱਤੀ। ਹੋਰ ਭਾਵੇਂ ਤੁਹਾਨੂੰ ਕੁਝ ਨਾ ਆਉਂਦਾ ਹੋਵੇ। ਕੈਥਲੀਨ ਕੁਲਮਨ ਜਿਹੜੀ ਆ ਉਹ ਬਹੁਤ ਵੱਡੀ ਇਵੈਂਜਲਿਸਟ ਹੋਈ ਆ, ਉਹ ਹਮੇਸ਼ਾ ਕਹਿੰਦੀ ਸੀਗੀ ਤੁਹਾਡੀ ਆਪਣੀ ਟੈਸਟਮਨੀ ਤੋਂ ਵੱਧ ਕੇ ਹੋਰ ਕੋਈ ਵੱਡੀ ਪ੍ਰੀਚਿੰਗ ਹੈ ਹੀ ਨਹੀਂ। ਹਾਲੇਲੂਇਆ। ਤੁਸੀਂ ਸਾਰੇ ਪ੍ਰੀਚਰ ਹੋ, ਆਪਾਂ ਸਾਰੇ ਪ੍ਰੀਚਰ ਆ, ਆਪਣੀ ਟੈਸਟਮਨੀ ਆਪਾਂ ਲੋਕਾਂ ਦੇ ਨਾਲ ਸ਼ੇਅਰ ਕਰਨੀ ਆ, ਬਸ ਲੋਕਾਂ ਨੂੰ ਦੱਸਣਾ ਆ ਬਸ ਵੀ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਕੀ ਕੀਤਾ ਆ। ਜੋ ਫਿਰ ਯਾਦ ਰੱਖੀਏ, ਆ ਨਾ ਸੋਚੀਏ ਵੀ ਮੈਂ ਤਾਂ ਕੈਪੇਬਲ ਨਹੀਂਗਾ, ਮੇਰੇ ਤੋਂ ਕੁਝ ਹੋਣਾ ਨਹੀਂਗਾ, ਮੈਨੂੰ ਪਤਾ ਨਹੀਂ ਲੱਗ ਰਿਹਾ। ਪਰਮੇਸ਼ਵਰ ਕਹਿੰਦਾ ਤੂੰ ਤਿਆਰ ਹੋ, ਤੂੰ ਜਾ, ਤੇ ਮੂੰਹ ਖੋਲ, ਮੈਂ ਵਚਨ ਪਾਉਂਗਾ ਤੇਰੇ ਮੂੰਹ ਦੇ ਵਿੱਚ। ਮੈਂ ਘਰੋਂ ਆਪਾਂ ਦੁਆ ਕਰਕੇ ਜਾਈਏ, ਬਸ ਘਰੋਂ ਦੁਆ ਕਰਕੇ ਜਾਈਏ। ਮੈਂ ਚੱਲਿਆ ਆ ਪਾਰਕ 'ਚ ਚੱਲਿਆ ਆ, ਮੈਨੂੰ ਜੋ ਵੀ ਮਿਲੂਗਾ ਨਾ ਮੈਂ ਉਹਨੂੰ ਬਸ ਕਹਿ ਦੇਣਾ ਜੀਸਸ ਲਵਸ ਯੂ। ਹਾਲੇਲੂਇਆ। ਨੇਬਰ ਨੂੰ ਮੈਂ ਕਹਿ ਦੇਣਾ ਜੀਸਸ ਲਵਸ ਯੂ। ਉਹ ਲੋਕ ਤਾਂ ਪਹਿਲਾਂ ਆਹੀ ਬਰਾਊਨ ਬੰਦੇ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਵੀ ਇਹ ਬਰਾਊਨ ਬੰਦਾ ਜੀਸਸ ਲਵਸ ਯੂ, ਇਹ ਕੀ ਗੱਲ ਹੋਈ। 20 ਕੁਐਸਚਨ ਤਾਂ ਉੱਥੇ ਹੀ ਸ਼ੁਰੂ ਹੋ ਜਾਣੇ ਨੇ, ਹੈਨਾ। ਪਰਮੇਸ਼ਰ ਨੇ ਮੌਕਾ ਦੇਣਾ ਤੁਹਾਨੂੰ, ਪਰ ਆਪਾਂ ਆਹ ਮੌਕਾ ਜਿਹੜਾ ਦੇਣਾ ਪਰਮੇਸ਼ਰ ਨੇ, ਇਹ ਆਪਣਾ ਹੱਥੋਂ ਨਾ ਜਾਵੇ। ਆਮੇਨ, ਹਾਲੇਲੂਇਆ। ਜਿੱਦਾਂ ਉਹ ਮਾਲਕ ਆ ਕੇ 5 ਬੈਗ ਵਾਲਿਆਂ ਨੂੰ 2 ਬੈਗ ਵਾਲਿਆਂ ਨੂੰ ਕਹਿ ਰਿਹਾ ਸ਼ਾਬਾਸ਼ ਸ਼ਾਬਾਸ਼, ਹੈ ਵੀ ਉਹ ਮਾਲਕ ਹੈਗਾ ਹੈ ਜਿਹੜਾ ਮਤਲਬ ਵੀ ਇਹ ਕਹਿਣ ਜੋਗਾ ਹੈਗਾ ਆ ਕਿ ਮਗੰਬੋ ਖੁਸ਼ ਹੁਆ, ਹੈ ਨਾ। ਜਿਨ੍ਹਾਂ ਨੂੰ ਮਗੰਬੋ ਦਾ ਪਤਾ ਹੈ ਉਹਨਾਂ ਨੂੰ ਸਮਝ ਆ ਗਈ, ਪਰ ਮਗੰਬੋ ਖੁਸ਼ ਹੁਆ। ਹਾਲੇਲੂਇਆ।
ਇਹ ਜਿਹੜੀ ਆਪਣੀ ਛੋਟੀ ਜੀ ਇੱਕ ਟੈਸਟਮਨੀ ਆ, ਛੋਟਾ ਜਿਹਾ ਆਪਣਾ ਵਚਨ ਆ, ਜਿਹੜਾ ਛੋਟਾ ਜਿਹਾ ਸੀਡ ਜਿਹੜਾ ਆਪਾਂ ਕਿਸੇ ਦੇ ਦਿਲ ਦੇ ਵਿੱਚ ਪਾਉਣਾ ਆ, ਇਹਨੇ ਐਡਾ ਵੱਡਾ ਬਣਨਾ ਆ ਕਿ ਆਪਾਂ ਦੇਖਾਂਗੇ ਜਦੋਂ ਆਪਾਂ ਨੂੰ ਉੱਥੇ ਜਾ ਕੇ ਰਿਵਾਰਡ ਮਿਲਣਗੇ, ਦੱਸਣਗੇ ਉਹ ਫਲਾਣੇ ਨੂੰ ਤੂੰ ਫਲਾਣੇ ਦਿਨ ਦੱਸਿਆ ਸੀ, ਉਹ ਕਿਸੇ ਕੰਟਰੀ 'ਚ ਵੱਡਾ ਇਵੈਂਜਲਿਸਟ ਬਣਿਆ ਹੋਇਆ, ਲੱਖਾਂ ਲੋਕਾਂ ਦੀਆਂ ਸੋਲਸ ਨੂੰ ਜਿੱਤ ਰਿਹਾ ਆ, ਉਹਦਾ ਰਿਵਾਰਡ ਤੁਹਾਨੂੰ ਮਿਲਣਾ ਆ। ਮੈਂ ਹਾਲੇਲੂਇਆ। ਤਾਂ ਕਰਕੇ ਕਿਸੇ ਵੀ ਚੀਜ਼ ਨੂੰ ਛੋਟਾ ਵੱਡਾ ਨਾ ਸਮਝੀਏ, ਪਰਮੇਸ਼ਵਰ ਜਾਣਦਾ ਆ ਜੋ ਕੁਝ ਉਹ ਕਹਿੰਦਾ ਆ। ਜੇ ਪਰਮੇਸ਼ਵਰ ਆਪਾਂ ਨੂੰ ਐਡੇ, ਆਪਾਂ ਕਈ ਵਾਰੀ ਕਹਿ ਸਕਦੇ ਆ ਬਈ ਮੈਨੂੰ ਤਾਂ ਇੰਨਾ ਪਤਾ ਨਹੀਂ ਹੈਗਾ ਵੀ ਦੂਜੇ ਦਾ ਕੰਮ ਥੋੜਾ ਜਿਹਾ ਵੱਡਾ ਆ, ਦੂਜੇ ਦਾ ਵਧੀਆ ਆ, ਉਹਦਾ ਜ਼ਿਆਦਾ ਆ, ਪਰ ਪਰਮੇਸ਼ਵਰ ਜਿੱਦਾਂ ਆਪਾਂ ਇੱਕ ਵਾਰੀ ਕਿਹਾ ਆ ਕਿ ਕੇਪੇਬਲ ਲੋਕਾਂ ਨੂੰ ਨਹੀਂ ਲੱਭ ਰਿਹਾ। ਜੇ ਕੇਪੇਬਲ ਲੋਕਾਂ ਨੂੰ ਲੱਭ ਰਿਹਾ ਹੁੰਦਾ ਤੇ ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਆਪਣੇ ਚੇਲਿਆਂ ਨੂੰ ਲੱਭਿਆ ਉਹਨਾਂ ਨੇ ਨਦੀ ਦੇ ਕਿਨਾਰੇ ਇੱਧਰ ਅਨਪੜ੍ਹ ਗਵਾਰ, ਤਾਂ ਫਿਰ ਪਰਮੇਸ਼ਵਰ ਯਿਸੂ ਮਸੀਹ ਜੀ UBC ਜਾਂਦੇ ਹੈਨਾ, ਉਹਨਾਂ ਵੇਲੇ ਦੀ ਯੂਨੀਵਰਸਿਟੀ UBC ਜਾ ਕੇ ਕਹਿੰਦੇ ਵੀ ਇੰਟਰਵਿਊ ਹੈਗੀ ਆ, ਸਾਨੂੰ ਸਾਡੇ ਡਿਸਾਈਪਲਸ ਅਸੀਂ ਚੂਜ਼ ਕਰਨੇ ਨੇ। ਉੱਥੇ ਬੜੇ ਲੋਕ ਆਪਣੀ ਐਪਲੀਕੇਸ਼ਨਾਂ ਫਿਲ ਕਰਦੇ, ਮੈਡੀਕਲ, ਡਾਕਟਰ, ਲਾਇਰਸ ਨਾ, ਉਹ ਸਭ ਕੁਛ ਨਹੀਂ। ਪਰਮੇਸ਼ਰ ਕਹਿੰਦੇ ਉਹ ਨਹੀਂ ਮੈਨੂੰ ਚਾਹੀਦਾ, ਮੈਨੂੰ ਤੁਸੀਂ ਚਾਹੀਦੇ ਹੋ, ਮੈਨੂੰ ਤੁਸੀਂ ਸਾਫ਼ ਦਿਲਾਂ ਵਾਲੇ ਚਾਹੀਦੇ ਹੋ, ਮੈਨੂੰ ਅਵੇਲੇਬਲ ਲੋਕ ਚਾਹੀਦੇ ਹੋ। ਹਾਲੇਲੂਇਆ। ਆਪਣਾ ਪਰਮੇਸ਼ਰ ਮਹਾਨ ਪਰਮੇਸ਼ਰ ਆ ਤੇ ਉਹ ਚਾਹੁੰਦਾ ਆ ਕਿ ਆਪਾਂ ਲੱਗ ਜਾਈਏ, ਜੁਟ ਜਾਈਏ ਕੀ ਕਰਨ ਨੂੰ, ਆਪਣੀ ਬਕਟ ਲਿਸਟ ਨੂੰ ਪੂਰੀ ਕਰਨ ਨੂੰ। ਮੈਂ ਸੋ ਸੱਚੀ ਕਹਿੰਦੀ ਆ, ਪੈਨ ਪੇਪਰ ਲੈ ਕੇ ਅੱਜ ਰਾਤ ਨੂੰ ਆਪਾਂ ਬਕਟ ਲਿਸਟ ਆ ਜਿਹੜੀ ਉਹ ਪੂਰੀ ਬਣਾਉਣੀ ਹੈਗੀ ਆ। ਤੇ ਧਿਆਨ ਰੱਖੀਏ ਇਸ ਚੀਜ਼ ਨੂੰ ਹਮੇਸ਼ਾ ਕਿ ਜੋ ਕੁਝ ਆਪਾਂ ਕੱਲ ਕਰਨ ਦੀ ਸੋਚ ਰਹੇ ਆ ਉਹਨੂੰ ਆਪਾਂ ਅੱਜ ਹੀ ਕਰ ਲਈਏ। ਹਾਲੇਲੂਇਆ। ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹਦੀ ਕਾਲਿੰਗ ਦਾ ਹਿਸਾਬ ਇਦਾਂ ਆ ਕਿ ਹਰ ਇੱਕ ਪਜ਼ਲ ਆ, ਵੱਡੀ ਸਾਰੀ ਹੈ ਨਾ, ਪਜ਼ਲ ਦਾ ਹਿੱਸਾ ਆ। ਹਰ ਇੱਕ ਬੰਦਾ ਇੱਕ ਪਜ਼ਲ ਦਾ ਹਿੱਸਾ ਆ। ਜਿਹੜਾ ਇੱਕ ਪਜ਼ਲ ਦਾ ਹਿੱਸਾ ਆ ਉਹ ਇੱਕ ਥਾਂ 'ਤੇ ਫਿੱਟ ਹੁੰਦਾ ਆ। ਉਹ ਪਜ਼ਲ ਦੇ ਹਿੱਸੇ ਨੂੰ ਜੇ ਤੁਸੀਂ ਦੂਸਰੀ ਥਾਂ 'ਤੇ ਫਿੱਟ ਕਰੋ ਤਾਂ ਉਹ ਫਿੱਟ ਨਹੀਂ ਹੋਣਾ, ਉਹ ਉੱਥੇ ਹੀ ਫਿੱਟ ਹੋਣਾ ਆ ਜਿੱਥੇ ਫਿੱਟ ਹੋਣ ਨੂੰ ਬਣਿਆ ਹੋਇਆ ਹੈ ਨਾ। ਤਾਂ ਕਰਕੇ ਆਪਾਂ ਆਪਣੀ ਕਾਲਿੰਗ ਦਾ ਬੜਾ ਧਿਆਨ ਰੱਖੀਏ, ਆਪਾਂ ਉੱਥੇ ਕੰਮ ਕਰਨਾ ਆ ਜਿੱਥੇ ਪਰਮੇਸ਼ਵਰ ਨੇ ਆਪਾਂ ਨੂੰ ਫਿੱਟ ਕੀਤਾ ਆ। ਦੁਆ ਕਰੀਏ, ਪ੍ਰੇਅਰ ਕਰੀਏ, ਵਚਨ ਪੜ੍ਹੀਏ। ਜਿੰਨਾ ਜ਼ਿਆਦਾ ਕਰਾਂਗੇ ਤੇਲ ਦਾ ਲੈਵਲ ਜਿੰਨਾ ਹਾਈ ਹੋਊਗਾ ਓਨੀ ਆਪਣੀ ਅਨੋਇੰਟਿੰਗ ਵਧੂਗੀ, ਓਨੇ ਆਪਣੇ ਕੰਨ ਖੁੱਲਣਗੇ ਪਰਮੇਸ਼ਵਰ ਦੀ ਆਵਾਜ਼ ਸੁਣਨ ਨੂੰ, ਓਨੇ ਜ਼ਿਆਦਾ ਆਪਣੇ ਅੱਖਾਂ ਆਪਣੀਆਂ ਖੁੱਲਣਗੀਆਂ ਪਰਮੇਸ਼ਵਰ ਦੀ ਮਰਜ਼ੀ ਦੇਖਣ ਦੇ ਲਈ। ਆਮੇਨ। ਤਾਂ ਕਰਕੇ ਆਪਾਂ ਨੂੰ ਪਤਾ ਲੱਗੇ ਕਿ ਆਪਾਂ ਕਿਹੜਾ ਪੀਸ ਆ ਆਪਾਂ ਪਜ਼ਲ ਦਾ, ਕਿੱਥੇ ਆਪਾਂ ਫਿੱਟ ਹੋ ਸਕਦੇ ਆ। ਆਮੇਨ। ਜਿਹੜਾ ਆਏ ਨੀਗਾ, ਜਿੱਦਾਂ ਮੈਂ ਜਦੋਂ ਲਿਖ ਰਹੀ ਸੀ ਕਿ ਮੇਰੇ ਦਿਮਾਗ 'ਚ ਆਉਂਦਾ ਸੀ ਵੀ ਆਏ ਨੀਗਾ ਵੀ ਜਿਵੇਂ ਉਧਰ ਰੋਡਵੇਜ਼ ਦੀਆਂ ਬੱਸਾਂ ਹੁੰਦੀਆਂ ਨੇ, ਰੋਡਵੇਜ਼ ਦੀ ਬੱਸ ਆ ਜੀ, ਧੱਕਾ ਦੇ ਦੂ ਕੇ ਭਰੀ ਪਈ ਆ, ਧੱਕਾ ਦੇ ਕੇ ਅੰਦਰ ਚੜ ਜਾਓ, ਅੰਦਰ ਧੱਕਾ ਦੇ ਕੇ ਚੜ ਜਾਓ, ਫਿਰ ਧੱਕਾ ਧੁੱਕਾ ਦੇ ਦੂ ਕੇ ਬੈਠ ਵੀ ਜਾਵੋ ਵੀ ਚਲੋ ਵੀ ਸੀਟ ਮਿਲ ਗਈ। ਆਏ ਨਹੀਂ ਗਾ ਪਰਮੇਸ਼ਵਰ ਦਾ ਕੰਮ, ਬੜਾ ਆਰਡਰ ਦਾ ਪਰਮੇਸ਼ਵਰ ਆ। ਪਰਮੇਸ਼ਵਰ ਨੇ ਤੁਹਾਨੂੰ ਜਿੱਥੇ ਫਿੱਟ ਕਰਨਾ ਆ ਨਾ, ਜਿਹੜੀ ਪਜ਼ਲ ਦਾ ਪੀਸ ਤੁਸੀਂ ਹੈਗੇ ਹੋ, ਤੁਸੀਂ ਸਿਰਫ ਉੱਥੇ ਹੀ ਬਰਕਤ ਪਾਓਗੇ, ਉੱਥੇ ਹੀ ਤੁਹਾਡੇ ਥਾਈ ਦੂਜਿਆਂ ਨੂੰ ਬਰਕਤ ਮਿਲੂਗੀ। ਜੇ ਤੁਹਾਨੂੰ ਲੱਗਦਾ ਆ, ਆਪਾਂ ਕਈ ਵਾਰੀ ਆਪਾਂ ਫਲੈਸ਼ ਦੇ ਬੰਦੇ ਆ, ਹੈ ਨਾ, ਫਲੈਸ਼ ਦੇ ਵਿੱਚ ਆਪਾਂ ਨੂੰ ਕਈ ਵਾਰੀ ਇੱਧਰ ਉੱਧਰ ਦੇਖਣ ਨੂੰ ਲੱਗਦਾ ਉਹ ਬੰਦੇ ਦਾ ਤਾਂ ਕੰਮ ਇੰਨਾ ਸੋਹਣਾ ਆ, ਉਹਨੂੰ ਤਾਂ ਇੰਨੀ ਇੱਜ਼ਤ ਵਾਲਾ ਕੰਮ ਦਿੱਤਾ ਆ, ਮੈਨੂੰ ਇੱਥੇ ਝਾੜੂ ਲਾਉਣ ਦਾ ਕੰਮ ਦੇਤਾ, ਮੇਰੇ ਤੋਂ ਆਹ ਕਰਾ ਰਹੇ ਨੇ, ਮੇਰੇ ਤੋਂ ਉਹ ਕਰਾ ਰਹੇ ਨੇ, ਉਹ ਇੰਨਾ ਕਰ ਰਹੇ ਨੇ, ਉਹ ਇਹਦੇ 'ਚ ਪਰਮੇਸ਼ਵਰ ਦਾ ਕੁਝ ਨਹੀਂ ਲੈਣਾ ਦੇਣਾ। ਪਰਮੇਸ਼ਵਰ ਜਿੱਥੇ ਜਿਹੜੇ ਪਜ਼ਲ ਦੇ ਪੀਸ ਦੇ ਵਿੱਚ ਤੁਹਾਨੂੰ ਯੂਜ਼ ਕਰੂਗਾ, ਤੁਹਾਨੂੰ ਉੱਥੇ ਹੀ ਪ੍ਰਮੋਸ਼ਨ ਦਊਗਾ। ਆਮੇਨ। ਉੱਥੇ ਹੀ ਪ੍ਰਮੋਸ਼ਨ ਮਿਲੂਗੀ ਤੁਹਾਨੂੰ, ਜਿੱਥੇ ਤੁਸੀਂ ਪਰਮੇਸ਼ਵਰ ਦੇ ਬੁਲਾਵੇ ਦੇ ਹਿਸਾਬ ਦੇ ਨਾਲ ਜਿੱਥੇ ਤੁਸੀਂ ਕੰਮ ਕਰ ਰਹੇ ਹੋ। ਆਮੇਨ। ਹਾਲੇਲੂਇਆ। ਹਾਲੇਲੂਇਆ। ਕਈ ਲੋਕ ਜਿਹੜੇ ਹੈਗੇ ਨੇ ਉਹ ਜਾਂਦੇ ਨੇ, ਜਦੋਂ ਜਾਂਦੇ ਨੇ ਦੂਸਰੇ ਥਾਵੇਂ ਤੇ ਉਹ ਜਾ ਕੇ ਬੜਾ ਵਧੀਆ ਪਰਮੇਸ਼ਵਰ ਦਾ ਵਚਨ ਦੱਸ ਸਕਦੇ ਨੇ। ਇਹ ਇੱਕ ਚੀਜ਼ ਹੈਗੀ ਆ ਕਿ ਹਰ ਇੱਕ ਜਿਹੜਾ ਮਸੀਹੀ ਆ ਉਹਦੇ ਤੇ ਆਹ ਬੁਲਾਵਾ ਹੈਗਾ ਆ ਕਿ ਆਪਾਂ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਆ ਉਹ ਸਾਂਝਾ ਕਰਨਾ ਆ, ਦੂਸਰਿਆਂ ਦੇ ਨਾਲ ਆਪਾਂ ਵਚਨ ਸਾਂਝਾ ਕਰਨਾ ਆ। ਮੈਂ ਕੀ ਆਪਣਾ ਕੀ ਕੰਮ ਹੋ ਸਕਦਾ ਹੈ? ਤੁਸੀਂ ਕਹੋ ਵੀ ਮੈਨੂੰ ਡਰ ਲੱਗਦਾ ਆ ਦੂਜਿਆਂ ਨੂੰ ਵਚਨ ਦੱਸਣ ਨੂੰ, ਹੈ ਨਾ। ਇਹ ਮੈਂ ਆਪਣੀ ਗੱਲ ਦੱਸਦੀ ਆ, ਜਦੋਂ ਮੈਂ ਨਵੀਂ ਸੀ ਇਹ ਚੀਜ਼ ਮੇਰੇ ਦਿਲ 'ਚ ਆਉਂਦੀ ਸੀ ਤੇ ਬਹੁਤ ਯੂਥ ਦੂਜੇ ਯੰਗਾਂ ਨੇ ਵੀ ਦੱਸੀ ਵੀ ਇਹ ਉਹਨਾਂ ਦੇ ਦਿਲ 'ਚ ਵੀ ਆਉਂਦੀ ਸੀ। ਹੋ ਸਕਦਾ ਇਹ ਤੁਹਾਡੇ ਦਿਲ 'ਚ ਵੀ ਆਉਂਦੀ ਹੋਵੇ। ਉਹ ਕਿ ਜਦੋਂ ਨਵੇਂ ਸੀਗੇ ਆਹ ਡਰ ਲੱਗਦਾ ਸੀ ਵੀ ਜੇ ਮੈਂ ਉਹਨੂੰ ਦੱਸਤਾ ਮਾੜਾ ਜਿਹਾ ਯਿਸੂ ਦਾ ਨਾਮ ਤੇ ਉਹਨੇ ਕਰਨੇ ਨੇ ਮੈਨੂੰ ਕੁਐਸਚਨਾਂ ਦੇ ਆਨਸਰ ਮੇਰੇ ਕੋਲੇ ਹੈ ਨਹੀਂਗੇ, ਹੈ ਨਾ, ਕਿਉਂਕਿ ਹਜੇ ਆਪਾਂ ਨਵੇਂ ਆ ਨਾ, ਹਜੇ ਆਪਾਂ ਨੂੰ ਪੂਰਾ ਵਚਨ ਦਾ ਨਹੀਂ ਪਤਾ, ਆਪਾਂ ਪੂਰੀ ਬਾਈਬਲ ਹਜੇ ਨਹੀਂ ਪੜ੍ਹੀ, ਹੈ ਨਾ। ਪਰ ਦੈਟਸ ਓਕੇ। ਤੁਸੀਂ ਸਿਰਫ ਫਿਲਹਾਲ ਲਈ
ਪ੍ਰੋਮੋਸ਼ਨ ਮਿਲੂਗੀ। ਫਿਲਹਾਲ ਲਈ ਆਪਾਂ ਸਿਰਫ ਐਸ ਪਜ਼ਲ ਦੇ ਪੀਸ ਦੇ ਲਈ ਚੁਣੇ ਗਏ ਆ ਕਿ ਆਪਾਂ ਪਾਰਕ 'ਚ ਜਾ ਕੇ ਅਗਲੇ ਨੂੰ ਦੱਸੀਏ ਆ ਮੇਰੀ ਛੋਟੀ ਜੀ ਟੈਸਟੀਮਨੀ ਹੈ, ਪਰਮੇਸ਼ਰ ਨੇ ਮੇਰੇ ਨਾਲ ਆਹ ਕੀਤਾ, ਖਤਮ ਗੱਲ। ਉਹ ਕੁਐਸਚਨ ਸ਼ੁਰੂ ਹੋਣਗੇ, ਭਾਈ ਮੈਂ ਤੈਨੂੰ ਸੱਚੀ ਦੱਸਦੀ ਆ ਮੇਰੇ ਕੋਲੇ ਕੁਐਸਚਨਾਂ ਦੇ ਆਨਸਰ ਨਹੀਂਗੇ, ਪਰ ਮੈਨੂੰ ਪਤਾ ਆ ਕੌਣ ਕੁਐਸਚਨ ਦੇ ਆਨਸਰ ਦੇ ਸਕਦਾ ਆ। ਤੁਸੀਂ ਉਹਨਾਂ ਨੂੰ ਚਰਚ ਦਾ ਐਡਰੈਸ ਦੇ ਸਕਦੇ ਹੋ, ਚਰਚ ਲੈ ਕੇ ਆ ਸਕਦੇ ਹੋ ਆਪਣੇ ਨਾਲ, ਇਹ ਤੁਹਾਡਾ ਕੰਮ ਖਤਮ। ਹੁਣ ਦੂਸਰਾ ਅੰਗ, ਦੂਸਰਾ ਪਜ਼ਲ ਦਾ ਪੀਸ ਆ ਜਿਹੜਾ ਉਹ ਇੱਥੇ ਤਿਆਰ ਆ। ਉਹ ਆਉਣਗੇ, ਉਹਨਾਂ ਦੇ ਨਾਲ ਪ੍ਰੇ ਕੀਤੀ ਜਾਏਗੀ, ਉਹਨਾਂ ਨੂੰ ਸੈਲਵੇਸ਼ਨ ਦੀ ਪ੍ਰੇਅਰ ਕਰਾਈ ਜਾਏਗੀ, ਹੈ ਨਾ, ਉਹਨਾਂ ਤੇ ਪ੍ਰੇ, ਉਹਨਾਂ ਦੇ ਕੁਐਸਚਨਸ ਦੇ ਆਨਸਰਸ ਦਿੱਤੇ ਜਾਣਗੇ। ਦੂਸਰੇ ਬੰਦੇ ਦਾ ਕੰਮ ਖਤਮ, ਉਹੀ ਉਹਨਾਂ ਦਾ ਪਜ਼ਲ ਦਾ ਪੀਸ ਸੀ। ਤੀਸਰੇ ਬੰਦਾ ਹੁਣ ਉਹ ਹੋਰ ਗਰੋ ਹੋ ਗਏ ਤੇ ਅੱਗੇ ਜਾ ਕੇ ਉਹਨਾਂ ਤੇ ਦੁਆਵਾਂ ਹੋਣਗੀਆਂ, ਉਹਨਾਂ ਨੂੰ ਵਾਟਰ ਬੈਪਟਿਜ਼ਮ ਦੀ ਸਟੱਡੀ ਦਿੱਤੀ ਜਾਏਗੀ, ਨਿਊ ਬਲੀਵਰਸ ਦੀ ਸਟੱਡੀ ਦਿੱਤੀ ਜਾਏਗੀ। ਉਹ ਅਗਲੇ ਪਜ਼ਲ ਪੀਸ ਦਾ, ਅਗਲੇ ਚਰਚ ਦੇ ਸਰੀਰ ਦਾ ਅੰਗ ਦਾ ਉਹ ਕੰਮ ਆ। ਇਦਾਂ ਕਰਕੇ ਜਿੱਦਾਂ ਫੂਡ ਚੇਨ ਹੁੰਦੀ ਆ ਨਾ, ਉਦਾਂ ਆ ਇਹ। ਆਪਾਂ ਸਾਰੇ ਜਦੋਂ ਬਾਹਰ ਜਾਂਦੇ ਆ, ਜਦੋਂ ਆਪਣਾ ਸੈਟਰਡੇ ਤੋਂ ਥਰਸਡੇ ਹੁੰਦਾ ਆ, ਉਹਦੇ 'ਚ ਆਪਾਂ ਮੱਥ ਕੇ ਰੱਖੀਏ ਵੀ ਐਟਲੀਸਟ ਮੈਂ ਇੱਕ ਜਾਣੇ ਨੂੰ ਦੱਸਦਾ ਨਾ, ਤੇ ਹੋ ਸਕਦਾ ਉਹ ਮੈਨੂੰ ਕਹੇ ਵੀ ਮੈਂ ਤੇਰੇ ਨਾਲ ਚਰਚ ਚੱਲਦਾ ਆ, ਹੈ ਨਾ। ਸੋ ਹੈਵ ਦਿਸ ਇਨ ਯੂਰ ਬਕਟ ਲਿਸਟ, ਹੈਵ ਦਿਸ ਇਨ ਯੂਰ ਬਕਟ ਲਿਸਟ। ਆਪਾਂ ਰਿਲੀਜੀਅਸ ਤੌਰ ਤੇ ਨਹੀਂ ਚਰਚ ਆਉਂਦੇ, ਹੈ ਨਾ, ਆਪਣਾ ਪਰਪਸ ਕੰਪਲੀਟਲੀ ਡਿਫਰੈਂਟ ਆ ਚਰਚ ਆਉਣ ਦਾ। ਮੈਨ ਹਾਲੇਲੂਇਆ। ਛੇਤੀ ਹੋਈ ਆਪਾਂ ਇੱਥੇ ਖਤਮ ਕਰਦੇ ਹੈਗੇ ਆ। ਕਈ ਲੋਕ ਹੈਗੇ ਨੇ, ਜਿੱਦਾਂ ਮੈਂ ਕਿਹਾ ਵੀ ਸਭ ਦਾ ਇਹ ਬੁਲਾਵਾ ਹੈਗਾ ਆ ਕਿ ਗੁੱਡ ਨਿਊਜ਼ ਦੇਣੀ ਹੈਗੀ ਆ, ਪਰਮੇਸ਼ਰ ਦਾ ਵਚਨ ਦੱਸਣਾ ਹੈਗਾ। ਕਈ ਲੋਕ ਹੈਗੇ ਨੇ, ਉਹਨਾਂ ਦਾ ਬੁਲਾਵਾ ਹੀ ਜਿੱਦਾਂ ਕਹਿ ਲਓ ਇਹੀ ਆ ਕਿ ਉਹਨਾਂ ਨੇ ਉਹ ਇਵੈਂਜਲਿਜ਼ਮ ਹੀ ਆ ਉਹਨਾਂ ਦਾ, ਉਹਨਾਂ ਤੋਂ ਰਹਿ ਹੀ ਨਹੀਂ ਹੁੰਦਾ ਕਿਸੇ ਨੂੰ ਵਚਨ ਦੱਸੇ ਦੇ ਬਿਨਾ। ਉਹਨਾਂ ਦੇ ਅੰਦਰ ਉਬਾਲੇ ਉੱਠਦੇ ਨੇ, ਹੈ ਨਾ। ਜਿੱਦਾਂ ਕਹਿੰਦੇ ਹੁੰਦੇ ਨੇ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਹੈ ਨਾ। ਏਦਾਂ ਹੀ ਹੁੰਦਾ ਆ। ਜਿਨ੍ਹਾਂ ਨੂੰ ਇਵੈਂਜਲਿਜ਼ਮ ਦਾ ਬੁਲਾਵਾ ਆ ਨਾ, ਉਹ ਕਿਸੇ ਨੂੰ ਦੇਖਣਗੇ, ਉਹਨਾਂ ਦੇ ਅੰਦਰ ਉਬਾਲੇ ਉੱਠਣਗੇ, ਉਹਨਾਂ ਤੋਂ ਰਿਹਾ ਨਹੀਂ ਜਾਣਾ ਬਿਨਾ ਬੋਲੇ, ਉਹਨਾਂ ਨੇ ਬੋਲਣਾ ਹੀ ਬੋਲਣਾ ਆ। ਹੈ ਵਰਸ਼ਿਪ ਵਾਲਿਆਂ ਤੋਂ, ਗਾਣੇ ਤੋਂ ਬਿਨਾ, ਗੀਤ ਤੋਂ ਬਿਨਾ ਰਿਹਾ ਨਹੀਂ ਜਾਂਦਾ। ਇਹਨਾਂ ਨੇ ਨਵਾਂ ਗੀਤ, ਉਹ ਨਵਾਂ ਗੀਤ ਆਇਆ, ਸਿੱਖ ਲਈਏ, ਕਰ ਲਈਏ, ਕਰ ਲਈਏ, ਗਾਉਣਾ ਹੀ ਗਾਉਣਾ। ਇਹ ਬੁਲਾਵਾ ਆ, ਸੀ ਕਨਫਰਮ ਹੋ ਰਹੀਆਂ ਇਦਾਂ ਬੁਲਾਵੇ। ਕਈ ਲੋਕ ਤਾਂ ਇਦਾਂ ਨੇ ਜਿਹੜੇ ਇਵੈਂਜਲਿਸਟ ਵਾਲੇ, ਉਹ ਡੋਰ ਖੜਕਾ ਕੇ ਲੋਕਾਂ ਨੂੰ ਦੱਸਦੇ ਨੇ ਵੀ ਫਲਾਨਿਆ ਪ੍ਰਭੂ ਯਿਸੂ ਆਉਣ ਵਾਲਾ ਆ, ਪ੍ਰਭੂ ਯਿਸੂ ਤੈਨੂੰ ਪਿਆਰ ਕਰਦਾ ਹੈ, ਪ੍ਰਭੂ ਯਿਸੂ ਨੇ ਮੇਰੇ ਨਾਲ ਇੰਨਾ, ਤੁਸੀਂ ਆਓ ਜੀ ਘਰੇ ਸਾਡੇ, ਕੱਲ ਅਸੀਂ ਰੋਟੀ ਰੱਖਦੇ ਹਾਂ ਆਪਣੇ ਘਰੇ, ਆਓ ਨਾਲੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੇ ਹਾਂ ਪ੍ਰਭੂ ਯਿਸੂ ਦੇ ਬਾਰੇ। ਡੋਰ ਖੜਕਾ ਕੇ ਸਾਰਾ ਨੇਬਰਹੁੱਡ ਖਾਲੀ ਕਰਤਾ, ਫਿਰ ਹਾਰ ਕੇ ਦੂਜੇ ਪਾਸੇ ਮੂਵ ਹੋਏ, ਕਿਉਂਕਿ ਹੁਣ ਉੱਥੇ ਤਾਂ ਕੋਈ ਬੰਦਾ ਹੀ ਨਹੀਂ ਰਹਿ ਗਿਆ ਜਿਹਨੂੰ ਸ਼ੇਅਰ ਕਰਨਾ ਆ ਵਚਨ ਪਰਮੇਸ਼ਵਰ ਦਾ। ਮੈਂ ਸੋ ਇਹ ਦੇਖੋ, ਇਹ ਬੁਲਾਵਾ ਆ, ਬੰਦੇ ਤੋਂ ਰਹਿ ਨਹੀਂ ਹੁੰਦਾ। ਇੱਕ ਵਾਰੀ ਦੋ ਨੇਬਰ ਸੀਗੇ, ਨੇਬਰ ਰੋਜ਼ ਗੋਲਫ ਖੇਡਣ ਜਾਂਦਾ ਹੁੰਦਾ ਸੀ, ਹੈ ਨਾ, ਰੋਜ਼ ਗੋਲਫ ਖੇਡਣ ਜਾਂਦਾ ਹੁੰਦਾ ਸੀ। ਉਹ ਤੇ ਦੂਜਾ ਜਿਹੜਾ ਨੇਬਰ ਸੀਗਾ ਉਹ ਚਰਚ ਜਾਂਦਾ ਹੁੰਦਾ ਸੀ ਸੰਡੇ ਨੂੰ, ਤੇ ਉਹ ਸੰਡੇ ਨੂੰ ਗੋਲਫ ਖੇਡਣ ਜਾਂਦਾ ਸੀ। ਤੇ ਉਹ ਦੋਨੋਂ ਜਾਣੇ ਇਕੱਠੇ ਹੀ ਨਿਕਲਦੇ ਹੁੰਦੇ ਸੀ। ਉਹ ਆਪਦੇ ਗੋਲਫ ਬੂਗ ਕਾਰ 'ਚ ਰੱਖ ਰਿਹਾ ਆ, ਇੱਧਰ ਟਾਈਟੂ ਲਾ ਕੇ, ਇੱਧਰਲਾ ਜਿਹੜਾ ਨੇਬਰ ਹੈਗਾ ਆ ਇਹ ਨਿਕਲ ਰਿਹਾ ਹੈ ਚਰਚ ਜਾਣ ਨੂੰ ਤਿਆਰ ਹੋ ਕੇ ਨਾ, ਹੈਲੋ ਨੇਬਰ, ਹੈਲੋ ਗੁੱਡ ਮਾਰਨਿੰਗ, ਹੈ ਨਾ। ਤੇ ਉਹ ਗੋਲਫ ਵਾਲੇ ਨੇ ਕਹਿਣਾ ਬਈ ਬਿਊਟੀਫੁਲ ਡੇ, ਕਹਿੰਦਾ ਇੰਨਾ ਸੋਹਣਾ ਦਿਨ ਹੈ, ਤੂੰ ਅੱਜ ਚੱਲ ਮੇਰੇ ਨਾਲ ਗੋਲਫ ਖੇਡਣ, ਹੈ ਨਾ। ਤੇ ਉਹਨੇ ਕਹਿਣਾ ਨਹੀਂ ਮੈਂ ਨਹੀਂ ਚਰਚ ਜਾਣਾ ਆ, ਸੰਡੇ ਆ, ਚਰਚ ਜਾਣਾ ਆ, ਠੀਕ ਹੈ ਜੀ ਚਲੋ। ਅਗਲਾ ਸੰਡੇ ਫੇਰ ਆਇਆ, ਫਿਰ ਅਗਲੇ ਨੇ ਦੇਖਿਆ ਹੈਲੋ ਕਿਉਂਕਿ ਇਕੱਠੇ ਹੀ ਨਿਕਲਦੇ ਸੀ। ਉਹਨੇ ਫੇਰ ਕਹਿਤਾ ਵੀ ਉਹ ਤੂੰ ਮੇਰੇ ਨਾਲ ਚੱਲ, ਅੱਜ ਚੱਲ ਗੋਲਫ ਖੇਡਣ ਚੱਲਦੇ ਆ, ਅੱਜ ਗੋਲਫ ਖੇਡਣ ਚੱਲਦੇ ਆ, ਦੇਖ ਕਿੰਨਾ ਸੋਹਣਾ ਦਿਨ ਆ, ਦਿਸ ਐਂਡ ਦੈਟ। ਉਹ ਕਹਿੰਦਾ ਨਹੀਂ ਮੈਂ ਚਰਚ ਜਾਣਾ ਹੈ, ਮੈਂ ਚਰਚ। 4-5 ਵਾਰੀ ਆਏ ਹੋ ਗਿਆ ਸੰਡਿਆਂ ਨੂੰ ਵੀ ਉਹਨੇ ਹਰੇਕ ਵਾਰੀ ਉਹਨੇ ਕਹਿਤਾ ਵੀ ਗੋਲਫ ਖੇਡਣ ਚੱਲਦੇ ਆ, ਤੇ ਇਹਨੇ ਹਰੇਕ ਵਾਰੀ ਮਨਾ ਕਰਤਾ। ਇੱਕ ਵਾਰੀ ਉਹ ਜਿਹੜਾ ਨਿਕਲੇ ਦੋਨੋਂ ਜਾਣੇ, ਤੇ ਜਿਹੜਾ ਗੋਲਫ ਖੇਡਣ ਵਾਲਾ, ਉਹਨੇ ਪਤਾ ਕੀ ਕਿਹਾ? ਉਹ ਕਹਿੰਦਾ ਮੈਂ ਤੈਨੂੰ ਹਰ ਵਾਰੀ ਕਿਹਾ ਆ ਵੀ ਆਪਾਂ ਗੋਲਫ ਖੇਡਣ ਚੱਲਦੇ ਆ, ਪਰ ਕਹਿੰਦਾ ਤੂੰ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਚਰਚ ਚੱਲ ਮੇਰੇ ਨਾਲ, ਚਰਚ ਚੱਲਦੇ ਆ। ਇੱਕ ਵਾਰੀ ਵੀ ਨਹੀਂ ਕਹਿੰਦਾ ਤੂੰ ਮੈਨੂੰ। ਉਹ ਬੰਦੇ 'ਚ ਚਾਹ ਸੀਗੀ ਚਰਚ ਜਾਣ ਦੀ, ਆਪਾਂ ਆਹੀ ਸੋਚ ਕੇ ਰਹਿ ਜਾਂਦੇ ਆ ਵੀ ਉਹਨੇ ਤਾਂ ਨਾ ਹੀ ਕਰਨੀ ਆ। ਦੈਟਸ ਰੋਂਗ। ਜੇ ਨਾ ਵੀ ਕਰਨੀ ਹੈ ਤੇ ਨਾ ਕਰ, ਤੂੰ ਖਾ ਤਾਂ ਨਹੀਂ ਜਾਊ, ਹੈ ਨਾ। ਜੇ ਨਾ ਕਰਤੀ ਤਾਂ ਨਾ ਕਰਤੀ। ਉਹ ਵਿਚਾਰੇ ਦੇ ਅੰਦਰ ਚਾਹ ਸੀਗੀ ਚਰਚ ਜਾਣ ਦੀ, ਪਰ ਇਸ ਚਰਚ ਵਾਲੇ ਬੰਦੇ ਨੇ ਪੁੱਛਿਆ ਹੀ ਨਹੀਂ ਉਹਨੂੰ ਵੀ ਤੂੰ ਮੇਰੇ ਨਾਲ ਚਰਚ ਚੱਲ, ਹੈ ਨਾ। ਸੋ ਦੇਖੋ ਮਤਲਬ ਕਿ ਕਿੰਨੀ ਸਿੰਪਲ ਥਿੰਗ ਆ, ਪਰ ਆਪਾਂ ਨੂੰ ਸਮਝਾਉਂਦੀ ਆ ਕਿ ਜਦੋਂ ਵੀ ਆਪਾਂ ਕਿਸੇ ਦੇ ਨਾਲ ਗੱਲ ਕਰਦੇ ਆ, ਆਪਾਂ ਦੱਸੀਏ ਕਿ ਸਾਡੇ ਨਾਲ ਚਰਚ ਚੱਲੋ, ਜੇ ਜਾਂਦੇ ਨੇ ਜਾਣ, ਜੇ ਨਹੀਂ ਜਾਂਦੇ ਨਹੀਂ। ਆਪਣੀ ਛੋਟੀ ਜੀ ਟੈਸਟੀਮਨੀ ਛੱਡ ਦੋ, ਦੱਸ ਦੋ ਆਹ ਮੈਨੂੰ ਪਰਮੇਸ਼ਵਰ ਨੇ ਇਸ ਚੀਜ਼ ਤੋਂ ਚੰਗਾ ਕੀਤਾ। ਕਦੇ ਨਾ ਕਦੇ ਜਦੋਂ ਲੋੜ ਪਊਗੀ ਉਹ ਤੁਹਾਡਾ ਹੀ ਦਰਵਾਜ਼ਾ ਖੜਕਾਊਗਾ। ਆਮੇਨ, ਹਾਲੇਲੂਇਆ। ਕਿਉਂਕਿ ਆਪਣਾ ਜਿਉਂਦਾ ਜਾਗਦਾ ਪਰਮੇਸ਼ਵਰ ਆ, ਜਿਹੜਾ ਬੀਜ ਤੁਸੀਂ ਉਹਦੇ ਦਿਲ ਦੇ ਵਿੱਚ ਬੋਤਾ ਨਾ ਪਵਿੱਤਰ ਆਤਮਾ ਦਾ, ਉਹ ਬੀਜ ਵਧਣਾ ਬੋਲਣਾ ਆ ਪੱਕਾ। ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਹਾਲੇਲੂਇਆ।
ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇੱਕ ਵਾਰੀ ਫੇਰ ਬਸ ਆਹੀ ਕਹਾਂਗੇ ਕਿ ਆਪਣੀ ਬਕਟ ਲਿਸਟ ਆ ਜਿਹੜੀ ਉਹਦੇ ਵਿੱਚ ਧਿਆਨ ਲਾਈਏ ਕਿ ਪਰਮੇਸ਼ਵਰ ਇਸ ਬਕਟ ਲਿਸਟ ਨੂੰ ਪੂਰਾ ਕਰਨ ਦੇ ਲਈ ਆਪਣੀ ਮਦਦ ਕਰੇ। ਆਮੇਨ ਹਾਲੇਲੂਇਆ। ਪਵਿੱਤਰ ਆਤਮਾ ਤੋਂ ਮਦਦ ਮੰਗੀਏ ਕਿ ਪਵਿੱਤਰ ਆਤਮਾ ਆਪਣੀ ਮਦਦ ਕਰੇ ਕਿ ਅਸੀਂ ਇਹੋ ਜਿਹੇ ਕੰਮ ਕਰ ਸਕੀਏ ਕਿ ਪਰਮੇਸ਼ਵਰ ਦੇ ਰਾਜ ਦੇ ਵਿੱਚ ਬੜੌਤੀ ਹੋਵੇ। ਆਮੇਨ ਹਾਲੇਲੂਇਆ। ਮੈਥਿਊ ਦੇ 24 ਦੇ 24 ਦੇ ਵਿੱਚ ਕਹਿੰਦਾ ਆ ਕੀਪ ਵਾਚ ਬਿਫੋਰ ਯੂ ਡੂ ਨਾਟ ਬਿਕਾਜ਼ ਯੂ ਡੂ ਨਾਟ ਨੋ ਦ ਡੇ ਔਰ ਦੀ ਆਵਰ। ਮੈਥਿਊ 24:42। ਸਾਵਧਾਨ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡਾ ਪ੍ਰਭੂ ਕਿਸ ਦਿਨ ਆਵੇਗਾ। ਹਾਲੇਲੂਇਆ। ਸਾਵਧਾਨ ਰਹੀਏ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਦੋਂ ਪਰਮੇਸ਼ਵਰ ਨੇ ਆ ਜਾਣਾ ਹੈ। ਆਮੇਨ ਹਾਲੇਲੂਇਆ। ਪਰਮੇਸ਼ਵਰ ਆਪਾਂ ਬਕਟ ਲਿਸਟ ਬਣਾ ਕੇ ਕੰਮ ਤੇ ਲੱਗ ਜਾਈਏ। ਪਰਮੇਸ਼ਵਰ ਦਾ ਵਚਨ ਕਹਿੰਦਾ ਆ ਫਸਲ ਤਿਆਰ ਆ ਕਾਮੇ ਘੱਟ ਨੇ, ਹੈਨਾ। ਤੇ ਆਪਾਂ ਆਪਣੇ ਨੇਬਰਸ ਨੂੰ ਪੁੱਛਣਾ ਆ ਵੀ ਚਰਚ ਚੱਲ ਇੱਕ ਦਿਨ ਮੈਂ ਤੇਰੇ ਨਾਲ ਗੋਲਫ ਖੇਡਣ ਚਲਿਆ ਜਾਊਂ, ਇੱਕ ਦਿਨ ਤੂੰ ਮੇਰੇ ਨਾਲ ਚਰਚ ਚੱਲ। ਕਈ ਵਾਰੀ ਥੋੜੀ ਜਿਹੀ ਪ੍ਰਾਈਸ ਪੇ ਕਰਨੀ ਪੈ ਜਾਂਦੀ ਆ ਮੈਨ, ਪਰ ਜਦੋਂ ਪਰਮੇਸ਼ਵਰ ਉਹਨੂੰ ਛੂਗਾ ਉਦੋਂ ਆਪਾਂ ਨੂੰ ਸਮਝ ਆਊਗੀ ਕਿ ਕਿੱਦਾਂ ਪਰਮੇਸ਼ਵਰ ਕੰਮ ਕਰਦਾ ਆ। ਹਾਲੇਲੂਇਆ। ਆਪਣੇ ਦੀਵੇ ਨੇ ਜਿਹੜੇ ਉਹ ਆਪਣੇ ਦੀਵੇ ਬਲਦੇ ਰਹਿਣੇ ਚਾਹੀਦੇ ਨੇ, ਤੇਲ ਭਰਦਾ ਰਹਿਣਾ ਚਾਹੀਦਾ ਆ। ਆਪਣੀਆਂ ਇਹ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਦਈਏ ਤੇ ਲੱਗ ਜਾਈਏ ਆਪਾਂ ਪਰਮੇਸ਼ਵਰ ਦੇ ਵਿੱਚ। ਇਹ ਜਿਹੜੀ ਚੀਜ਼ ਮੈਂ ਕਹੀ, ਅੱਜ ਮੈਂ ਇੱਕ ਟੈਸਟੀਮਨੀ ਐਕਚੁਅਲੀ ਸੁਣ ਰਹੀ ਸੀ, ਮੈਂ ਹੁਣ ਸੁਣਾਉਂਗੀ ਨਹੀਂ ਪੂਰੀ। ਤੇ ਉਹ ਇੱਕ ਬੰਦਾ ਕਿਸੇ ਇਵੈਂਜਲਿਸਟ ਦੀ ਇੱਕ ਪ੍ਰੀਚਿੰਗ ਤੇ ਗਿਆ ਸੀਗਾ। ਇੱਕ ਦਿਨ ਸਿਰਫ ਉਹ ਗਿਆ, ਉਹਨੂੰ ਪਰਮੇਸ਼ਵਰ ਨੇ ਐਦਾਂ ਛੂਹਿਆ, ਫਿਰ ਕਿਸੇ ਦਿਨ ਮੈਂ ਪੂਰਾ ਸੁਣਾਉਂਗੀ। ਉਹਨੂੰ ਪਰਮੇਸ਼ਵਰ ਨੇ ਐਦਾਂ ਛੂਹਿਆ ਤੇ ਉਹ ਅਮਰੀਕਾ ਆਇਆ ਸੀਗਾ ਤੇ ਯੂਨੀਵਰਸਿਟੀ 'ਚ ਪੜ੍ਹਨ ਆਇਆ ਸੀ ਤੇ ਕਿਸੇ ਦੀ ਉਹਦੇ 'ਚ ਗਿਆ ਤੇ ਐਦਾਂ ਪਰਮੇਸ਼ਵਰ ਨੇ ਉਹਨੂੰ ਛੂਹਿਆ ਤੇ ਉਹਦੀ ਜ਼ਿੰਦਗੀ ਬਦਲ ਗਈ। ਉਹ ਮੁੜ ਕੇ ਗਿਆ ਆਪਣੀ ਕੰਟਰੀ ਦੇ ਵਿੱਚ ਤੇ ਉਹ ਤਾਂ ਜੀ ਮੂੰਹ ਖੋਲੇ, ਹਜ਼ਾਰਾਂ ਬਾਹਰ ਖੜ ਕੇ ਸਟਰੀਟ ਤੇ ਹਜ਼ਾਰਾਂ ਦੇ ਹਜ਼ਾਰ ਲੋਕ ਉਹਨੂੰ ਸੁਣਨ ਆਉਣ। ਮਤਲਬ ਵਨ ਟੱਚ ਆਫ ਦਾ ਹੋਲੀ ਸਪਿਰਿਟ, ਇੱਕ ਛੂ ਪਵਿੱਤਰ ਆਤਮਾ ਦਾ। ਉਹ ਉੱਥੇ ਗਿਆ, ਉਹਦੇ ਫਰੈਂਡ ਉਹਨੂੰ ਚਰਚ ਲੈ ਗਏ ਸੀ ਇੱਕ ਵਾਰੀ। ਬਸ ਉਹਨੇ ਐਕਚੁਅਲੀ ਉਹ ਬੰਦਾ ਬੋਲੀਵੀਆ ਦਾ ਸੀਗਾ 1970s ਦੇ ਵਿੱਚ। ਉਹਨੇ ਸਾਰਾ ਬੋਲੀਵੀਆ ਬਦਲ ਕੇ ਰੱਖਤਾ। ਉਹਨੇ ਪ੍ਰੈਜ਼ੀਡੈਂਟ ਤੱਕ ਨੂੰ ਪਰਮੇਸ਼ਵਰ ਦਾ ਵਚਨ ਸੁਣਾਇਆ। ਪ੍ਰੈਜ਼ੀਡੈਂਟ ਦੀ ਵਾਈਫ ਨੂੰ ਹੀਲਿੰਗ ਮਿਲੀ ਹੈ। ਉਹ ਜਦੋਂ ਜਾਂਦਾ ਸੀ ਸਟੇਡੀਅਮ ਦੇ ਵਿੱਚ ਪ੍ਰੀਚ ਕਰਨ, ਅੰਦਰ ਜਿੰਨੇ ਲੋਕ ਸੀ ਉਹ ਅੰਦਰ ਸੀ, ਬਾਹਰ 40-40 ਹਜ਼ਾਰ ਲੋਕ ਵੇਟ ਕਰਦੇ ਹੁੰਦੇ ਸੀ ਹੈ। ਦੇਖੋ ਤੁਸੀਂ, ਇਹ ਇੱਕ ਸਿੰਪਲ ਮੈਨ, ਪਰਮੇਸ਼ਵਰ ਸਭ ਦੇ ਨਾਲ ਇਹ ਚੀਜ਼ ਕਰ ਸਕਦਾ ਹੈ। ਮੈਨ ਆਪਾਂ ਆਪਣੇ ਆਪ ਨੂੰ ਤਿਆਰ ਰੱਖੀਏ, ਖੜੇ ਹੋ ਜਾਂਦੇ ਆ ਤੇ ਪਰਮੇਸ਼ਵਰ ਨੂੰ ਆਪਾਂ ਆਪਣਾ ਦਿਲ ਖੋਲ ਦਿੰਨੇ ਆ। ਪਰਮੇਸ਼ਵਰ ਨੂੰ ਕਹਿੰਦੇ ਆ ਪਰਮੇਸ਼ਵਰ ਅੱਜ ਮੈਂ ਤੇਰਾ ਵਚਨ ਸੁਣਿਆ, ਮੈਂ ਕੁਛ ਕਰਨਾ ਚਾਹੁੰਦਾ ਆ, ਮੇਰੀ ਮਦਦ ਕਰ। ਛੋਟੀ ਚੀਜ਼ ਵੱਡੀ ਚੀਜ਼ ਕੁਛ ਵੀ ਹੋਵੇ, ਮੇਰੀ ਮਦਦ ਕਰ ਪਵਿੱਤਰ ਆਤਮਾ। ਹਾਲੇਲੂਇਆ ਹਾਲੇਲੂਇਆ। ਮੈਥਿਊ ਦਾ 24 ਦਾ 30 ਦਾ 33 ਪੜਿਓ ਮਾੜਾ ਜਿਹਾ। ਹਾਲੇਲੂਇਆ। ਅੱਖਾਂ ਬੰਦ ਕਰ ਲਈਏ, ਜਿੱਥੇ ਖੜੇ ਆ ਉੱਥੇ ਖੜੀਏ, ਅੱਖਾਂ ਬੰਦ ਕਰਕੇ ਪਰਮੇਸ਼ਵਰ 'ਚ ਧਿਆਨ ਲਾਈਏ। ਹਾਲੇਲੂਇਆ ਹਾਲੇਲੂਇਆ। ਜੋ ਵੀ ਅੱਜ ਤੁਹਾਨੂੰ ਛੂਹਿਆ ਇਸ ਵਚਨ 'ਚੋਂ, ਉਸ ਵਚਨ 'ਚ ਧਿਆਨ ਲਾਈਏ। ਹਰ ਵਾਰ ਸਾਰੇ ਵਚਨ 'ਚੋਂ ਕਈ ਵਾਰੀ ਇੱਕ ਲਾਈਨ ਹੀ ਹੁੰਦੀ ਆ ਜਿਹੜੀ ਛੂਹ ਜਾਂਦੀ ਆ, ਜਿਹੜੀ ਉੱਭਰ ਕੇ ਆਉਂਦੀ ਆ, ਜਿਹੜੀਆਂ ਜ਼ਿੰਦਗੀਆਂ ਬਦਲ ਦਿੰਦੀ ਆ। ਮੈਥਿਊ 24 ਦਾ 30 ਦਾ 33। ਹਾਂਜੀ। ਫਿਰ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ। ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਆਪਣੀ ਛਾਤੀ ਪਿੱਟਣਗੀਆਂ ਅਤੇ ਇਸ ਦੇ ਪਿੱਛੋਂ ਮਨੁੱਖ ਦੇ ਪੁੱਤਰ ਨੂੰ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਾ ਦੇਖਣਗੀਆਂ। ਫਿਰ ਉਹ ਨਰਸਿੰਘੇ ਦੀ ਆਵਾਜ਼ ਨਾਲ ਆਪਣੇ ਸਵਰਗ ਦੂਤਾਂ ਨੂੰ ਘੱਲੇਗਾ ਅਤੇ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਆਕਾਸ਼ ਦੇ ਦੂਜੇ ਪਾਸੇ ਤੱਕ ਚੌਹਾਂ ਪਾਸਿਆਂ ਤੋਂ ਇਕੱਠਾ ਕਰਨਗੇ। ਹਾਲੇਲੂਇਆ। 33 ਤੱਕ। ਅੰਜੀਰ ਦੇ ਰੁੱਖ ਤੋਂ ਸਿੱਖਿਆ ਲਓ, ਜਦੋਂ ਉਸ ਦੀਆਂ ਟਾਹਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਇਹ ਸਭ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ, ਸਗੋਂ ਬੂਹੇ ਉੱਤੇ। ਆਮੀਨ ਹਾਲੇਲੂਇਆ। ਆਪਾਂ ਨੂੰ ਹੁਣ ਇਹਨਾਂ ਦਿਨਾਂ 'ਚ ਅੰਜੀਰ ਦੇ ਪੱਤੇ ਦਿਸ ਰਹੇ ਨੇ। ਦੁਨੀਆ 'ਚ ਲੜਾਈਆਂ ਲੱਗ ਰਹੀਆਂ ਨੇ, ਕੀ ਕੁਛ ਹੋ ਰਿਹਾ ਆ, ਉਹ ਸਭ ਕੁਛ ਹੋ ਰਿਹਾ ਆ। ਪਤਾ ਲੱਗ ਰਿਹਾ ਆ ਕਿ ਉਹ ਬੂਹੇ ਤੇ ਆ। ਮੈਂ ਆਪਣੇ
ਆਪਣੇ ਆਪਣੇ ਦਿਲਾਂ ਨੂੰ ਤਿਆਰ ਕਰ ਲਈਏ, ਆਪਣੇ ਆਪਣੇ ਦਿਲਾਂ ਦੇ ਜੋ ਵੀ ਮਾਫੀਆਂ ਮੰਗਣੀਆਂ ਨੇ ਮੰਗ ਲਈਏ, ਮਾਫ ਕਰਨੇ ਨੇ ਲੋਕ ਕਰ ਦਈਏ। ਪਰਮੇਸ਼ਵਰ ਦੇ ਰਾਜ ਦੀ ਬੜੌਤੀ ਦੇ ਲਈ ਆਪਾਂ ਕੰਮ ਕਰਨੇ ਸ਼ੁਰੂ ਕਰੀਏ। ਹਾਲੇਲੂਇਆ। ਪਵਿੱਤਰ ਆਤਮਾ ਤੋਂ ਮਦਦ ਮੰਗਦੇ ਹਾਂ। ਆਮੀਨ। ਹਾਲੇਲੂਇਆ। ਅੰਦਰ ਅਵਸ਼ੀ ਹੱਥ ਚੱਕ ਕੇ ਆਪਣੀ ਆਪਣੀ ਦੁਆ ਕਰੀਏ ਜਿੱਥੇ ਹੈਗੇ ਆ। ਪਰਮੇਸ਼ਰ ਨੂੰ ਕਹਿ ਦਈਏ ਅੱਜ, ਪਰਮੇਸ਼ਰ ਮੈਨੂੰ ਦੱਸ ਮੈਂ ਕੀ ਕਰਾਂ, ਮੈਨੂੰ ਯੂਜ਼ ਕਰ, ਮੇਰਾ ਦੀਵਾ ਬਲਦਾ ਰਹੇ ਪਰਮੇਸ਼ਰ, ਮੇਰਾ ਦੀਵਾ ਤੇਲ ਨਾਲ ਭਰਿਆ ਰਹੇ ਪਿਤਾ ਪਰਮੇਸ਼ਰ। ਜਦੋਂ ਤੂੰ ਆਵੇਂ ਪਿਤਾ ਪਰਮੇਸ਼ਰ, ਕਿਤੇ ਮੈਂ ਖਾਲੀ ਨਾ ਬੈਠਾ ਹੋਵਾਂ। ਪਿਤਾ ਪਰਮੇਸ਼ਰ ਮੇਰੀ ਮਦਦ ਕਰ, ਮੇਰੀ ਮਦਦ ਕਰ, ਮੇਰੀ ਮਦਦ ਕਰ। ਓ ਪਿਤਾ ਪਰਮੇਸ਼ਰ ਛੂ ਲਾ ਮੈਨੂੰ ਭਾਰ ਆਪਣੀ ਅਨੋਇੰਟਿੰਗ ਦੇ ਨਾਲ। ਹਾਲੇਲੂਇਆ। ਪਵਿੱਤਰ ਆਤਮਾ ਜੀ ਉਹ ਟੱਚ ਮੀ, ਭਰ ਦੇ। ਮੈਂ ਕੰਮ ਤੇਰੇ ਲਈ ਕਰਨਾ ਚਾਹੁੰਦਾ ਆ, ਮੈਂ ਤੇਰੇ ਲਈ ਬਚਨ ਲਿਜਾਉਣਾ ਚਾਹੁੰਦਾ, ਮੈਂ ਤੇਰੇ ਲਈ ਹਾਂ ਕਰਨੀ ਚਾਹੁੰਦਾ ਆ। ਹਾਲੇਲੂਇਆ, 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 ਹਾਲੇਲੂਇਆ। ਆਪਣੀਆਂ ਆਵਾਜ਼ਾਂ ਉੱਚੀਆਂ ਕਰਕੇ ਪਰਮੇਸ਼ਵਰ ਦੇ ਨਾਲ ਗੱਲ ਕਰੀਏ 1 ਮਿੰਟ ਦੇ ਲਈ। ਅੰਦਰ ਅਵਸ਼ੀ ਖਾਰਾ ਵਸ਼ੀ। ਹਾਲੇਲੂਇਆ। ਹੋਲੀ ਸਪਿਰਿਟ, thank you, thank you, thank you Jesus, thank you Jesus, Holy Spirit, thank you, thank you, thank you। ਧੰਨਵਾਦ, 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 ਧੰਨਵਾਦ। ਪਵਿੱਤਰ ਆਤਮਾ ਤੇਰਾ ਧੰਨਵਾਦ। ਸਾਨੂੰ ਪਤਾ ਹੈ ਤੁਸੀਂ ਬੂਹੇ ਤੇ ਹੋ। ਪਰਮੇਸ਼ਵਰ ਸਾਨੂੰ ਤਿਆਰ ਕਰੋ, ਮਦਦ ਕਰੋ ਸਾਡੀ। ਹਾਲੇਲੂਇਆ। ਮਦਦ ਕਰੋ, ਮਦਦ ਕਰੋ, ਮਦਦ ਕਰੋ। ਛੂ ਮੰਗਦੇ ਹਾਂ ਅਸੀਂ ਅੱਜ ਤੇਰਾ ਪਵਿੱਤਰ ਆਤਮਾ। ਸਾਡੀ ਕਾਲਿੰਗ ਕੰਫਰਮ ਕਰੋ ਪਿਤਾ ਪਰਮੇਸ਼ਵਰ। ਹਾਲੇਲੂਇਆ, 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 ਹਾਲੇਲੂਇਆ। ਥੈਂਕ ਯੂ ਜੀਸਸ, 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 ਥੈਂਕ ਯੂ ਜੀਸਸ। ਹਾਲੇਲੂਇਆ, 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 ਹਾਲੇਲੂਇਆ। ਥੈਂਕ ਯੂ ਲੋਰਡ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ, ਹਾਲੇਲੂਇਆ, ਪਰਮੇਸ਼ਰ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਕਹਿੰਦਾ ਆ ਜੇ ਤੁਸੀਂ ਥੋੜੇ 'ਚ ਵਫਾਦਾਰ ਹੋਵੋਗੇ ਮੈਂ ਤੁਹਾਨੂੰ ਬਹੁਤਾ ਦਊਂਗਾ। ਜਿਹੜਾ ਥੋੜਾ ਉਹਨੇ ਦਿੱਤਾ ਆ ਆਪਾਂ ਉਹਦੇ 'ਚ ਵਫਾਦਾਰ ਹੋਈਏ। ਜੋ ਥੋੜਾ ਦਿੱਤਾ ਆ ਉਹਦੇ 'ਚ ਵਫਾਦਾਰ ਹੋਈਏ। ਦੇਖਦੇ ਦੇਖਦੇ ਪਰਮੇਸ਼ਰ ਤੁਹਾਨੂੰ ਉੱਥੇ ਲਿਜਾਊਗਾ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਹਾਲੇਲੂਇਆ। ਜਿਹਨੂੰ ਦੁਆ ਦੀ ਲੋੜ ਹੈਗੀ ਆਪਾਂ ਦੁਆ ਕਰਾਂਗੇ, ਤੁਸੀਂ ਅੱਗੇ ਆ ਸਕਦੇ ਹੋ। ਅੱਗੇ ਇੱਥੇ ਖੜੇ ਹੋ ਕੇ ਪਰਮੇਸ਼ਵਰ ਦੀ ਹਜ਼ੂਰੀ ਬੜੀ ਜ਼ੋਰਾਂ ਸ਼ੋਰਾਂ ਨਾਲ ਆਏ। ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇੱਥੇ ਲਾਈਨ ਦੇ ਮੂਹਰਲੇ ਪਾਸੇ